ਪੇਸ਼ ਹੈ ਅਜੀਤ ਕੌਰ ਦੀ ਆਤਮਕਥਾ ਕੂੜਾ ਕਬਾੜਾ ਦੀ ਆਡੀਓ ਬੁੱਕ ਦਾ 8ਵਾਂ ਅਤੇ ਅੰਤਲਾ ਹਿੱਸਾ। ਆਵਾਜ਼ ਮਨਪ੍ਰੀਤ ਸਹੋਤਾ। ਇਸ ਆਡੀਓ ਬੁੱਕ ਦੇ ਪਹਿਲੇ 7 ਹਿੱਸੇ ਸੁਣਨ ਲਈ ਉੱਪਰ ਦਿਖਾਈ ਦੇ ਰਹੇ ਪਲੇਲਿਸਟ ਦੇ ਲਿੰਕ ਉੱਪਰ ਤੁਸੀਂ ਜਾ ਸਕਦੇ ਹੋ। 104 ਪਹਿਲਾਂ ਦੱਸ ਚੁੱਕੀ ਹਾਂ ਕਿ ਕਰਜ਼ਨ ਰੋਡ ਦਾ ਅਪਾਰਟਮੈਂਟ ਬੱਚਿਆਂ ਨੂੰ ਛੋਟਾ ਲੱਗਣ ਲੱਗਾ ਕਿਉਂਕਿ 2 ਕਮਰਿਆਂ ਵਿੱਚੋਂ ਇੱਕ ਵਿੱਚ ਮੇਰੇ ਨਵੇਂ ਮੈਗਜ਼ੀਨ ਦਾ ਦਫ਼ਤਰ ਸੀ ਅਤੇ ਬਾਕੀ ਬਚਿਆ ਇੱਕੋ ਕਮਰਾ ਸਾਡੇ ਤਿੰਨਾਂ ਦੇ ਰਹਿਣ, ਸੌਣ ਜਾਗਣ, ਖਾਣ ਪੀਣ, ਲੜਨ ਤੇ ਪਿਆਰ ਕਰਨ ਲਈ ਸੀ। ਉਹਦੇ ਵਿੱਚ ਹੀ ਪੜ੍ਹਾਈ ਲਿਖਾਈ ਤੇ ਉਹਦੇ ਵਿੱਚ ਹੀ ਰੱਦੀ ਅਖਬਾਰਾਂ ਦੇ ਕਾਗਜ਼ਾਂ ਤੇ ਬਣਦੀਆਂ ਅਰਪਣਾ ਦੀਆਂ ਮੂਰਤਾਂ। ਉਹਦੇ ਵਿੱਚ ਹੀ ਸਹੇਲੀਆਂ ਨੂੰ ਟੈਲੀਫੋਨ ਤੇ 100 ਗੱਲਾਂ, ਨਿੱਕੀਆਂ ਨਿੱਕੀਆਂ ਦੱਬੀਆਂ ਹਾਸੀਆਂ, ਕਿਉਂਕਿ ਮਾਂ ਭਾਵੇਂ ਕਿੰਨੀ ਹੀ ਦੋਸਤ ਕਿਉਂ ਨਾ ਹੋਵੇ, ਜਵਾਨ ਹੋ ਰਹੀਆਂ ਬੱਚੀਆਂ ਨੇ ਕੋਈ ਨਾ ਕੋਈ ਗੱਲ ਤੇ ਸਿਰਫ ਸਹੇਲੀਆਂ ਨਾਲ ਹੀ ਕਰਨੀ ਹੀ ਹੋਈ। ਸੋ ਗ੍ਰੇਟਰ ਕੈਲਾਸ਼ ਵਿੱਚ ਇੱਕ ਘਰ ਕਿਰਾਏ ਤੇ ਲੈ ਲਿਆ। ਘਰ ਖੁੱਲ੍ਹਾ ਸੀ, ਮੋਕਲਾ ਸੀ, ਹਵਾ ਤੇ ਰੌਸ਼ਨੀ ਨਾਲ ਭਰਿਆ ਹੋਇਆ ਸੀ ਤੇ ਇਹਦੇ ਵਿੱਚ ਸਾਡੇ ਤਿੰਨਾਂ ਦੇ ਵੱਖੋ ਵੱਖਰੇ ਕਮਰੇ ਸਨ। ਇੱਕ ਕਮਰਾ ਮੇਰੇ ਦਫ਼ਤਰ ਵਾਸਤੇ ਵੀ ਬਚ ਗਿਆ ਸੀ। ਗੈਰੇਜ ਦੇ ਉੱਤੇ ਵੀ ਇੱਕ ਕਮਰਾ ਸੀ। ਇਸ ਕਮਰੇ ਵਿੱਚ ਅਰਪਣਾ ਲੁੱਕ ਕੇ ਕਵਿਤਾ ਲਿਖਦੀ ਤੇ ਮੂਰਤਾਂ ਬਣਾਉਂਦੀ। ਭਾਵੇਂ ਹੇਠਾਂ ਉਹਦਾ ਆਪਣਾ ਵੱਖਰਾ ਕਮਰਾ ਹੈ ਸੀ, ਉਹ ਮੁੱਢੋਂ ਹੀ ਬੇਹੱਦ ਸ਼ਰਮੀਲੀ ਏ ਤੇ ਕਿਸੇ ਵੀ ਆਏ ਗਏ ਕੋਲੋਂ ਲੁੱਕ ਕੇ ਬਹਿਣ ਦੀ ਉਹਦੀ ਆਦਤ ਏ। ਪਹਿਲੋਂ ਪਟੇਲ ਨਗਰ ਵਾਲੇ ਘਰ ਵਿੱਚ ਤੇ ਮਗਰੋਂ ਕਰਜ਼ਨ ਰੋਡ ਵਾਲੇ ਫਲੈਟ ਵਿੱਚ ਤਾਂ ਉਹਨੇ ਗੁਸਲਖਾਨੇ ਵਿੱਚ ਹੀ ਇੱਕ ਪਟੜਾ ਰੱਖਿਆ ਹੋਇਆ ਸੀ। ਕੋਈ ਵੀ ਮਿਲਣ ਗਿਲਣ ਵਾਲਾ ਆ ਗਿਆ ਤਾਂ ਉਹ ਗੁਸਲਖਾਨੇ ਵਿੱਚ ਹੀ ਬੰਦ ਹੋ ਜਾਂਦੀ ਤੇ ਪੜ੍ਹਦੀ ਰਹਿੰਦੀ। ਉਂਝ ਪੜ੍ਹਨ ਦੀ ਸਪੀਡ ਵੀ ਉਹਦੀ ਕਮਾਲ ਦੀ ਰਹੀ ਏ। 400 ਸਫ਼ੇ ਦਾ ਨਾਵਲ 1.5 ਦਿਨ ਵਿੱਚ ਚੱਟ ਕਰ ਜਾਣਾ ਉਹਦੇ ਲਈ ਆਮ ਗੱਲ ਏ। ਕੈਂਡੀ ਦੀ ਗੱਲ ਹੋਰ ਸੀ। ਉਹ ਲੋਕਾਂ ਨੂੰ ਮਿਲ ਕੇ ਖੁਸ਼ ਹੁੰਦੀ, ਸਹੇਲੀਆਂ ਨਾਲ ਗੱਪਾਂ ਮਾਰ ਕੇ ਚਹਿਕਦੀ। ਪੜ੍ਹਨ ਦਾ ਉਹਨੂੰ ਵੀ ਬਹੁਤ ਸ਼ੌਕ ਸੀ। ਨਾਵਲ, ਕਹਾਣੀਆਂ, ਕਵਿਤਾ ਸਭ। ਉਹ ਜ਼ਿੰਦਗੀ ਨੂੰ ਮਤਾਬੀ ਵਾਂਗੂ ਬਾਲੀ ਰੱਖਦੀ ਸੀ। ਪਰ ਖੈਰ, ਤੁਰ ਗਏ ਲੋਕਾਂ ਦੀ ਕੀ ਗੱਲ ਕਰਨੀ, ਜ਼ਖਮ ਉੱਚੜਦੇ ਨੇ। ਘਰ ਦੇ ਬਾਹਰ ਲੌਨ ਸੀ, ਸਾਵਾ ਘਾਹ ਤੇ ਫੁੱਲਾਂ ਦੀਆਂ ਕਿਆਰੀਆਂ। ਚਿੱਟਾ ਕਾਲਾ ਹੀ ਸਹੀ, ਟੀਵੀ ਵੀ ਲੈ ਲਿਆ। ਜਸਬੀਰ ਦੀ, ਮੇਰੇ ਭਰਾ ਦੀ ਪੁਰਾਣੀ ਮੋਟਰ ਜਿਹੜੀ ਦਾਰਜੀ ਨੇ ਹੀ ਖਰੀਦ ਕੇ ਦਿੱਤੀ ਸੀ, ਉਹਨੂੰ ਮੈਨੂੰ ਮਿਲ ਗਈ ਕਿਉਂਕਿ ਦਾਰਜੀ ਨੇ ਜਸਬੀਰ ਨੂੰ ਨਵੀਂ ਮੋਟਰ ਲੈ ਦਿੱਤੀ। ਜ਼ਿੰਦਗੀ ਪਹਿਲੀ ਵਾਰੀ ਰਵਾਂ ਰਵੀਂ ਤੁਰਨ ਲੱਗੀ। ਇੱਕ ਡੋਮੈਸਟਿਕ ਹੈਲਪ ਵੀ ਮਿਲ ਗਿਆ, ਸੇਵਾਦਾਰ, ਜਿਹਨੂੰ ਆਮ ਘਰਾਂ ਵਿੱਚ ਨੌਕਰ ਕਿਹਾ ਜਾਂਦਾ ਏ। ਉਸ ਤੋਂ ਪਹਿਲਾਂ ਇੱਕ ਔਰਤ 2 ਵੇਲੇ ਆ ਕੇ ਭਾਂਡੇ ਤੇ ਰਸੋਈ ਸਾਫ਼ ਕਰ ਜਾਂਦੀ ਸੀ। ਕਮਰਿਆਂ ਦੀ ਸਫਾਈ ਜਮਾਂਦਾਰ ਕਰਦਾ ਸੀ ਤੇ ਰੋਟੀ ਮੈਂ ਆਪ ਪਕਾ ਲੈਂਦੀ ਸਾਂ। ਸਵੇਰੇ ਸਵੇਰੇ ਇੱਕੋ ਵਾਰੀ, ਸਾਰਾ ਦਿਨ ਗਰਮ ਕਰ ਕਰਕੇ ਖਾ ਲਈ ਜਾਂਦੀ। ਇਸ ਸੇਵਾਦਾਰ ਦਾ ਮਿਲਣਾ ਵੀ ਮਹਿਜ਼ ਇਤਫਾਕ ਹੀ ਸੀ, ਵਰਨਾ ਮੇਰੀ ਵੁਕਤ ਹੀ ਨਹੀਂ ਸੀ 24 ਘੰਟਿਆਂ ਲਈ ਘਰ ਦੇ ਕੰਮ ਕਰਨ ਵਾਸਤੇ ਕਿਸੇ ਨੂੰ ਰੱਖਣ ਦੀ। ਨਾਲੇ ਦੋਵੇਂ ਬੱਚੀਆਂ ਜਵਾਨ ਹੋ ਰਹੀਆਂ ਸਨ, ਭਾਵੇਂ ਮੇਰੀਆਂ ਨਜ਼ਰਾਂ ਵਿੱਚ ਤਾਂ ਉਹਨਾਂ ਨੇ ਹਮੇਸ਼ਾ ਬਾਲੜੀਆਂ ਹੀ ਰਹਿਣਾ ਸੀ। ਸੋ ਘਰ ਵਿੱਚ ਕਿਸੇ ਮੁੰਡੇ ਨੂੰ ਰੱਖਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਤੇ ਨੌਕਰਾਣੀਆਂ ਸਗੋਂ ਹੋਰ ਵੀ ਬਹੁਤੇ ਪੈਸੇ ਮੰਗਦੀਆਂ ਨੇ। 105 ਮਹਿਜ਼ ਇਤਫਾਕ। ਹੋਇਆ ਇਹ ਕਿ ਨਵੇਂ ਘਰ ਵਿੱਚ ਖੁਸਰਿਆਂ ਦੀ ਟੋਲੀ ਆਈ, ਤਲੀਆਂ ਠੋਕ ਠੋਕ ਕੇ, ਠੁਮਕੇ ਲਾ ਲਾ ਕੇ ਗਾਉਂਦੀ। ਮੈਂ ਕਿਹਾ, ਮੈਂ ਕਿਹੜਾ ਕੋਈ ਖਰੀਦਿਆ ਏ ਇਹ ਘਰ, ਕਿਰਾਏ ਤੇ ਹੀ ਤਾਂ ਲਿਆ ਏ। ਉਹਨਾਂ ਕਿਹਾ, ਲੈ ਹੈ ਤੇ ਨਵਾਂ ਘਰ, ਸੁਲੱਖਣਾ ਹੋਵੇ, ਸੁੱਖਾਂ ਨਾਲ ਰਵੋ ਇਹਦੇ ਵਿੱਚ, ਅਸੀਂ ਤਾਂ ਅਸੀਸਾਂ ਲੁਟਾਉਣ ਆਈਆਂ ਵਾਂ, ਆਪਣਾ ਹੱਕ ਤੇ ਲੈ ਕੇ ਹੀ ਜਾਵਾਂਗੀਆਂ। ਮੈਂ ਹੱਸ ਕੇ ਕਿਹਾ, ਫਿਰ ਲੰਘ ਆਓ ਅੰਦਰ, ਨਵੇਂ ਘਰ ਵਿੱਚ ਮੇਰੇ ਨਾਲ ਬਹਿ ਕੇ ਚਾਹ ਪੀਓ, ਫਿਰ ਵੇਖਨੇ ਆ ਕੀ ਲੱਭਦਾ ਏ ਤੁਹਾਨੂੰ ਦੇਣ ਵਾਸਤੇ। ਉਹਨਾਂ ਬੇਯਕੀਨੀ ਜਿਹੀ ਨਾਲ ਮੇਰੇ ਵੱਲ ਝਾਕਿਆ, ਇੱਕ ਦੂਜੀ ਦੇ ਮੂੰਹ ਵੱਲ ਵੇਖਿਆ ਕਿ ਕੀ ਕਰੀਏ ਹੁਣ ਇਸ ਝੱਲੀ ਔਰਤ ਦਾ। ਬਈ ਚਾਹ ਤੇ ਪੀਣੀ ਹੀ ਪਵੇਗੀ, ਪਹਿਲੀ ਵਾਰੀ ਘਰ ਆਏ ਪ੍ਰਾਹੁਣਿਆਂ ਨੂੰ ਅਸੀਂ ਸੁੱਚੇ ਮੂੰਹ ਨਹੀਂ ਭੇਜਦੇ ਹੁੰਦੇ। ਚਾਹ ਪੀਂਦਿਆਂ ਰਿਸ਼ਤਿਆਂ ਦਾ ਠਾਰ ਪਿਘਲ ਗਿਆ। ਕਾਰੋਬਾਰੀ ਠਾਰ ਪਿਘਲਿਆ ਤਾਂ ਉਹ ਹੱਸਣ ਲੱਗੀਆਂ। ਘਰਾਂ ਦੇ ਅੰਦਰ ਤੇ ਸਾਨੂੰ ਕੋਈ ਵਾੜਦਾ ਹੀ ਨਹੀਂ, ਵਧਾਈਆਂ ਦੇਣ ਵਾਸਤੇ ਦਰਵਾਜ਼ਿਆਂ ਦੀਆਂ ਮੁਹਾਠਾਂ ਤੋਂ ਬਾਰ-ਬਾਰ ਅਸੀਂ ਠੀਕ ਹਾਂ, ਉੱਥੋਂ ਵੀ ਲੋਕੀ ਬਸ ਸਾਨੂੰ ਭਜਾਉਣ ਦੀ ਕੋਸ਼ਿਸ਼ ਕਰਦੇ ਨੇ, ਛੇਤੀ ਤੋਂ ਛੇਤੀ ਗਲੋਂ ਲਾਉਣ ਦੀ। ਘਰਾਂ ਦੇ ਅੰਦਰ ਸਾਡਾ ਪਰਛਾਵਾਂ ਵੀ ਨੈਸ਼ ਸਮਝਿਆ ਜਾਂਦਾ ਏ। ਉਹ ਹੱਸ ਰਹੀਆਂ ਸਨ, ਭੱਠੀ ਵਿੱਚ ਤਿੜਕਦੇ ਮਕਈ ਦੇ ਦਾਣਿਆਂ ਵਾਂਗੂ ਝਟਕ ਰਹੀਆਂ ਸਨ। ਸਾਰੀ ਤਪਸ਼ ਆਪਣੇ ਪਿੰਡਿਆਂ ਤੇ ਬਰਦਾਸ਼ਤ ਕਰਕੇ ਖਿੜਖਿੜ ਹੱਸ ਸਕਣਾ, ਇਹਦੇ ਵਾਸਤੇ ਬਹੁਤ ਸਾਰਾ ਜ਼ਬਤ, ਬਹੁਤ ਸਾਰੀ ਮੁਸ਼ੱਕਤ, ਬਹੁਤ ਸਾਰਾ ਰਿਆਜ਼ ਦਰਕਾਰ ਹੁੰਦਾ ਹੋਵੇਗਾ, ਨਹੀਂ? ਮਰਦਾਵੀਆਂ ਆਵਾਜ਼ਾਂ, ਮਰਦਾਵੇਂ ਚਿਹਰਿਆਂ ਤੇ ਜ਼ਨਾਨੇ ਕੱਪੜਿਆਂ ਵਿੱਚ ਲਿਪਟੇ ਕੁਦਰਤ ਦੇ ਮਖੌਲ ਨੂੰ ਉਹ ਹੱਸ-ਹੱਸ ਕੇ, ਗੌਂ-ਗੌਂ ਕੇ ਦਰਗੁਜ਼ਰ ਕਰਦੀਆਂ ਰਹਿੰਦੀਆਂ ਹੋਣਗੀਆਂ, ਰੱਬ ਨੂੰ ਮੁਆਫ਼ ਕਰਦੀਆਂ ਹੋਈਆਂ। ਬੜੇ ਜਿਗਰੇ ਵਾਲੇ ਹੁੰਦੇ ਨੇ ਉਹ ਲੋਕ ਜਿਹੜੇ ਇਸ ਤਰ੍ਹਾਂ ਹੱਸ ਸਕਦੇ ਨੇ, ਇਸ ਤਰ੍ਹਾਂ ਕਾਦਰ ਨੂੰ ਤੇ ਉਹਦੀ ਗੜਬੜਾਈ ਕੁਦਰਤ ਨੂੰ ਹੱਸ ਕੇ ਮਾਫ਼ ਕਰ ਸਕਦੇ ਨੇ। ਮੈਂ ਕਿਹਾ, ਘਰੋਂ ਘਰੀ ਜਾ ਕੇ ਮੰਗਣ ਨਾਲੋਂ ਕਿਧਰੇ ਇੱਕ ਥਾਵੇਂ ਕੋਈ ਕੰਮ ਕਰ ਲੈਣਾ ਸੌਖਾ ਨਹੀਂ? ਉਹਨਾਂ ਕਿਹਾ, ਇੰਜ ਵੀ ਕਦੇ ਹੋਇਆ ਏ। ਇਸ ਜੂਨੇ ਪੈਣ ਦਾ ਮਤਲਬ ਹੀ ਇਹੀ ਏ ਕਿ ਇਹੀ ਕਸਬ ਕਰੋ, ਲੋਕਾਂ ਦੀਆਂ ਖੁਸ਼ੀਆਂ ਵੇਲੇ ਹਾਜ਼ਰ ਹੋ ਜਾਓ ਤੇ ਵਧਾਈਆਂ ਦਿਓ, ਹੱਸੋ ਖੇਡੋ ਤੇ ਉਹਨਾਂ ਨੂੰ ਹਸਾਓ। ਯਾਨੀ ਲੋਕਾਂ ਨੂੰ ਹਸਾਓ ਖਿਡਾਓ ਤੇ ਤੁਸੀਂ ਆਪ? ਅਸੀਂ ਵੀ ਹੱਸਦੀਆਂ ਖੇਡਦੀਆਂ ਹੀ ਆ ਕਿ?
ਨਹੀਂ, ਉਂਝ ਕਦੇ ਦਿਲ ਨਹੀਂ ਕਰਦਾ ਕੁਝ ਹੋਰ ਕਰਨ ਤੇ, ਘਰ ਵਿੱਚ ਰਹਿਣ ਤੇ, ਇੱਕ ਥਾਵੇਂ ਨਿੱਠ ਕੇ ਬਹਿਣ ਤੇ। ਘਰ ਹੈ ਵੇ, ਕਿਉਂ ਨਹੀਂ, ਸਾਡਾ ਵੀ ਘਰ ਹੈ ਵੇ, ਇਕੱਠੀਆਂ ਰਹਿਣੀਆਂ ਵਾ। ਇੱਕ ਬਜ਼ੁਰਗ ਸਾਡੇ ਗੁਰੂ ਨੇ, ਅਸੀਂ ਵੀ ਆਪਣੇ ਘਰ ਰੋਟੀਆਂ ਪਕਾਨੀਆਂ ਵਾਂ, ਬੌਕਰਾਂ ਦੇਣੀਆਂ ਵਾਂ, ਬਜ਼ੁਰਗ ਗੁਰੂ ਨੂੰ ਘੁੱਟਦੀਆਂ ਦੱਬਦੀਆਂ ਮਾਲਿਸ਼ ਕਰਨੀਆਂ ਵਾਂ। ਮੇਰੇ ਕੋਲ ਰਹੇਗੀ ਕੋਈ ਤੁਹਾਡੇ ਵਿੱਚੋਂ ਇਸ ਘਰ ਦਾ ਜੀ ਬਣ ਕੇ, ਉਹੀ ਰੋਟੀ ਪਕਾਣੀ, ਘਰ ਸਾਫ਼ ਰੱਖਣਾ, ਕੱਪੜੇ ਧੋਣੇ ਤੇ ਗੁਰੂ ਦੀ ਥਾਵੇਂ ਸਾਡੇ ਸਿਰਾਂ ਪੈਰਾਂ ਦੀ ਮਾਲਿਸ਼ ਕਰਨੀ। ਅਸੀਂ 3 ਆ ਤੇ ਇੱਕ ਸਾਡਾ ਛੋਟਾ ਜਿਹਾ ਕੁੱਤਾ ਹੋਵੇਗਾ। ਅਜੇ ਤੇ ਰੱਖਿਆ ਨਹੀਂ, ਕਿਉਂਕਿ ਪਹਿਲੋਂ ਘਰ ਹੀ ਬੜਾ ਛੋਟਾ ਸੀ, ਹੁਣ ਰੱਖਾਂਗੇ। ਕਾਲਾ ਕੁੱਤਾ ਰੱਖਿਆ ਜੇ, ਉਹਨਾਂ ਕਿਹਾ। ਕਿਉਂ? ਕਾਲਾ ਹੀ ਕਿਉਂ? ਚੰਗਾ ਸ਼ਗਨ ਹੁੰਦਾ ਏ। ਜਿਹਨੂੰ ਵੀ ਪਿਆਰ ਕਰੀਏ ਉਹ ਚੰਗੇ ਸ਼ਗਨਾਂ ਵਾਲਾ ਹੀ ਹੋ ਜਾਂਦਾ ਏ, ਨਹੀਂ? ਉਹ ਹੱਸਦੀਆਂ ਰਹੀਆਂ। ਹੁਣ ਬੋਲੋ, ਮੇਰੀ ਗੱਲ ਦਾ ਜਵਾਬ ਦਿਓ, ਰਵੇਗੀ ਕੋਈ ਮੇਰੇ ਕੋਲ? ਸਾਨੂੰ ਕੌਣ ਰੱਖਦਾ ਏ ਜੀ ਘਰ? ਘਰ ਦੇ ਅੰਦਰ ਹੀ ਨਹੀਂ ਕੋਈ ਵਾੜਦਾ। ਲੋਕਾਂ ਨੂੰ ਵਧਾਈਆਂ ਦੇ ਕੇ, ਉਹਨਾਂ ਦੇ ਸ਼ਗਨ ਮਨਾ ਕੇ, 100-100 ਅਸੀਸਾਂ ਦੇ ਕੇ ਬੂਹਿਆਂ ਦੀਆਂ ਮੁਹਾਠਾਂ ਤੋਂ ਹੀ ਮੁੜ ਜਾਂਦੀਆਂ ਵਾਂ। ਮੁਹਾਠਾਂ ਤੋਂ ਬਾਹਰ ਹੀ ਏ ਸਾਡਾ ਵਸੇਬਾ। ਮੈਂ ਤੁਹਾਨੂੰ ਇਹਨਾਂ ਮੁਹਾਠਾਂ ਦੇ ਅੰਦਰ ਸੱਦ ਰਹੀ ਹਾਂ, ਬੋਲੋ, ਮਨਜ਼ੂਰ? ਉਹ ਚੁੱਪ ਰਹੀਆਂ, ਇੱਕ ਦੂਜੀ ਵੱਲ ਵੇਖਦੀਆਂ, ਗੁਟਕਦੀਆਂ, ਤਾੜ-ਤਾੜ ਹੱਸਦੀਆਂ, ਲਹਿੰਗੇ ਦੀ ਲੌਣ ਚੁੱਕ-ਚੁੱਕ ਕੇ ਵਿਆਹੀਆਂ ਪਾਟੀਆਂ ਅੱਡੀਆਂ ਨੂੰ ਪਲੋਸਦੀਆਂ। ਮੈਂ ਅੰਦਰੋਂ ਕਰੀਮ ਚੁੱਕ ਲਿਆਈ ਤੇ ਇੱਕ ਵਿਆਹੀਆਂ ਪਾਟਿਆ ਪੈਰ ਉਰਾਂ ਕਰਕੇ ਮਲਣ ਲੱਗੀ। ਤੁਸੀਂ ਰਹਿਣ ਦਿਓ ਜੀ, ਅਸੀਂ ਆਪੇ। ਪਰ ਇਹ ਤੁਹਾਨੂੰ ਕਿਹਨੇ ਕਿਹਾ ਏ ਕਿ ਤੁਸੀਂ ਲੋਕ ਹੋਰ ਕੋਈ ਕੰਮ ਕਰ ਹੀ ਨਹੀਂ ਸਕਦੀਆਂ? ਪਤਾ ਜੇ, ਅਕਬਰ ਦਾ ਵਜ਼ੀਰ ਤੁਹਾਡੇ ਵਿੱਚੋਂ ਹੀ ਸੀ ਤੇ ਉਹਦੀ ਫੌਜ ਦੇ 2 ਜਰਨੈਲ ਵੀ ਤੁਹਾਡੇ ਵਰਗੇ ਸਨ। ਉਹ ਹੈਰਾਨ ਹੋ ਗਈਆਂ। ਹਲਾ ਜੀ, ਵਜ਼ੀਰ? ਫੌਜਾਂ ਦੇ ਜਰਨੈਲ? ਆਹੋ, ਤੇ ਹੋਰ ਕੀ? ਪਰ ਫਿਰ ਜਿਹੜਾ ਵੀ ਕੋਈ ਕਮੀਨਾ ਬੁਜ਼ਦਿਲ ਬੰਦਾ ਹੋਵੇ, ਜਿਹਦੇ ਕੋਲ ਕੋਈ ਵੀ ਜਿਗਰੇ ਵਾਲਾ ਕੰਮ ਕਰਨ ਦਾ ਜਿਗਰਾ ਨਾ ਹੋਵੇ, ਉਹਨੂੰ ਲੋਕੀ ਇਹ ਕਿਉਂ ਕਹਿੰਦੇ ਨੇ? ਉਹ ਤੇ ਹਿਜੜਾ ਏ। ਇਹੋ ਹੀ ਤੇ ਗੱਲ ਏ, ਸਭ ਬੇਸਮਝ ਲੋਕਾਂ ਦੇ ਬਣਾਏ ਟਕੌਂਸਲੇ। ਬਸ ਇੱਕ ਵਾਰੀ ਜਦੋਂ ਕੋਈ ਕਿਸੇ ਬਾਰੇ ਕੋਈ ਮਾੜੀ ਚੰਗੀ ਰਾਏ ਕਾਇਮ ਕਰ ਲੈਂਦੇ ਨੇ, ਜਿਸ ਰਾਏ ਦਾ ਭਾਵੇਂ ਕੋਈ ਸਿਰ ਪੈਰ ਹੀ ਨਾ ਹੋਵੇ, ਉਹ ਕਿਵਦੰਤੀ ਬਣ ਜਾਂਦੀ ਏ। ਹੁਣ ਦੱਸੋ, ਵਿਚਾਰੀਆਂ ਬਿੱਲੀਆਂ ਨੇ ਤਾਂ ਤੁਰਨਾ ਫਿਰਨਾ ਹੀ ਹੋਇਆ, ਘਰਾਂ ਵਿੱਚ ਤੇ ਰਹਿੰਦੀਆਂ ਨਹੀਂ ਪਾਲਤੂ ਕਤੂਰਿਆਂ ਵਾਂਗੂ। ਕੋਈ ਬਿੱਲੀ ਤੁਹਾਡੇ ਸਾਹਮਣੇ ਉਹ ਰਾਹ ਪਾਰ ਕਰ ਗਈ ਤੇ ਲੋਕੀ ਧੋਤੀ ਦਾ ਲੜ ਚੁੱਕ ਕੇ ਵਾਪਸ ਮੁੜ ਜਾਂਦੇ ਨੇ ਕਿ ਹੁਣ ਜਿਸ ਕੰਮ ਚੱਲੇ ਆ ਉਹ ਤੇ ਹੋਣਾ ਨਹੀਂ, ਬਿੱਲੀ ਰਾਹ ਕੱਟ ਗਈ ਹੈ। ਖੈਰ, ਇਹ ਤੇ ਛੋਟੀ ਗੱਲ ਏ। ਤੁਸੀਂ ਦੱਸੋ, ਸਾਰੇ ਸਮਾਜ ਨੂੰ ਜੋ ਬ੍ਰਾਹਮਣਾਂ ਤੇ ਸ਼ੂਦਰਾਂ ਵਿੱਚ ਵੰਡ ਦਿੱਤਾ ਗਿਆ ਏ, ਸ਼ੂਦਰਾਂ ਦਾ ਕੀ ਕਸੂਰ ਏ? ਕੋਈ ਬੱਚਾ ਕਿਹੜੀ ਕੁੱਖ ਵਿੱਚ ਪੈ ਕੇ ਕਿਹਦੀ ਝੋਲੀ ਵਿੱਚ ਜਨਮ ਲੈਂਦਾ ਏ, ਇਹਦੇ ਨਾਲ ਉਹਦੀ ਨਾ ਕੋਈ ਸੋਚ ਜੁੜੀ ਹੁੰਦੀ ਏ ਨਾ ਕੰਮ। ਉਹ ਵਿਚਾਰਾ ਤੇ ਸਿਰਫ ਦੁੱਧ ਵਾਸਤੇ ਤਾਂਘਦਾ ਏ ਤੇ ਮਾਂ ਦੀ ਗੋਦੀ ਦੇ ਨਿੱਘ ਵਾਸਤੇ। ਉਹ ਮਾਂ ਭਾਵੇਂ ਬ੍ਰਾਹਮਣੀ ਹੋਵੇ ਤੇ ਭਾਵੇਂ ਸ਼ੂਦਰਾਣੀ। ਅੱਜ ਵੀ ਲੋਕੀ ਉਹਨਾਂ ਦੇ ਪਰਛਾਵੇਂ ਤੋਂ ਵੀ ਤਰਿੰਦੇ ਨੇ, ਉਹਨਾਂ ਦਾ ਛੋਇਆ ਪਿੱਟ ਜਾਂਦਾ ਏ, ਉਹਨਾਂ ਨੂੰ ਮੰਦਰਾਂ ਵਿੱਚ ਨਹੀਂ ਵੜਨ ਦਿੰਦੇ, ਆਪਣੇ ਖੂਹਾਂ ਤੋਂ ਪਾਣੀ ਨਹੀਂ ਪੀਣ ਦਿੰਦੇ। ਕੋਈ ਸ਼ੂਦਰ ਆਪਣੀ ਜ਼ਮੀਨ ਖਰੀਦ ਕੇ ਵਾਹ ਨਹੀਂ ਸਕਦਾ। ਜੇ ਕੋਈ ਇਤਰਾਜ਼ ਕਰੇ, ਇਸ ਜ਼ੁਲਮ ਦੇ ਖਿਲਾਫ ਆਵਾਜ਼ ਉਠਾਏ ਤਾਂ ਗੋਲੀਆਂ ਨਾਲ ਭੁੰਨ ਦਿੱਤੇ ਜਾਂਦੇ ਨੇ ਟੱਬਰਾਂ ਦੇ ਟੱਬਰ, ਪਿੰਡਾਂ ਦੇ ਪਿੰਡ। ਉਹਨਾਂ ਦੀਆਂ ਤੀਵੀਆਂ ਨਾਲ ਬਲਾਤਕਾਰ ਕਰਨਾ ਹਰ ਉੱਚੀ ਜ਼ਾਤ ਵਾਲਾ ਆਪਣਾ ਹੱਕ ਸਮਝਦਾ ਏ। ਛੋਹਣ ਨਾਲ ਭਿੱਟ ਲੱਗਦੀ ਏ ਇਹਨਾਂ ਉੱਚੀ ਜ਼ਾਤ ਵਾਲਿਆਂ ਨੂੰ, ਪਰ ਨੀਵੀਆਂ ਜ਼ਾਤਾਂ ਦੀਆਂ ਧੀਆਂ ਭੈਣਾਂ ਬੀਵੀਆਂ ਨਾਲ ਬਲਾਤਕਾਰ ਕਰਨ ਨਾਲ ਭਿੱਟ ਨਹੀਂ ਲੱਗਦੀ। ਕਈ ਤੇ ਹੱਸ ਕੇ ਇਹ ਵੀ ਕਹਿੰਦੇ ਨੇ ਕਿ ਚੂੜੀ ਨਾਲ ਸੌਂ ਲਵੋ ਤੇ ਸਾਰੀ ਉਮਰ ਅੱਖਾਂ ਨਹੀਂ ਦੁਖਦੀਆਂ। ਜ਼ੁਲਮ ਦੇ ਇਹ ਕਈ ਚਿਹਰੇ ਨੇ ਪਿਆਰੀਓ। ਤੁਸੀਂ ਕਿਹੜੇ ਚੱਕਰਾਂ ਵਿੱਚ ਪੈ ਕੇ ਆਪਣੇ ਆਪ ਨੂੰ ਦੂਜਿਆਂ ਨਾਲੋਂ ਘਟੀਆ ਸਮਝ ਲਿਆ? ਕਿਸ ਗੱਲੋਂ ਘਟੀਆ ਹੋ ਤੁਸੀਂ? ਇੱਕ ਬੱਚੇ ਹੀ ਤੇ ਨਹੀਂ ਪੈਦਾ ਕਰ ਸਕਦੀਆਂ, ਹੋਰ ਕੀ ਏ? ਇੰਨੀਆਂ ਮੜਾਕ ਕੇ ਗੱਲਾਂ ਬਣਾ ਲੈਂਦੀਆਂ ਹੋ। ਦਿਮਾਗ ਤੇ ਤੁਹਾਡੇ ਫਰੰਟੀਅਰ ਮੇਲ ਵਾਂਗੂ ਚੱਲਦੇ ਨੇ। ਇਹਨਾਂ ਦਿਮਾਗਾਂ ਕੋਲੋਂ ਹੋਰ ਕੰਮ ਵੀ ਤੇ ਲਿਆ ਜਾ ਸਕਦਾ ਏ। ਪੜ੍ਹ ਲਿਖ ਕੇ ਤੁਸੀਂ ਵੀ ਡਾਕਟਰ, ਵਕੀਲ, ਕਲੈਕਟਰ, ਜਰਨੈਲ, ਲਿਖਾਰੀ, ਚਿੱਤਰਕਾਰ, ਗਵਈਏ ਕੁਝ ਵੀ ਬਣ ਸਕਦੀਆਂ ਸੋ। ਹੁਣ ਵੀ ਕੁਝ ਨਹੀਂ ਵਿਗੜਿਆ। ਮੈਂ ਗੱਲਾਂ ਕਰ ਰਹੀ ਸਾਂ ਤੇ ਉਹਨਾਂ ਦਾ ਚਹਿਕਣਾ ਗਾਇਬ ਹੁੰਦਾ ਜਾ ਰਿਹਾ ਸੀ। ਉਦਾਸ ਹੋ ਰਹੀਆਂ ਸਨ ਉਹ। ਇਹੀ ਤੇ ਗੱਲ ਏ, ਕੁਝ ਸਮਝ ਨਾ ਆਵੇ, ਆਪਣੀ ਹੀ ਜ਼ਿੰਦਗੀ ਧੂਏ ਵਿੱਚ ਗੁਜ਼ਰਦੀ ਚਲੀ ਜਾਏ ਤਾਂ ਕੋਈ ਤਕਲੀਫ ਨਹੀਂ ਹੁੰਦੀ। ਤਕਲੀਫ ਉਦੋਂ ਸ਼ੁਰੂ ਹੁੰਦੀ ਏ ਜਦੋਂ ਸਮਝ ਆਉਣੀ ਸ਼ੁਰੂ ਹੁੰਦੀ ਏ। ਸਮਝ ਸਾਡੀ ਚੋਣ ਦੇ ਘੇਰੇ ਨੂੰ ਚੌੜਿਆਂ ਕਰਦੀ ਏ ਤੇ ਇਸੇ ਵਿੱਚੋਂ ਜੱਦੋ-ਜਹਿਦ ਪੈਦਾ ਹੁੰਦੀ ਏ ਤੇ ਬੰਦੇ ਦੇ ਮਨ ਵਿੱਚ ਪੀੜ ਰਿੜਕਣੀ ਸ਼ੁਰੂ ਹੋ ਜਾਂਦੀ ਏ। ਪਰ ਸਾਨੂੰ ਤੇ ਇਹੀ ਦੱਸਿਆ ਗਿਆ ਏ ਕਿ ਰਾਜੇ ਮਹਾਰਾਜੇ ਤੇ ਬਾਦਸ਼ਾਹ ਸਾਨੂੰ ਲੋਕਾਂ ਨੂੰ ਆਪਣੇ ਹਰਮਾਂ ਦੀ ਖਬਰਗੀਰੀ ਰੱਖਣ ਵਾਸਤੇ ਨੌਕਰ ਰੱਖਦੇ ਸਨ ਤਾਂ ਕਿ ਬੇਗਮਾਂ ਦੀ ਹਿਫਾਜ਼ਤ ਵੀ ਰਵੇ ਤੇ ਕਿਸੇ ਬੇਗਮ ਨੂੰ ਸਾਡੇ ਕੋਲੋਂ ਕੋਈ ਉਸ ਤਰ੍ਹਾਂ ਦਾ ਖਤਰਾ ਵੀ ਨਾ ਰਵੇ। ਉਹ ਵੀ ਠੀਕ ਏ, ਪਰ ਸਾਰੇ ਇਤਿਹਾਸ ਵਿੱਚੋਂ ਸਿਰਫ ਇੱਕੋ ਹੀ ਗੱਲ ਦੱਸੀ ਗਈ ਏ ਤੁਹਾਨੂੰ, ਬਾਕੀ ਦੀਆਂ ਮੈਂ ਜੋ ਦੱਸ ਰਹੀ ਹਾਂ। ਨਾਲੇ ਸੋਚੋ, ਇਹ ਤਾਂ ਮਹਿਜ਼ ਕੁਦਰਤ ਦੀ ਜ਼ਰਾ ਕੁ ਘੌਲ ਏ। ਇਸ ਤਰ੍ਹਾਂ ਦੀ ਘੌਲ ਉਦੋਂ ਵੀ ਤੇ ਹੋ ਜਾਂਦੀ ਏ ਜਦੋਂ ਬੱਚੇ ਅੰਨੇ ਜੰਮ ਪੈਂਦੇ ਨੇ, ਲੂਲੇ ਲੰਗੜੇ ਜੰਮ ਪੈਂਦੇ ਨੇ, ਜਾਂ ਫਿਰ ਉਹ ਬੱਚੇ ਜਿਨ੍ਹਾਂ ਦੇ ਦਿਮਾਗ ਦਾ ਬਾਕੀ ਜਿਸਮ ਤੇ ਕੰਟਰੋਲ ਹੀ ਨਹੀਂ ਹੁੰਦਾ। ਨਾ ਉਹਨਾਂ ਦੇ ਸਿਰ ਸਿੱਧੇ ਰਹਿੰਦੇ ਨੇ, ਨਾ ਉਹ ਰੋਟੀ ਦੀ ਗਰਾਹੀ ਆਪਣੇ ਹੱਥ ਨਾਲ ਮੂੰਹ ਵਿੱਚ ਪਾ ਸਕਦੇ ਨੇ, ਨਾ ਸਿੱਧੇ ਬਹਿ ਸਕਦੇ ਨੇ, ਨਾ ਫਿਰ ਤੁਰ ਸਕਦੇ ਨੇ। ਮਾਂ ਪਿਓ ਵਾਸਤੇ ਸਾਰੀ ਜ਼ਿੰਦਗੀ ਦਾ ਸੰਤਾਪ। ਉਹਨਾਂ ਬੱਚਿਆਂ ਦੇ ਸੰਤਾਪ ਦਾ ਤੇ ਅੰਦਾਜ਼ਾ ਹੀ ਨਹੀਂ ਲਾ ਸਕਦਾ ਕੋਈ। ਉਹ ਕਿਉਂਕਿ ਬੋਲ ਨਹੀਂ ਸਕਦੇ, ਇਸ ਕਰਕੇ ਅਸੀਂ ਸੋਚ ਲੈਂਦੇ ਹਾਂ ਕਿ ਉਹ ਕੁਝ ਮਹਿਸੂਸ ਹੀ ਨਹੀਂ ਕਰਦੇ।
ਤੁਸੀਂ ਤਾਂ ਇਹੋ ਜਿਹੀਆਂ ਹਜ਼ਾਰ ਲੱਖਾਂ ਕਰੋੜਾਂ ਜ਼ਿੰਦਗੀਆਂ ਨਾਲੋਂ ਲੱਖਾਂ ਦਰਜੇ ਚੰਗੀਆਂ ਹੋ। ਵਿਗੜਿਆ ਹੀ ਕੀ ਏ ਤੁਹਾਡਾ? ਮੇਰੇ ਨਾਲੋਂ ਤਾਂ ਬਹੁਤਾ ਜ਼ੋਰ ਏ ਤੁਹਾਡੇ ਵਿੱਚ। ਸਿਹਤ ਚੰਗੀ ਏ। ਦੱਸੋ ਹੁਣ ਕਿਹੜੀ ਜਣੀ ਮੇਰੇ ਕੋਲ ਰਹੇਗੀ ਤੇ ਮੇਰੇ ਘਰ ਨੂੰ ਆਪਣਾ ਜਾਣ ਕੇ ਸੰਭਾਲ ਲਵੇਗੀ, ਰੋਟੀ ਪਕਾ ਕੇ ਖਵਾਏਗੀ ਸਾਨੂੰ? ਹਲਾ ਜੀ, ਸੋਚ ਕੇ ਦੱਸਾਂਗੀਆਂ, ਸਲਾਹ ਕਰਾਂਗੀਆਂ। 106 ਹਫ਼ਤਾ ਵੀ ਨਹੀਂ ਸੀ ਗੁਜ਼ਰਿਆ ਕਿ ਬਾਹਰਲੇ ਦਰਵਾਜ਼ੇ ਦੀ ਘੰਟੀ ਵੱਜੀ। ਵੇਲਾ ਦੁਪਹਿਰ ਦਾ ਸੀ। ਸ਼ੁਰੂ ਤੋਂ ਹੀ ਆਪਣੇ ਹੀ ਘਰ ਵਿੱਚ ਡਰ ਕੇ ਰਹਿਣ ਦੀ ਆਦਤ ਪਈ ਹੋਈ ਸੀ। ਜਦ ਤੱਕ ਦਰਵਾਜ਼ੇ ਵਿੱਚ ਲੱਗੀ ਅੱਖ ਵਿੱਚੋਂ ਝਾਕ ਕੇ ਤਸੱਲੀ ਨਾ ਕਰ ਲਈ ਜਾਵੇ, ਬੂਹਾ ਨਹੀਂ ਸੀ ਖੋਲ੍ਹਿਆ ਜਾਂਦਾ। ਰਾਤੀਂ ਸਾਰੀਆਂ ਚਿਟਕਣੀਆਂ ਲਾ ਕੇ ਜੰਦਰੇ ਲਾ ਕੇ ਸੌਂਦੀ ਤੇ ਫਿਰ ਰਾਤੀਂ 2-4 ਵਾਰੀ ਉੱਠ ਕੇ ਸਾਰੀਆਂ ਚਿਟਕਣੀਆਂ ਨੂੰ ਟੋ ਕੇ ਵੇਖਦੀ, ਕਿਉਂਕਿ ਹਮੇਸ਼ਾ ਘਰ ਵਿੱਚ 3 ਔਰਤਾਂ ਇਕੱਲੀਆਂ ਸਾਂ। ਦੋਹਾਂ ਬੱਚੀਆਂ ਦੀ ਇਕੱਲ ਮੇਰੇ ਕਲੇਜੇ ਤੇ ਮਾਊਂਟ ਐਵਰੈਸਟ ਵਾਂਗੂ ਟਿਕੀ ਰਹਿੰਦੀ ਸੀ। ਇਕੱਲ ਯਾਨੀ ਕਿਸੇ ਮਰਦ ਦੇ ਸਿਰ ਤੇ ਨਾ ਹੋਣ ਦਾ ਅਹਿਸਾਸ। ਉਂਝ ਸੋਚਿਆ ਜਾਵੇ ਤਾਂ ਮਰਦ ਹਮੇਸ਼ਾ ਸਿਰ ਤੇ ਹੀ ਕਿਉਂ ਸਮਝਿਆ ਜਾਂਦਾ ਏ? ਸਿਰ ਤੇ ਹੋਵੇ ਤਾਂ ਮਹਿਫੂਜ਼, ਨਾ ਹੋਵੇ ਤਾਂ ਔਰਤ ਉਗੜੀ ਦਹਿਸ਼ਤ ਜ਼ਦਾ। ਖੈਰ, ਦਰਵਾਜ਼ੇ 'ਚ ਲੱਗੀ ਚੋਰ ਅੱਖ ਵਿੱਚੋਂ ਝਾਕਿਆ। ਇੱਕ ਮਧਰੇ ਜਿਹੇ ਕੱਦ ਦਾ ਬੰਦਾ, ਸਾਂਵਲਾ ਜਿਹਾ, ਚਿਹਰੇ ਤੇ ਮਾਤਾ ਦੇ ਦਾਗ, ਜਿਵੇਂ ਸੁੱਕੀ ਮਿੱਟੀ ਤੇ ਪਾਣੀ ਦੀ ਫੂਹਰ ਜਿਹੀ ਤਰੌਂਕੀ ਹੋਵੇ। ਨੀਲੀ ਪਤਲੂਨ ਤੇ ਲਾਲ ਟੀ-ਸ਼ਰਟ, ਹੱਥ ਵਿੱਚ ਖਾਸਾ ਵੱਡਾ ਤੇ ਭਾਰਾ ਥੈਲਾ। ਮੈਂ ਸੰਗਲੀ ਅੜਾ ਕੇ ਦਰਵਾਜ਼ੇ ਦੀ ਝੀਤ ਖੋਲ੍ਹੀ। ਕੀ ਕੰਮ ਏ? ਉਹ ਮੁਸਕਰਾਇਆ। ਪੀਲੇ ਜਿਹੇ ਤਮਾਕੂ ਵਾਲੇ ਦੰਦ, ਹਚਕੋਲਾ ਜਿਹਾ ਖਾ ਕੇ ਬੋਲਿਆ, ਨਹੀਂ ਪਛਾਣਿਆ? ਉਹਦੇ ਠੁਮਕੇ ਤੋਂ, ਜਿਸਮ ਦੀ ਅਜੀਬ ਜਿਹੀ ਹਲਕੀ ਹਿਲੋਰ ਤੋਂ, ਗੁੰਦਵੀਂ ਆਵਾਜ਼ ਤੋਂ, ਆਵਾਜ਼ ਵਿਚਲੇ ਲਟਕਾਅ ਤੋਂ ਪਛਾਣ ਲਿਆ ਮੈਂ। ਝੱਟ ਦਰਵਾਜ਼ਾ ਖੋਲ੍ਹ ਦਿੱਤਾ। ਜਦੋਂ ਉਹ ਉਸ ਝੁੰਡ ਵਿੱਚ ਸੀ ਜਿਨ੍ਹਾਂ ਤੀਵੀਆਂ ਵਾਲੇ ਕੱਪੜੇ ਪਾਏ ਹੋਏ ਸਨ ਤੇ ਮੇਰੇ ਘਰ ਬਹਿ ਕੇ ਗਾਉਂਦੀਆਂ ਰਹੀਆਂ ਸਨ, ਤਾਂ ਮੈਂ ਸਾਰਿਆਂ ਨੂੰ ਜੱਫੀਆਂ ਪਾਉਂਦੀ ਰਹੀ ਸਾਂ। ਪਰ ਹੁਣ ਉਹਨੇ ਮਰਦਾਵੇਂ ਕੱਪੜੇ ਪਾਏ ਹੋਏ ਸਨ। ਜੱਫੀ ਪਾ ਕੇ ਉਹਦਾ ਇਸਤਕਬਾਲ ਨਹੀਂ ਸੀ ਕੀਤਾ ਜਾ ਸਕਦਾ। ਮੈਂ ਹੱਸ ਕੇ ਰਾਹ ਦੇ ਦਿੱਤਾ ਤੇ ਉਹ ਅੰਦਰ ਲੰਘ ਆਇਆ। ਲੰਘਾ ਪਛਾਣ ਲਿਆ ਏ ਮੈਂ। ਉਹ ਇਸ ਤਰ੍ਹਾਂ ਅੰਦਰ ਆਇਆ ਜਿਵੇਂ ਹਮੇਸ਼ਾ ਤੋਂ ਸਾਡੇ ਨਾਲ ਹੀ ਰਹਿੰਦਾ ਰਿਹਾ ਹੋਵੇ, ਬਸ ਕੁਝ ਚਿਰ ਵਾਸਤੇ ਵਾਂਢੇ ਗਿਆ ਮੁੜ ਆਇਆ ਹੋਵੇ। ਨਾਂ ਕਨ੍ਹਈਆ। ਉਹ ਕੋਈ 4 ਕੁ ਵਰ੍ਹੇ ਸਾਡੇ ਨਾਲ ਰਿਹਾ। ਅਜੀਬ ਡਿਵੋਸ਼ਨ ਸੀ ਉਹਦੀ, ਸਾਡੇ ਤੋਂ ਕੁਰਬਾਨ ਜਾਂਦਾ। ਸਾਰੇ ਕਹਿੰਦੇ ਪਿਛਲੇ ਜਨਮ ਦਾ ਕੋਈ ਰਿਸ਼ਤਾ ਏ, ਨਹੀਂ ਤੇ ਅੱਜ ਕੱਲ੍ਹ ਕੌਣ ਕਿਹਦੇ ਵਾਸਤੇ ਇਸ ਤਰ੍ਹਾਂ ਕੁਰਬਾਨ ਹੁੰਦਾ ਰਹਿੰਦਾ ਏ। ਜਦੋਂ ਉਹ ਮਰਦਾਵੇਂ ਕੱਪੜੇ ਪਾ ਲੈਂਦਾ, ਮਰਦਾਂ ਵਾਂਗੂ ਵਾਲ ਵਾਹ ਲੈਂਦਾ, ਤਾਂ ਸਾਨੂੰ ਮਹਿਫੂਜ਼ ਹੋਣ ਦਾ ਅਹਿਸਾਸ ਹੁੰਦਾ। ਆਖਰ ਇੱਕ ਮਰਦ ਹੈ ਸੀ ਘਰ ਵਿੱਚ, ਕਨ੍ਹਈਆ। ਜਦੋਂ ਉਹਦਾ ਦਿਲ ਤੀਵੀਆਂ ਵਾਲੇ ਕੱਪੜੇ ਪਾਉਣ ਤੇ ਕਰਦਾ, ਉਹ ਲਹਿੰਗਾ ਚੋਲੀ ਪਾ ਲੈਂਦਾ, ਸਾੜੀ ਬੰਨ੍ਹ ਲੈਂਦਾ, ਸਲਵਾਰ ਕਮੀਜ਼ ਪਾ ਲੈਂਦਾ, ਵਾਲਾਂ ਦੀਆਂ ਮੇਢੀਆਂ ਗੁੰਦ ਕੇ ਪਿੱਛੇ ਝੂਠ-ਮੂਠ ਦਾ ਜੂੜਾ ਜੋੜ ਲੈਂਦਾ, ਕੱਜਲ ਮਟਕਾ ਕੇ ਲਿਪਸਟਿਕ ਲਾ ਲੈਂਦਾ, ਬਿੰਦੀ, ਸੁਰਖੀ, ਵਾਲੀਆਂ, ਚੂੜੀਆਂ, ਸੰਦੂਰ, ਬਿਛੂਏ, ਸਭ। ਕਹਿੰਦਾ, ਹੁਣ ਮੈਂ ਰਾਧਾ ਵਾਂ। ਜਦੋਂ ਉਹ ਕਨ੍ਹਈਆ ਹੁੰਦਾ, ਅਸੀਂ ਤਿੰਨੇ ਸਿਰਾਂ ਵਿੱਚ ਤੇਲ ਚਸਵਾਉਣੋਂ ਝੱਕਦੀਆਂ। ਜਦੋਂ ਉਹ ਰਾਧਾ ਹੁੰਦਾ, ਅਸੀਂ ਬੇਖਟਕੇ ਉਹਦੇ ਨਾਲ ਬਹਿ ਕੇ ਰੋਟੀ ਖਾਂਦੀਆਂ, ਹੱਸਦੀਆਂ, ਗੱਪਾਂ ਮਾਰਦੀਆਂ, ਮਾਲਸ਼ਾਂ ਕਰਵਾਉਂਦੀਆਂ, ਤੇਲ ਚਸਵਾਉਂਦੀਆਂ। ਜਦੋਂ ਕੈਂਡੀ ਚਲੀ ਗਈ, ਉਹ ਅੱਖਾਂ ਵਿੱਚ ਅੱਥਰੂ ਭਰ ਕੇ ਮੇਰਾ ਸਿਰ ਘੁੱਟਦਾ ਰਹਿੰਦਾ। ਮੈਨੂੰ ਲੱਗਦਾ ਮੇਰੇ ਢਿੱਡ ਵਿੱਚੋਂ ਕੋਈ ਆਂਦਰਾਂ ਦਾ ਰੁੱਗ ਭਰ ਕੇ ਬਾਹਰ ਖਿੱਚ ਰਿਹਾ ਏ। ਮੇਰੇ ਮੁੱਕੇ ਘੜੀ ਮੇਰੇ ਕਲੇਜੇ ਨੂੰ ਘੁੱਟਦੇ। ਉਹ ਤੇਲ ਲੈ ਕੇ ਮੇਰੇ ਢਿੱਡ ਤੇ ਮਲਣ ਲੱਗਦਾ। ਮੈਂ ਰੋਂਦੀ, ਨਹੀਂ, ਉੱਤੇ ਮਲਣ ਨਾਲ ਕੁਝ ਨਹੀਂ ਹੋਣਾ, ਇਹ ਤੇ ਅੰਦਰ ਏ, ਅੰਦਰ। ਕੋਈ 3-4 ਮਹੀਨਿਆਂ ਮਗਰੋਂ ਉਹ ਤੁਰ ਗਿਆ। ਇੰਨਾ ਸਦਮਾ ਕੌਣ ਬਰਦਾਸ਼ਤ ਕਰ ਸਕਦਾ ਏ? ਘਰ ਵਿੱਚ ਜਦੋਂ ਇੰਨੀ ਬਰਫ਼ ਜੰਮ ਗਈ ਹੋਵੇ, ਕੌਣ ਰਹਿ ਸਕਦਾ ਏ ਉਸ ਬਰਫ਼ ਦੇ ਘਰੌਂਦੇ ਵਿੱਚ? ਚਲਾ ਗਿਆ ਉਹ। ਉਂਝ ਅੱਗੇ ਵੀ ਜਾਂਦਾ ਹੁੰਦਾ ਸੀ। ਮਹੀਨੇ 2 ਮਹੀਨਿਆਂ ਮਗਰੋਂ ਜਾਂਦਾ ਸੀ ਆਪਣੇ ਪੁਰਾਣੇ ਘਰ, ਸਹੇਲੀਆਂ ਦੋਸਤਾਂ ਨੂੰ ਮਿਲਣ, ਗੁਰੂ ਨੂੰ ਮਿਲਣ। ਜਦੋਂ ਵਾਪਸ ਆਉਂਦਾ, ਉਹਦੀਆਂ ਅੱਖਾਂ ਸੁਰਖ ਹੁੰਦੀਆਂ। ਪਤਾ ਨਹੀਂ ਕਿਹੋ ਜਿਹੇ ਨਸ਼ੇ ਕਰਕੇ ਆਉਂਦਾ ਸੀ, ਦਾਰੂ, ਅਫੀਮ ਜਾਂ ਹੋਰ ਕੁਝ। ਪਰ ਸਾਡੇ ਘਰ ਉਹਨੇ ਬੀੜੀ ਤੋਂ ਇਲਾਵਾ ਕਦੇ ਕੁਝ ਨਹੀਂ ਸੀ ਵਰਤਿਆ। 2-3 ਦਿਨ ਲਾ ਕੇ ਵਾਪਸ ਆਉਂਦਾ ਤਾਂ ਉਹਦੀਆਂ ਅੱਖਾਂ ਤੋਂ ਇਲਾਵਾ ਸਾਰਾ ਜਿਸਮ ਵੀ ਨਸ਼ਈ ਹੁੰਦਾ। ਤੋਰ ਵਿੱਚ ਹੋਰ ਲਟਕਾ ਹੁੰਦਾ। ਗੱਲ ਕਰਨ ਵੇਲੇ ਲੱਕ ਦਾ ਠੁਮਕਾ ਜ਼ਰਾ ਜ਼ਿਆਦਾ ਹੁੰਦਾ। ਕਦੇ ਬਹੁਤ ਹੱਸਦਾ, ਕਦੇ ਉਦਾਸ ਹੋ ਜਾਂਦਾ। ਹਰ ਵਾਰੀ ਮੈਂ ਕਹਿੰਦੀ, ਬਸ ਅਗਲੀ ਵਾਰੀ ਦੀ ਛੁੱਟੀ ਤੂੰ ਇੱਥੇ ਹੀ ਬਿਤਾਈ। ਰੋਟੀ ਮੈਂ ਪਕਾਵਾਂਗੀ, ਸਫਾਈ ਮੈਂ ਕਰਾਂਗੀ, ਤੂੰ ਛੁੱਟੀ ਮਨਾਈ। ਰਲ ਕੇ ਪਿਕਚਰ ਜਾਵਾਂਗੇ ਅਸੀਂ ਚਾਰੇ, ਰਲ ਕੇ ਗੋਲ ਗੱਪੇ ਖਾਵਾਂਗੇ, ਚਿੜੀਆ ਘਰ ਚੱਲਾਂਗੇ। ਹਰ ਵਾਰੀ ਵਾਅਦਾ ਕਰਦਾ, ਪਰ ਮਹੀਨੇ ਕੁ ਮਗਰੋਂ ਉਹਨੂੰ ਅਚਵੀ ਜਿਹੀ ਹੋਣ ਲੱਗਦੀ ਤੇ ਮੈਂ ਵੀ ਨਾ ਰੋਕਦੀ, ਚਲਾ ਜਾਂਦਾ। ਪਰ ਐਤਕੀ ਜਦੋਂ ਛੁੱਟੀ ਤੇ ਗਿਆ, ਵਾਪਸ ਨਹੀਂ ਪਰਤਿਆ। ਅਸੀਂ ਉਹਦੇ ਕੱਪੜੇ, ਹਾਰ ਹਮੇਲਾਂ, ਬਿੰਦੀਆਂ, ਸੁਰਖੀਆਂ ਕਈ ਚਿਰ ਸਾਂਭੀ ਰੱਖੀਆਂ। 107 ਗ੍ਰੇਟਰ ਕੈਲਾਸ਼ ਵਾਲੇ ਘਰ ਵਿੱਚ ਅਸੀਂ ਤਿੰਨੇ ਖੁਸ਼ ਸਾਂ। ਸਿਰਫ ਮਿਹਨਤ ਜ਼ਿਆਦਾ ਕਰਨੀ ਪੈ ਰਹੀ ਸੀ ਕਿਉਂਕਿ ਖਰਚੇ ਵੱਧ ਗਏ ਸਨ। ਪਰ ਮਿਹਨਤ ਦੀ ਮੈਨੂੰ ਕੋਈ ਪਰਵਾਹ ਨਹੀਂ ਸੀ ਹੁਣ, ਕਿਉਂਕਿ ਮੇਰੀਆਂ ਬੱਚੀਆਂ ਖੁਸ਼ ਸਨ। ਅਰਪਨਾ ਦਾ ਸਕੂਲ ਖਤਮ ਹੋ ਚੁੱਕਾ ਸੀ ਤੇ ਕੈਂਡੀ ਦਾ ਖਤਮ ਹੋਣ ਵਾਲਾ ਸੀ। ਨਵੇਂ ਘਰ ਵਿੱਚ ਅਜੇ ਮਸਾਂ 15 ਦਿਨ ਹੀ ਹੋਏ ਸਨ ਕਿ ਰਾਜ ਦੀ ਮੌਤ ਹੋ ਗਈ, ਜਿਹਦੇ ਬਾਰੇ ਮੈਂ ਦੱਸ ਹੀ ਚੁੱਕੀ ਹਾਂ। ਹੁਣ ਇੱਕ ਨਿਹਾਇਤ ਕਮੀਨੀ ਗੱਲ ਦੱਸਦੀ ਹਾਂ ਤੁਹਾਨੂੰ, ਕਿਉਂਕਿ ਹਰ ਬੰਦੇ ਦੇ ਅੰਦਰ ਕਮੀਨਗੀ ਕਿਤੇ ਨਾ ਕਿਤੇ ਲੁੱਕ ਕੇ ਬੈਠੀ ਹੁੰਦੀ ਏ। ਉਂਝ ਸਵੈ ਜੀਵਨੀ ਲਿਖਣ ਵੇਲੇ ਉਹਨੂੰ ਛੁਪਾ ਲੈਣਾ ਚਾਹੀਦਾ ਏ, ਕਿਉਂਕਿ ਇਹੀ ਦਸਤੂਰ ਏ।
ਪਰ ਫਿਰ ਉਹ ਸਵੈ ਜੀਵਨੀ ਹੀ ਕਾਹਦੀ ਹੋਈ ਜੇ ਉਹਦੇ ਵਿੱਚ ਬਾਹਰਲਾ ਤੇ ਅੰਦਰਲਾ ਸਾਰਾ ਕੂੜਾ ਕਬਾੜਾ ਸ਼ਾਮਲ ਨਾ ਹੋਵੇ। ਨਾਲੇ ਕੀ ਸੱਚ ਸਿਰਫ ਇੱਕੋ ਹੀ ਸੱਚ ਹੁੰਦਾ ਏ ਤੇ ਝੂਠ ਇੱਕੋ ਹੀ ਝੂਠ? ਹਕੀਕਤ ਦਰਅਸਲ ਇਕਹਿਰੀ ਨਹੀਂ ਹੁੰਦੀ, ਇਹਦੀਆਂ ਕਈ ਪਰਤਾਂ ਹੁੰਦੀਆਂ ਨੇ, ਕਈ ਤਹਿਾਂ। ਇਹਦੇ ਪੈਟਰਨ ਤੇ ਟੈਕਸਚਰ ਹਰ ਵੇਲੇ ਬਦਲਦੇ ਰਹਿੰਦੇ ਨੇ, ਪਹਾੜਾਂ ਤੇ ਉੱਡਦੇ ਬੱਦਲਾਂ ਵਾਂਗੂ, ਧੁੰਦ ਵਾਂਗੂ। ਅਸੀਂ ਆਪਣੇ ਖੁੰਡੇ ਅਹਿਸਾਸਾਂ ਨਾਲ ਜਿਹੜੀ ਹਕੀਕਤ ਨੂੰ ਮਹਿਸੂਸ ਕਰਦੇ ਹਾਂ, ਉਹ ਉਹਨਾਂ ਬਹੁਤ ਸਾਰੀਆਂ ਹਕੀਕਤਾਂ ਦਾ ਮਸਾਂ ਕਿੰਗਰਾ ਭਰ ਹੁੰਦੀ ਏ, ਭੋਰਾ ਭਰ। ਉਹਨਾਂ ਹਕੀਕਤਾਂ ਦਾ ਜਿਹੜੀਆਂ ਇੱਕ ਦੂਜੀ ਨੂੰ ਵਲ ਕੇ ਬੈਠੀਆਂ ਹੁੰਦੀਆਂ ਨੇ, ਅੰਦਰ ਤੇ ਬਾਹਰ, ਉੱਤੇ ਤੇ ਹੇਠਾਂ। ਆਮ ਤੌਰ ਤੇ ਅਸੀਂ ਨਟਾਂ ਵਾਂਗੂ ਦੂਜਿਆਂ ਦੇ ਤੈਅਸ਼ੁਦਾ ਪਾਰਟ ਖੇਡਦੇ ਰਹਿੰਦੇ ਹਾਂ। ਅਸੀਂ ਦਰਅਸਲ ਦੂਜਿਆਂ ਦੀਆਂ ਜ਼ਿੰਦਗੀਆਂ ਹੀ ਜਿਉਂਦੇ ਰਹਿੰਦੇ ਹਾਂ। ਰਾਜ ਦੀ ਮੌਤ ਤੋਂ ਮਗਰੋਂ ਮੇਰਾ ਤੈਅਸ਼ੁਦਾ ਰੋਲ ਇਹ ਸੀ ਕਿ ਸਫੈਦ ਸਾੜੀ ਜਾਂ ਸਲਵਾਰ ਕਮੀਜ਼ ਪਾ ਕੇ, ਸਫੈਦ ਭੋਛਣ ਦੀ ਬੁੱਕਲ ਮਾਰ ਕੇ, ਆਪਣੀ ਪੌਣੇ 36 ਵਰ੍ਹਿਆਂ ਦੀ ਦੇਹ ਨੂੰ 60 ਦੀ ਸਮਝ ਕੇ ਪੇਸ਼ ਕਰਾਂ, ਚਿਹਰੇ ਤੇ ਉਜਾੜਪਣ ਦਾ ਨਕਾਬ ਚਾੜ ਕੇ। ਪਰ ਕਮੀਨਗੀ ਦੀ ਗੱਲ ਇਹ ਹੈ ਕਿ ਮੈਨੂੰ ਅਚਾਨਕ ਲੱਗਾ ਇੱਕ ਬਹੁਤ ਵੱਡਾ ਪੱਥਰ ਮੇਰੀ ਛਾਤੀ ਤੋਂ ਖਿਸਕ ਗਿਆ ਸੀ। ਕਿਸੇ ਨੇ ਅਡੋਲ ਚੁੱਕ ਕੇ ਪਰਾਂ ਲੁੜਕਾ ਦਿੱਤਾ ਸੀ ਉਸ ਪੱਥਰ ਨੂੰ, ਤੇ ਮੈਂ ਅਚਾਨਕ ਸਾਬਤ ਸਾਹ ਲੈ ਰਹੀ ਸਾਂ। ਮਹਿਸੂਸ ਹੋਇਆ ਕਿ ਇੰਨੇ ਵਰ੍ਹੇ ਮੈਂ ਸਾਬਤ ਸਾਹ ਹੀ ਨਹੀਂ ਸੀ ਲਿਆ। ਅੱਧਾ ਕੁ ਸਾਹ ਹਮੇਸ਼ਾ ਮੇਰੀ ਛਾਤੀ ਦੀਆਂ ਹਨੇਰੀਆਂ ਗੁਫਾਵਾਂ ਵਿੱਚ ਛਟਪਟਾਉਂਦਾ ਰਿਹਾ ਸੀ। ਅਚਾਨਕ ਲੱਗਾ ਹੁਣ ਸਾਰੇ ਖਤਰੇ ਟਲ ਗਏ ਸਨ। ਲੱਗਾ ਕਿ ਤਮਾਮ ਧਮਕੀਆਂ ਬੱਦਲਾਂ ਵਾਂਗੂ ਪਾਟ ਕੇ ਖਿੱਲਰ ਗਈਆਂ ਸਨ, ਛਾਈ ਮਾਈ ਹੋ ਗਈਆਂ ਸਨ। ਧਮਕੀਆਂ ਕਿ ਉਹ ਮੇਰੀਆਂ ਬੱਚੀਆਂ ਨੂੰ ਅਗਵਾ ਕਰਕੇ ਸਿੰਗਾਪੁਰ ਦੇ ਕਿਸੇ ਕੋਠੇ ਤੇ ਵੇਚ ਦੇਣਗੇ। ਧਮਕੀਆਂ ਕਿ ਉਹ ਕਚਹਿਰੀ ਜਾ ਕੇ ਬੱਚੀਆਂ ਦੀ ਕਸਟਡੀ ਹਾਸਲ ਕਰ ਲੈਣਗੇ। ਕਹਿਣਗੇ, ਮੀ ਲਾਰਡ, ਮੈਂ ਲੱਖਾਂ ਰੁਪਏ ਕਮਾਨਾ, ਮੇਰੀ ਇੱਜ਼ਤ ਏ, ਪੂਰਾ ਪਟੇਲ ਨਗਰ ਮੇਰਾ ਆਦਰ ਕਰਦਾ ਏ, ਤੇ ਇਹ ਕੀ ਏ, ਇੱਕ ਫਟੀਚਰ ਮਾਸਟਰਾਣੀ? ਕੀ ਖਵਾ ਸਕਦੀ ਏ ਮੇਰੀਆਂ ਬੱਚੀਆਂ ਨੂੰ? ਕੀ ਤਰਬੀਅਤ ਦੇ ਸਕਦੀ ਏ ਉਹਨਾਂ ਨੂੰ? ਕਿਸੇ ਕੋਲੋਂ ਪੁੱਛ ਲਓ ਭਾਵੇਂ, ਸਾਰਿਆਂ ਦੀ ਇਹੋ ਹੀ ਰਾਏ ਹੋਵੇਗੀ ਕਿ ਬੱਚੀਆਂ ਨੂੰ ਮੈਂ ਉਹਦੇ ਨਾਲੋਂ ਜ਼ਿਆਦਾ ਪਿਆਰ ਕਰਨਾ। ਟੱਪ ਆਂਸੂ। ਮੈਂ ਤੇ ਜੀ ਨਹੀਂ ਸਕਦਾ ਉਹਨਾਂ ਦੇ ਬਗੈਰ। ਟਪਾ ਟਪ ਅਥਰੂ। ਮੇਰੀਆਂ ਬੇਟੀਆਂ। ਰੁੰਦਿਆ ਹੋਇਆ ਗਲਾ, ਰੁਮਾਲ ਅੱਖਾਂ ਤੇ, ਨੱਕ ਤੇ ਜੱਜ ਕਿਉਂਕਿ ਮਰਦ ਹੋਵੇਗਾ, ਰਾਜ ਦੀ ਹੀ ਗੱਲ ਮੰਨੇਗਾ, ਜ਼ਾਹਰ ਏ। ਧਮਕੀਆਂ ਕਿ ਉਹ ਮੈਨੂੰ ਇੰਨਾ ਬਦਨਾਮ ਕਰ ਦੇਣਗੇ ਕਿ ਮੇਰੀਆਂ ਬੇਟੀਆਂ ਨੂੰ ਵੀ ਮੇਰੇ ਕਰਕੇ ਸ਼ਰਮ ਆਇਆ ਕਰੇਗੀ। ਧਮਕੀਆਂ ਕਿ ਵੇਖਾਂਗਾ ਕੱਲ ਨੂੰ ਕੌਣ ਵਿਆਹ ਕਰਵਾਉਂਦਾ ਏ ਇਹਨਾਂ ਨਾਲ, ਕਿਹੜਾ ਟੱਬਰ ਝੱਲਦਾ ਏ ਇਹਨਾਂ ਨੂੰ। ਅੱਗੇ ਕੋਈ ਪੁੱਛਦਾ ਸੀ ਕਿ ਕਿੱਥੇ ਰਹਿੰਦੀ ਏ? ਹੋਸਟਲ। ਹੋਸਟਲ? ਹੋਸਟਲ। ਤੇਰੀਆਂ ਕੁੜੀਆਂ ਦਾ ਨਹੀਂ, ਤੇਰਾ ਪੁੱਛ ਰਹੇ ਆਂ। ਮੇਰਾ? ਮੇਰਾ ਕੀ? ਕਿ ਤੂੰ ਕਿੱਥੇ ਰਹਿੰਦੀ ਏ? ਹੋਸਟਲ 'ਚ ਰਹਿੰਦੀ ਆਂ। ਹੋਸਟਲ? ਯਾਨੀ ਵਰਕਿੰਗ ਗਰਲਜ਼ ਹੋਸਟਲ। ਤੇ ਕੁੜੀਆਂ? ਸ਼ਿਮਲੇ। ਸਕੂਲ ਏ? ਸਕੂਲ ਵੀ, ਹੋਸਟਲ ਵੀ। ਪਰ ਤੇਰੇ ਹਸਬੈਂਡ? ਲੱਗਦਾ ਸੀ ਜਿਵੇਂ ਚੁਰਾਹੇ ਵਿੱਚ ਮੇਰੇ ਕੱਪੜੇ ਵਲੂੰਧਰੇ ਜਾ ਰਹੇ ਹੋਣ। ਕ੍ਰਿਸ਼ਨ ਤਾਂ ਕਿਸੇ ਹੋਰ ਯੁੱਗ ਵਿੱਚ ਹੁੰਦਾ ਸੀ ਜਿਹਨੇ ਦ੍ਰੋਪਦੀ ਨੂੰ ਨੰਗਿਆ ਨਹੀਂ ਸੀ ਹੋਣ ਦਿੱਤਾ। ਸਮਝ ਨਹੀਂ ਸੀ ਆਉਂਦੀ ਹੁੰਦੀ ਕਿ ਕੀ ਜਵਾਬ ਦਿਆਂ। ਇਹ ਕਿਹੋ ਜਿਹਾ ਸਵਾਲ ਸੀ ਜਿਹਦਾ ਕੋਈ ਜਵਾਬ ਹੈ ਹੀ ਨਹੀਂ ਸੀ। ਪਤੀ? ਕੀ ਪਤੀ ਉਹੀ ਹੁੰਦਾ ਏ ਜਿਹਨੇ ਤੁਹਾਡੇ ਨਾਲ 4 ਫੇਰੇ ਲਏ ਹੋਣ ਤੇ ਮਨਜ਼ੂਰਸ਼ੁਦਾ ਸੈਂਕਟੀਫਾਈਡ ਤਰੀਕੇ ਨਾਲ ਤੁਹਾਡੇ ਜਿਸਮ ਤੇ ਕਬਜ਼ਾ ਕੀਤਾ ਹੋਵੇ? ਕੀ ਪਤੀ ਉਹੀ ਹੁੰਦਾ ਏ ਜਿਹਦੇ ਨਾਲ ਕੁੱਲ ਮਿਲਾ ਕੇ 3-4 ਮਿੰਟ ਹਮ ਬਿਸਤਰੀ ਕੀਤੀ ਹੋਵੇ 13 ਵਰ੍ਹਿਆਂ ਵਿੱਚ? ਪਤੀ ਉਹੀ ਹੁੰਦਾ ਏ ਜਿਹੜਾ ਤੁਹਾਡੇ ਬੱਚਿਆਂ ਦਾ ਪਿਓ ਹੋਵੇ, ਯਾਨੀ ਜਿਹਨੇ ਕੁੱਖ ਵਿੱਚ ਜ਼ਬਰਦਸਤੀ ਆਪਣਾ ਬੀਜ ਪਾ ਦਿੱਤਾ ਹੋਵੇ। ਇਸੇ ਕਰਕੇ ਸਮਝ ਨਹੀਂ ਸੀ ਆਉਂਦੀ ਹੁੰਦੀ ਕਿ ਕੀ ਜਵਾਬ ਦਿਆਂ। ਝੂਠ ਬੋਲਿਆ ਹੀ ਨਹੀਂ ਸੀ ਜਾਂਦਾ ਮੇਰੇ ਕੋਲੋਂ, ਤੇ ਸੱਚ ਦੀ ਕਹਾਣੀ ਕਹਿਣ ਲਈ ਨਾ ਮੇਰੇ ਕੋਲ ਲਫ਼ਜ਼ ਸਨ, ਨਾ ਹੀ ਮੈਨੂੰ ਜਾਚ ਆਉਂਦੀ ਸੀ ਲੋਕਾਂ ਨੂੰ ਆਪਣੀਆਂ ਕਹਾਣੀਆਂ ਸੁਣਾਉਣ ਦੀ। ਇੱਥੇ ਹੀ ਨੇ। ਇਹ ਵੀ ਤਾਂ ਕਿਹਾ ਜਾ ਸਕਦਾ ਸੀ ਫੌਜ ਵਿੱਚ ਨੇ, ਨਾਨ ਫੈਮਿਲੀ ਸਟੇਸ਼ਨ ਤੇ, ਜਾਂ ਕਿ ਵਲੈਤ ਗਏ ਹੋਏ ਨੇ, ਜਾਂ ਕਿ ਹੋਰ ਵਿਆਹ ਕਰ ਲਿਆ ਏ ਉਹਨਾਂ ਨੇ, ਜਾਂ ਕਿ ਸਾਡਾ ਡਾਈਵੋਰਸ ਹੋ ਚੁੱਕਾ ਏ। ਕਿਉਂਕਿ ਸੱਚ ਇਹ ਸੀ ਕਿ ਉਹ ਕਿਧਰੇ ਗਏ ਨਹੀਂ ਸਨ ਹੋਏ, ਦਿੱਲੀ ਵਿੱਚ ਹੀ ਸਨ, ਰਹਿ ਰਹੇ ਸਨ ਕਿਸੇ ਹੋਰ ਨਾਲ, ਪਰ ਵਿਆਹ ਨਹੀਂ ਸੀ ਕੀਤਾ ਉਹਦੇ ਨਾਲ। ਅਸੀਂ ਵੱਖਰੇ ਰਹਿ ਰਹੇ ਸਾਂ ਪਰ ਤਲਾਕ ਨਹੀਂ ਸੀ ਹੋਇਆ ਸਾਡਾ। ਕਿੱਥੇ? ਪਟੇਲ ਨਗਰ। ਕੀ ਕਰਦੇ ਨੇ? ਡਾਕਟਰ ਨੇ। ਫੇਰ? ਇਸੇ ਫੇਰ ਦਾ ਫੇਰ ਸੀ ਸਾਰਾ। ਮੇਰਾ ਸਾਰਾ ਜਿਸਮ ਤੇ ਸਾਰੀ ਰੂਹ ਰਿੜਕੀ ਜਾਂਦੀ ਜਦੋਂ ਮੈਂ ਕਹਿੰਦੀ, ਅਸੀਂ ਵੱਖਰੇ ਰਹਿ ਰਹੇ ਹਾਂ। ਇਸ ਤੋਂ ਮਗਰੋਂ ਆਉਣ ਵਾਲੀ ਸਵਾਲਾਂ ਦੀ ਗੜੇਮਾਰ ਹੇਠਾਂ ਮੈਂ ਸਿਮਟਦੀ ਚਲੀ ਜਾਂਦੀ। ਪਰ ਹੁਣ ਤਾਂ ਮੈਂ ਨਿਧੜਕ ਬੇਖਟ ਕੇ ਕਹਿ ਸਕਦੀ ਸਾਂ ਕਿ ਮੈਂ ਬੇਵਾ ਹਾਂ। ਐਂਡ ਯੋਰ ਹਸਬੈਂਡ? ਹੀ ਇਜ਼ ਡੈਡ। ਅੱਖਾਂ ਨੀਵੀਆਂ, ਗੰਭੀਰ ਸ਼ਕਲ, ਅਫਸੁਰਦਾ ਲਹਿਜਾ, ਕਿਉਂਕਿ ਇਹੀ ਤਕਾਜ਼ਾ ਹੁੰਦਾ ਏ, ਇਹੀ ਤਵੱਕੋ ਰੱਖੀ ਜਾਂਦੀ ਏ ਇੱਕ ਵਿਧਵਾ ਔਰਤ ਕੋਲੋਂ। ਓਹ ਆਈ ਐਮ ਸੌਰੀ। ਝੰਜਟ ਖਤਮ। ਹੁਣ ਤਾਂ ਮੇਰੀ ਪੋਜੀਸ਼ਨ ਹੀ ਬਦਲ ਗਈ ਸੀ ਨਾ। ਪਹਿਲੋਂ ਵੀ ਤਾਂ ਇਕੱਲੀ ਰਹਿ ਰਹੀ ਸਾਂ, ਪਰ ਉਦੋਂ ਇੰਜ ਲੱਗਦਾ ਸੀ ਜਿਵੇਂ ਲੋਕਾਂ ਦੇ ਸਵਾਲਾਂ ਤੇ ਸ਼ੱਕਾਂ ਨਾਲ ਘਿਰੀ ਹੋਈ ਹਾਂ। ਹਰ ਵੇਲੇ ਡਰੀ ਸਹਿਮੀ, ਲੋਕਾਂ ਦੇ ਸਵਾਲਾਂ ਤੇ ਨਜ਼ਰਾਂ ਤੋਂ ਬਚਦੀ।
ਹੁਣ ਵੀ ਇਕੱਲੀ ਹੀ ਰਹਿ ਰਹੀ ਸਾਂ, ਪਰ ਹੁਣ ਇਸ ਇਕੱਲਿਆਂ ਰਹਿਣ ਦੀ ਮਾਕੂਲ ਵਜ੍ਹਾ ਮੌਜੂਦ ਸੀ। ਵਿਚਾਰੀ ਇੱਕ ਬੇਵਾ ਔਰਤ 2 ਬੱਚਿਆਂ ਨੂੰ ਲੈ ਕੇ ਇਕੱਲੀ ਰਹਿ ਰਹੀ, ਪਿਓ ਤੋਂ ਬਿਨਾਂ ਬੱਚਿਆਂ ਨੂੰ ਪਾਲ ਰਹੀ, ਮਿਹਨਤ ਮੁਸ਼ੱਕਤ ਕਰਕੇ। ਇਹ ਨਹੀਂ ਕਿ ਮੈਂ ਵਿਚਾਰੀ ਅਖਵਾਉਣਾ ਚਾਹੁੰਦੀ ਸਾਂ ਜਾਂ ਇਹ ਚਾਹੁੰਦੀ ਸਾਂ ਕਿ ਕੋਈ ਮੈਨੂੰ ਵਿਚਾਰੀ ਸਮਝੇ। ਮੈਂ ਕਿੱਥੇ ਸਾਂ ਵਿਚਾਰੀ? ਮੈਂ ਤੇ ਜ਼ਿੰਦਗੀ ਦੀ ਜੰਗ ਲੜੀ ਸੀ, ਲੜ ਰਹੀ ਸਾਂ। ਜ਼ਿੰਦਗੀ ਦੇ ਯੁੱਧ ਵਿੱਚ ਇਕੱਲੀ ਲੜ ਰਹੀ ਸਾਂ ਤੇ ਮੁਖਾਲਫ ਸੀ ਇੱਕ ਪੂਰੀ ਫੌਜ। ਪਰ ਇਹ ਜਿਹੜੀ ਕੰਬਖਤ ਜ਼ਿੰਦਗੀ ਹੈ ਨਾ ਸਾਡੀ, ਇਹ ਜਿਵੇਂ ਸ਼ਤਰੰਜ ਦੇ ਚੌਕੋਰ ਖਾਨਿਆਂ ਵਿੱਚ ਵਿਛਾਈ ਜਾਂਦੀ ਹੈ ਸਾਡੇ ਸਾਹਮਣੇ। ਹਰ ਘੜੀ, ਹਰ ਪਲ, ਤਾਉਮਰ, ਪੂਰੀ ਹਯਾਤੀ। ਹਰ ਖਾਨੇ 'ਤੇ ਲਿਖਿਆ ਹੁੰਦਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਹੌਲੀ-ਹੌਲੀ ਅਸੀਂ ਲਿਖੀਆਂ ਹਿਦਾਇਤਾਂ ਦੇ ਮੁਤਾਬਕ, ਖੇਡ ਦੀਆਂ ਸਦੀਆਂ ਪਹਿਲੋਂ ਮਿੱਥੀਆਂ ਸ਼ਰਤਾਂ ਦੇ ਮੁਤਾਬਕ ਉਹਨਾਂ ਚੌਕੋਰ ਖਾਨਿਆਂ ਵਿੱਚੋਂ ਪਿਆਦਿਆਂ ਵਾਂਗੂ ਸਰਕਾਂਦੇ ਚਲੇ ਜਾਂਦੇ ਹਾਂ ਆਪਣੇ ਆਪ ਨੂੰ। ਜਾਂ ਸ਼ਾਇਦ ਉਹਨਾਂ ਚੌਕੋਰ ਖਾਨਿਆਂ ਵਿੱਚ ਦੂਜਿਆਂ ਦੀ ਬੋਲੀ ਇਬਾਰਤ ਭਰਦੇ ਚਲੇ ਜਾਂਦੇ ਹਾਂ। ਜੇ ਕਿਧਰੇ ਕੋਈ ਖਾਲੀ ਖਾਨਾ ਨਜ਼ਰ ਆ ਜਾਵੇ ਤਾਂ ਝਟਪਟ ਉਹਦੇ 'ਤੇ ਆਟੇ-ਕਾਟੇ ਮਾਰ ਦਿੰਦੇ ਹਾਂ। ਖੈਰ, ਹੁਣ ਵੱਧ ਤੋਂ ਵੱਧ ਇੰਨੀ ਹੀ ਤਕਲੀਫ ਬਰਦਾਸ਼ਤ ਕਰਨ ਦੀ ਲੋੜ ਸੀ ਕਿ ਵਿਚਾਰਾ ਜਿਹਾ ਮੂੰਹ ਬਣਾ ਕੇ ਕਹਿ ਦਿਆਂ, ਉਹ ਗੁਜ਼ਰ ਗਏ ਨੇ। ਹੁਣ ਨਾ ਕਿਸੇ ਦੇ ਸਵਾਲਾਂ ਦਾ ਡਰ ਸੀ, ਨਾ ਸ਼ੱਕ ਦਾ ਖੌਫ। ਹੁਣ ਤਾਂ ਵੱਧ ਤੋਂ ਵੱਧ ਕੋਈ ਹਮਦਰਦੀ ਹੀ ਕਰ ਸਕਦਾ ਸੀ। ਉਂਝ ਸੋਚਿਆ ਜਾਵੇ ਤਾਂ ਘੱਟ ਤੋਂ ਘੱਟ ਵੀ ਹਮਦਰਦੀ ਹੀ ਤਾਂ ਕਰ ਸਕਦਾ ਸੀ। ਨਾ ਧਮਕੀ, ਨਾ ਧੌਂਸ, ਨਾ ਦਿਨ-ਰਾਤ ਨਾਲ-ਨਾਲ ਤੁਰਨ ਵਾਲਾ ਖੌਫ। ਹੁਣ ਮੈਂ ਵਾਕਈ ਲਿਬਰੇਟਡ ਸਾਂ, ਆਜ਼ਾਦ, ਬੇਫਿਕਰ। ਪਰ ਕੀ ਵਾਕਈ? 108 ਦਾਰਜੀ ਨੂੰ ਜਦੋਂ ਵੀ ਮਿਲਣ ਜਾਂਦੀ ਤਕਰੀਬਨ ਹਰ ਐਤਵਾਰ ਉਹ ਇਹੀ ਕਹਿੰਦੇ, ਡੌਲੀ ਵਾਸਤੇ ਕੋਈ ਮੁੰਡਾ ਲੱਭੀਏ। ਕਦੇ ਆਪੇ ਹੀ ਕਿਸੇ ਦੋਸਤ ਰਿਸ਼ਤੇਦਾਰ ਨਾਲ ਗੱਲ ਕਰਕੇ ਦੱਸਦੇ, ਮੁੰਡਾ ਵਕੀਲ ਏ, ਪਿਓ ਵੀ ਵਕੀਲ ਏ, ਬੜਾ ਮਸ਼ਹੂਰ ਵਕੀਲ ਏ, ਲੱਖਾਂ ਦੀ ਕਮਾਈ ਏ, ਕੋਠੀ ਏ। ਜਾਂ ਮੁੰਡਾ ਡਾਕਟਰ ਏ, ਵਲੈਤ ਜਾਣ ਵਾਲਾ ਏ, ਉਹਦੇ ਮਾਪੇ ਕਹਿੰਦੇ ਨੇ ਵਿਆਹ ਕਰਵਾ ਕੇ ਹੀ ਜਾਏ, ਗੱਲ ਕਰੀਏ। ਗੁਆਂਢ ਵਿੱਚ ਸਹਿਗਲ ਸਾਹਿਬ ਸਨ, ਉਹ ਵੀ ਮੁੰਡੇ ਲੱਭਦੇ ਰਹਿੰਦੇ। ਰਾਜਿੰਦਰ ਸਿੰਘ ਬੇਦੀ, ਮੇਰੇ ਅਜ਼ੀਮ ਦੋਸਤ, ਵੀ ਇੱਕ ਦਿਨ ਇੱਕ ਮੁੰਡਾ ਲੱਭ ਲਿਆਏ। ਉਹਨਾਂ ਦੀ ਬੇਟੀ ਦਾ ਦਿਓਰ ਸੀ। ਮੈਂ ਕਿਹਾ, ਅਜੇ ਨਹੀਂ ਵਿਆਹ ਸ਼ਿਆ ਕਰਨਾ, ਅਜੇ ਤੇ ਉਹ ਪੜ੍ਹੇਗੀ। ਹੁਣੇ ਤੇ ਹਾਲੀ ਸਕੂਲ ਦੀ ਪੜ੍ਹਾਈ ਖਤਮ ਹੋਈ ਹੈ, ਹੁਣੇ ਤੇ ਅਜੇ ਉਹ ਕਾਲਜ ਦਾਖਲ ਹੋਈ ਹੈ। ਕਹਿਣ ਲੱਗੇ, ਵਿਆਹ ਭਾਵੇਂ ਮਗਰੋਂ ਕਰੀ, ਪਰ ਤੈਨੂੰ ਇਹ ਤੇ ਸੋਚਣਾ ਹੀ ਚਾਹੀਦਾ ਹੈ ਕਿ ਪਿਓ ਇਹਨਾਂ ਦੇ ਸਿਰ ਤੇ ਨਹੀਂ। ਜੇ ਕੋਈ ਚੱਜ ਦਾ ਮੁੰਡਾ ਲੱਭਦਾ ਏ ਤਾਂ ਕੁੜਮਾਈ ਕਰ ਦੇਣ ਵਿੱਚ ਕੀ ਹਰਜ ਏ? ਫੇਰ ਉਹ ਘਰ ਦਾ ਹੀ ਮੁੰਡਾ ਏ, ਕੋਈ ਸਵਾਲ ਜਵਾਬ ਨਹੀਂ ਹੋਣਗੇ, ਮੈਂ ਆਪੇ ਸਾਰੀ ਗੱਲ ਠੀਕ ਕਰ ਲਵਾਂਗਾ। ਮੈਂ ਇੰਨਾ ਡਰਦੀ ਸਾਂ ਇਸ ਗੱਲੋਂ ਕਿ ਪਿਓ ਤੋਂ ਬਿਨਾਂ ਇਹਨਾਂ ਕੁੜੀਆਂ ਦਾ ਵਿਆਹ ਹੋ ਵੀ ਸਕੇਗਾ ਕਿ ਨਹੀਂ, ਹੋਵੇਗਾ ਤਾਂ ਕਿਸ ਤਰ੍ਹਾਂ ਹੋਵੇਗਾ। ਅਗਲੇ ਜੇ ਸਵਾਲ ਕਰਨਗੇ ਕਿ ਪਿਓ ਦੀ ਮੌਤ ਤਾਂ ਹੁਣ ਹੋਈ ਏ, ਪਹਿਲੋਂ ਹੀ ਕਿਉਂ ਵੱਖਰੇ ਰਹਿ ਰਹੇ ਸੋ, ਤਾਂ ਕੀ ਜਵਾਬ ਦਿਆਂਗੀ? ਦਾਜ, ਉਹ ਕਿੱਥੋਂ ਆਵੇਗਾ? ਕਿਸ ਤਰ੍ਹਾਂ ਇਹਨਾਂ ਦੇ ਬੇੜੇ ਪਾਰ ਲੱਗਣਗੇ? ਇਹੀ ਤਾਂ ਡਰਾਂਦੇ ਸਨ ਸਾਰੇ। 2-2 ਕੁੜੀਆਂ ਦੀ ਜ਼ਿੰਮੇਵਾਰੀ ਏ ਤੇਰੇ ਸਿਰ ਤੇ, ਇਕੱਲੀ ਕਿਸ ਤਰ੍ਹਾਂ ਇਹਨਾਂ ਦੇ ਬੇੜੇ ਪਾਰ ਲਾਏਂਗੀ? ਛੇਤੀ ਕਰ, ਬਹੁਤ ਵੱਡੀ ਜ਼ਿੰਮੇਵਾਰੀ ਏ। ਅੱਖਾਂ ਮੀਟ ਕੇ ਬੈਠਿਆਂ ਤਾਂ ਨਹੀਂ ਨਾ ਗੁਜ਼ਾਰਾ ਹੋਣਾ। ਜੇ ਕੱਲ ਨੂੰ ਕੋਈ ਉੱਚੀ ਨੀਵੀਂ ਹੋ ਗਈ। ਉੱਚੀ ਨੀਵੀਂ? ਯਾਨੀ ਜੇ ਇਹਨਾਂ ਨੂੰ ਕੋਈ ਅਗਵਾ ਕਰਕੇ ਲੈ ਗਿਆ, ਜੇ ਇਹਨਾਂ ਦਾ ਕਿਸੇ ਨਾਲ ਇਸ਼ਕ ਹੋ ਗਿਆ, ਜੇ ਕੋਈ ਕੁੜੀ ਪ੍ਰੈਗਨੈਂਟ ਹੋ ਗਈ। ਸਾਰੇ ਹੀ ਡਰਾਂਦੇ ਸਨ ਤੇ ਮੈਂ ਡਰਦੀ ਰਹਿੰਦੀ ਸਾਂ। ਡਰਦਿਆਂ ਹੀ 2-3 ਸਾਲ ਲੰਘ ਗਏ। ਡਰਦਿਆਂ ਹੀ ਹਾਮੀ ਭਰ ਦਿੱਤੀ ਜਦੋਂ ਇੱਕ ਵਾਰੀ ਕਿਸੇ ਨੇ ਕਿਹਾ, ਮੇਰਾ ਭਣੇਵਾ ਏ, ਨੇਵੀ ਵਿੱਚ ਏ, ਜੇ ਕਵੇਂ ਤਾਂ। ਉਹ ਲੋਕ ਘਰ ਆਏ। ਅਰਪਣਾ ਨੂੰ ਨਹੀਂ, ਕੈਂਡੀ ਨੂੰ ਪਸੰਦ ਕਰ ਲਿਆ ਮੁੰਡੇ ਨੇ, ਕਿਉਂਕਿ ਕੈਂਡੀ ਦਾ ਕੱਦ ਉਹਦੇ ਮੇਚ ਦਾ ਸੀ, ਅਰਪਣਾ ਲੰਮੀ ਸੀ। ਮੈਂ ਕਿਹਾ, ਛੋਟੀ ਦਾ ਰਿਸ਼ਤਾ ਕਿਸ ਤਰ੍ਹਾਂ ਪੱਕਾ ਕਰ ਦਿਆਂ? ਉਹ ਤੇ ਅਜੇ ਬਹੁਤ ਹੀ ਛੋਟੀ ਏ, ਹੁਣੇ ਤੇ ਅਜੇ ਫ੍ਰੈਂਚ ਲਿਟਰੇਚਰ ਦੇ ਫਸਟ ਈਅਰ ਵਿੱਚ ਦਾਖਲ ਹੋਈ ਏ, JNU ਵਿੱਚ। ਪਰ ਦਾਰ ਜੀ ਨੇ, ਮਾਸੀਆਂ ਨੇ, ਮਾਮਾ ਜੀ ਨੇ, ਆਂਢੀਆਂ ਗੁਆਂਢੀਆਂ ਯਾਨੀ ਸਹਿਗਲ ਸਾਹਿਬ ਨੇ ਇਹੀ ਕਿਹਾ, ਫਾਲਤੂ ਦੀਆਂ ਗੱਲਾਂ ਨੇ ਇਹ, ਛੋਟੀ ਤਾਂ ਛੋਟੀ ਹੀ ਸਹੀ, ਅੱਧਾ ਭਾਰ ਤੇ ਲਵੇਗਾ। ਸਿਆਣੀ ਬਣ, ਪਿਓ ਸਿਰ ਤੇ ਹੈ ਨਹੀਂ, ਤੂੰ ਹੀ ਐਡੇ ਵੱਡੇ ਕੰਮ ਕਰਨੇ ਨੇ। ਕੈਂਡੀ ਵੀ ਮੰਨ ਗਈ, ਕਿਉਂਕਿ ਮੁੰਡੇ ਨੇ ਉਹਨੂੰ ਯਕੀਨ ਦਿਵਾਇਆ ਸੀ ਕਿ ਉਹਦੀ ਪੜ੍ਹਾਈ ਨਹੀਂ ਛੁੱਟੇਗੀ, ਵਿਆਹ ਤੋਂ ਬਾਅਦ ਵੀ ਬੇਸ਼ੱਕ ਪੜ੍ਹਦੀ ਰਵੇ ਉਹ। ਕੈਂਡੀ ਨੇ ਕਿਹਾ, ਫੌਜੀ ਖੁੱਲ੍ਹੇ ਦਿਲ ਦੇ ਹੁੰਦੇ ਨੇ, ਆਮ ਲੋਕਾਂ ਵਾਂਗੂ ਦਕਿਆਨੂਸ ਨਹੀਂ ਹੁੰਦੇ। ਤੁਹਾਡਾ ਭਾਰ ਲਵੇਗਾ ਅੱਧਾ, ਬੇਸ਼ੱਕ ਕਰ ਦਿਓ ਮੇਰਾ ਵਿਆਹ। ਮੇਰੀਆਂ ਬੱਚੀਆਂ ਨੂੰ ਵੀ ਅਹਿਸਾਸ ਸੀ ਕਿ ਉਹ ਭਾਰ ਨੇ। ਇਹ ਕਿਸ ਤਰ੍ਹਾਂ ਹੋ ਗਿਆ? ਮੈਂ ਤੇ ਕਦੇ ਨਹੀਂ ਸੀ ਸੋਚਿਆ ਕਿ ਉਹ ਭਾਰ ਨੇ। ਮੈਂ ਤੇ ਕਦੀ ਨਹੀਂ ਸੀ ਕਿਹਾ ਉਹਨਾਂ ਨੂੰ ਕਿ ਉਹਨਾਂ ਦਾ ਭਾਰ ਏ ਮੇਰੇ ਸਿਰ ਤੇ। ਮੇਰੀਆਂ ਤੇ ਉਹ ਹਮਸਫ਼ਰ, ਦੋਸਤ, ਹਮਰਾਜ਼, ਦੁੱਖ ਸੁੱਖ ਦੀਆਂ ਭਾਈਵਾਲ ਸਨ। ਮੇਰੇ ਤੇ ਉਹ 2 ਖੰਭ ਸਨ ਜਿਨ੍ਹਾਂ ਤੇ ਮੈਂ ਉੱਡਦੀ ਫਿਰਦੀ ਸਾਂ। ਮੇਰੀ ਖਾਲੀ, ਸੱਖਣੀ, ਧੂਆਂ ਜ਼ਿੰਦਗੀ ਦੇ ਉਹੀ ਤੇ 2 ਠੋਸ ਹਾਸਲ ਸਨ। ਇਹੋ ਹੀ ਤਾਂ ਮੈਂ ਕਮਾਇਆ ਸੀ ਇੰਨੇ ਵਰਿਆਂ ਦੀ ਮੁਸ਼ੱਕਤ ਨਾਲ। ਹੁਣ ਤੇ ਉਹ ਸਕੂਲਾਂ ਵਿੱਚੋਂ ਅੱਵਲ ਨੰਬਰ ਤੇ ਪਾਸ ਹੋ ਗਈਆਂ ਸਨ। ਅਰਪਣਾ ਤਾਂ ਪੂਰੇ ਹਿਮਾਚਲ ਵਿੱਚੋਂ ਫਸਟ ਆਈ ਸੀ। ਹੁਣ ਤੇ ਉਹ ਜੋ ਵੀ ਕਰਨਾ ਚਾਹੁਣ ਕਰ ਸਕਦੀਆਂ ਸਨ। ਹੁਣੀ ਤੇ ਅਸੀਂ ਰਲ ਕੇ ਸੈਰ ਕਰਨ ਜਾਣ ਲੱਗੀਆਂ ਸਾਂ, ਪਿਕਚਰਾਂ ਤੇ ਡਰਾਮੇ ਤੇ ਆਰਟ ਐਗਜ਼ੀਬਿਸ਼ਨਾਂ ਵੇਖਣ ਜਾਣ ਲੱਗੀਆਂ ਸਾਂ। ਹੁਣੀ ਤੇ ਰਲ ਕੇ ਆਪਣੀਆਂ ਪੜ੍ਹੀਆਂ ਕਿਤਾਬਾਂ ਦੀਆਂ ਗੱਲਾਂ ਕਰਨ ਲੱਗੀਆਂ ਸਾਂ। ਕਿਤਾਬਾਂ ਵਿੱਚੋਂ ਚੁਣੇ ਟੁਕੜੇ ਇੱਕ ਦੂਜੀ ਨੂੰ ਸੁਣਾਉਣ ਲੱਗੀਆਂ ਸਾਂ। ਹੁਣ ਤੇ ਕਨ੍ਹਈਆ ਦੇ ਹੋਣ ਨਾਲ ਮੈਨੂੰ ਉਹਨਾਂ ਦਾ ਕੋਈ ਫਿਕਰ ਵੀ ਨਹੀਂ ਸੀ ਹੁੰਦਾ ਜਦੋਂ ਮੈਂ ਆਪਣੇ ਕੰਮ ਦੇ ਸਿਲਸਿਲੇ ਵਿੱਚ ਦਿੱਲੀੋਂ ਬਾਹਰ ਜਾਂਦੀ ਸਾਂ।
1-2 ਦਿਨਾਂ ਲਈ ਸਹੀ, ਪਰ ਬਾਹਰ ਜਾਂਦੀ ਤਾਂ ਉਹਨਾਂ ਨੂੰ ਫ਼ੋਨ ਜ਼ਰੂਰ ਕਰਦੀ। ਨਿੱਕੀਆਂ-ਨਿੱਕੀਆਂ ਗੱਲਾਂ ਜਿਨ੍ਹਾਂ ਦੇ ਵੱਡੇ-ਵੱਡੇ ਮਾਇਨੇ ਹੁੰਦੇ ਨੇ। ਹੁਣੇ ਹੀ ਤਾਂ ਸਾਨੂੰ ਲੱਗਣ ਲੱਗਾ ਸੀ ਕਿ ਅਸੀਂ ਤਿੰਨੇ ਆਪਣੇ ਆਪ ਵਿੱਚ ਮੁਕੰਮਲ ਸਾਂ। ਸਾਨੂੰ ਹੋਰ ਕਿਸੇ ਦੀ ਲੋੜ ਨਹੀਂ ਸੀ, ਨਾ ਖਾਵੰਦ ਦੀ, ਨਾ ਪਿਓ ਦੀ। ਹੁਣ ਤੇ ਉਹ ਸਾਰੀ ਡਹਿਸ ਵੀ ਖਤਮ ਹੋ ਚੁੱਕੀ ਸੀ ਜਿਹੜੀ ਉਹਨਾਂ ਦੇ ਪਿਤਾ ਦੇ ਜਿਉਂਦਿਆਂ ਸਾਡੇ ਆਸ-ਪਾਸ ਗਿੱਧਾਂ ਵਾਂਗੂ ਮੰਡਰਾਇਆ ਕਰਦੀ ਸੀ। ਫਿਰ ਇਹ ਭਾਰ ਦਾ ਅਹਿਸਾਸ ਕਿੱਥੋਂ ਆ ਗਿਆ ਸੀ ਉਹਨਾਂ ਦੇ ਜ਼ਿਹਨ 'ਤੇ? ਆਸ-ਪਾਸ ਵਗਦੀ ਹਵਾ ਕੋਲੋਂ? ਕਿਹੋ ਜਿਹੀ ਹਵਾ ਏ ਇਹ ਜਿਹਦੇ ਵਿੱਚ ਅਸੀਂ ਸਾਹ ਲੈਂਦੇ ਹਾਂ ਤੇ ਸਾਨੂੰ ਆਪਣੇ ਆਪ ਸਮਝ ਆਉਂਦੀ ਚਲੀ ਜਾਂਦੀ ਏ ਕਿ ਦੂਜੇ ਸਾਡੇ ਕੋਲੋਂ ਕੀ ਤਵੱਕੋ ਰੱਖਦੇ ਨੇ। ਜ਼ਿੰਦਗੀ ਦੀ ਬਹੁਤ ਵੱਡੀ ਟ੍ਰੈਜੇਡੀ ਏ ਇਹ ਕਿ ਸਾਡੀ ਪੂਰੀ ਜ਼ਿੰਦਗੀ ਬਸ ਇਸੇ ਕੋਸ਼ਿਸ਼ ਵਿੱਚ ਖਰਚ ਹੋ ਜਾਂਦੀ ਏ ਕਿ ਦੂਜਿਆਂ ਦੀਆਂ ਵਾਹੀਆਂ ਲੀਕਾਂ 'ਤੇ ਕਿਸ ਤਰ੍ਹਾਂ ਤੁਰਨਾ ਏ, ਆਪਣਾ ਭਾਰ ਸਾਵਾਂ ਰੱਖਣ ਦੀ ਕੋਸ਼ਿਸ਼ ਕਰਦਿਆਂ ਹੋਇਆਂ, ਹਵਾ ਵਿੱਚ ਅਟਕੇ ਬਾਂਸ 'ਤੇ ਤੁਰਦੇ ਬਾਜ਼ੀਗਰਾਂ ਵਾਂਗੂ। ਇਹੀ ਸੋਚਦਿਆਂ ਕਿ ਸਾਨੂੰ ਕੀ ਕਰਨਾ ਚਾਹੀਦਾ ਏ ਤੇ ਕੀ ਨਹੀਂ, ਕਾਹਦਾ ਤੇ ਕਿਹਦਾ ਖਿਆਲ ਰੱਖਣਾ ਚਾਹੀਦਾ ਏ। ਸਾਡੇ ਵਡੇਰੇ ਕੀ ਕਹਿੰਦੇ ਨੇ, ਸਾਡੇ ਦਾਇਰੇ ਵਿੱਚ, ਸਾਡੇ ਆਰਬਿਟ ਵਿੱਚ ਘੁੰਮਣ ਵਾਲੇ ਲੋਕ ਕੀ ਕਹਿੰਦੇ ਨੇ, ਤਮਾਮ ਉਹ ਲੋਕ ਜਿਹੜੇ ਰਿਸ਼ਤੇਦਾਰ ਹੁੰਦੇ ਨੇ, ਦੋਸਤ ਅਖਵਾਉਂਦੇ ਨੇ, ਆਂਢ-ਗੁਆਂਢ ਵਿੱਚ ਰਹਿੰਦੇ ਨੇ ਤੇ ਸਾਡੇ 'ਤੇ ਨਜ਼ਰ ਰੱਖਦੇ ਨੇ। ਮੂੰਹ ਬੋਲ ਕੇ ਦੱਸਿਆ ਜਾਵੇ ਭਾਵੇਂ ਨਾ ਦੱਸਿਆ ਜਾਵੇ, ਕੁੜੀਆਂ ਕੋਲ ਇੱਕ ਤੀਜੀ ਅੱਖ ਹੁੰਦੀ ਏ, ਇੱਕ ਤੀਜਾ ਕੰਨ ਵੀ ਹੁੰਦਾ ਏ। ਉਹ ਆਪਣੇ ਮਾਹੌਲ ਵਿੱਚੋਂ, ਹਵਾ ਵਿੱਚੋਂ, ਲੋਕਾਂ ਦੀਆਂ ਨਜ਼ਰਾਂ ਵਿੱਚੋਂ ਸਾਰਾ ਕੁਝ ਤੱਕ ਲੈਂਦੀਆਂ ਨੇ, ਸੁੰਘ ਲੈਂਦੀਆਂ ਨੇ, ਸੁਣ ਲੈਂਦੀਆਂ ਨੇ। ਗੁਰਬਤ ਤੇ ਮੁਸ਼ੱਕਤ ਕਰਦੀ ਮਾਂ ਤੇ ਘਰ ਵਿੱਚ ਇਕੱਲਿਆਂ ਹੋਣ ਦਾ ਖੌਫ, ਇਹ ਸਾਰਾ ਕੁਝ ਉਹਨਾਂ ਦੇ ਲਹੂ ਵਿੱਚ ਕਦੋਂ ਗਰਦਿਸ਼ ਕਰਨ ਲੱਗ ਪਿਆ ਹੋਵੇਗਾ, ਮੈਨੂੰ ਪਤਾ ਨਹੀਂ ਲੱਗਾ। ਮੈਂ ਤਾਂ ਉਹਨਾਂ ਨੂੰ ਹਰ ਵੇਲੇ ਚੂਜ਼ਿਆਂ ਵਾਂਗੂ ਖੰਭਾਂ ਹੇਠਾਂ ਲੁਕਾਈ ਫਿਰਦੀ ਸਾਂ। 109 ਪਰ ਨਹੀਂ, ਕਦੇ-ਕਦੇ ਜ਼ਿੰਦਗੀ ਕੋਲੋਂ ਬਹੁਤ ਥੱਕ ਵੀ ਜਾਂਦੀ ਸਾਂ। ਜ਼ਿੰਦਗੀ ਦੀ ਮਾਰ ਖਾ ਕੇ ਨਿਢਾਲ, ਬੇਬਸ, ਮਜਬੂਰ। ਕਦੇ-ਕਦੇ ਬਹੁਤ ਗੁੱਸਾ ਵੀ ਆਉਂਦਾ ਸੀ ਆਪਣੇ ਹਾਲਾਤ 'ਤੇ, ਆਪਣੀਆਂ ਮਜਬੂਰੀਆਂ 'ਤੇ, ਆਪਣੀ ਜ਼ਿੰਦਗੀ 'ਤੇ ਜਿਹੜੀ ਕਿਸੇ ਰੱਸੇ ਪੈੜੇ ਵਿੱਚ ਕਾਬੂ ਹੀ ਨਹੀਂ ਸੀ ਆ ਰਹੀ ਤੇ ਆਪਣੇ ਪਗਲਾਏ, ਅੰਨੀ ਦੌੜ ਵਿੱਚ ਦੌੜਦੇ ਸੁੰਮਾਂ ਹੇਠਾਂ ਮੈਨੂੰ ਹੀ ਮਿੱਧਦੀ ਤੁਰੀ ਜਾਂਦੀ ਸੀ। ਗੁੱਸਾ ਆਉਂਦਾ ਤਾਂ ਉਹਨਾਂ ਵਿਚਾਰੀਆਂ 'ਤੇ ਵੀ ਨਿਕਲਦਾ, ਮਗਰੋਂ ਭਾਵੇਂ ਮੈਂ ਉਹਨਾਂ ਨੂੰ ਬੁੱਕਲ ਵਿੱਚ ਲੈ ਕੇ ਰੋਂਦੀ ਤੇ ਉਹੀ ਮੈਨੂੰ ਚੁੱਪ ਕਰਵਾਉਂਦੀਆਂ ਰਹਿੰਦੀਆਂ। ਬੱਚਿਆਂ ਦੇ ਕੋਮਲ ਮਨਾਂ ਵਿੱਚ ਕਦੋਂ ਕਿਹੜੀ ਛਿਲਤਰ ਚੁੱਭ ਕੇ ਨਾਸੂਰ ਬਣਦੀ ਚਲੀ ਜਾਂਦੀ ਏ, ਕੌਣ ਕਹਿ ਸਕਦਾ ਏ। ਇਹ ਤਾਂ ਹੈ ਹੀ ਕਿ ਪਹਿਲੋਂ ਪਿਓ ਦੇ ਘਰ ਵਿੱਚ ਟਹਿ-ਟਹਿ ਕੇ ਬਲਦੀ ਦਹਿਸ਼ਤ ਵੀ ਉਹਨਾਂ ਨੇ ਹੰਢਾਈ ਸੀ। ਮੇਰੀ ਗੁਰਬਤ ਵੀ ਉਹਨਾਂ ਨੇ ਸਹਾਰੀ ਸੀ। ਮੇਰੀਆਂ ਪਰੇਸ਼ਾਨੀਆਂ, ਮੇਰੀਆਂ ਮਜਬੂਰੀਆਂ, ਮੇਰੀ ਖਿੱਝ, ਮੇਰੇ ਸਾਹਾਂ ਵਿੱਚ ਖੌਲਦਾ ਗੁੱਸਾ ਤੇ ਅੰਤਾਂ ਦੀ ਥਕਾਵਟ, ਸਾਰਾ ਕੁਝ ਚੁੱਪ-ਚਾਪ ਉਹਨਾਂ ਨੇ ਵੀ ਝੱਲਿਆ ਹੀ ਸੀ। ਮੈਂ ਤੇ ਸਗੋਂ ਕਈ ਵਾਰੀ ਚੀਖ ਕੇ, ਕੰਧਾਂ ਨਾਲ ਟੱਕਰਾਂ ਮਾਰ ਕੇ ਆਪਣਾ ਖੌਲਦਾ ਉਬਾਲ ਕੱਢ ਲੈਂਦੀ ਸਾਂ, ਪਰ ਉਹ ਵਿਚਾਰੀਆਂ ਉਹ ਵੀ ਨਹੀਂ ਸਨ ਕਰ ਸਕਦੀਆਂ। ਮੈਂ ਰੋਂਦੀ ਹੁੰਦੀ ਤੇ ਉਹ ਚੁੱਪ-ਚਾਪ ਆ ਕੇ ਮੇਰੀ ਪਿੱਠ ਵੱਲੋਂ ਤੇ ਛਾਤੀ ਵੱਲੋਂ ਮੇਰੇ ਨਾਲ ਲਿਪਟ ਜਾਂਦੀਆਂ। 4 ਨਰਮ ਗੰਦਲਾਂ ਵਰਗੀਆਂ ਬਾਹਾਂ ਮੇਰੇ ਦੁਆਲੇ ਲਿਪਟ ਜਾਂਦੀਆਂ। ਪਹਿਲੋਂ ਮੈਂ ਉਹਨਾਂ ਦੇ ਅੱਥਰੂ ਪੂੰਝਦੀ, ਫਿਰ ਆਪਣੇ। ਘੁੱਟ ਕੇ ਚਿਪਕਾ ਲੈਂਦੀ ਉਹਨਾਂ ਨੂੰ ਆਪਣੇ ਜਿਸਮ ਨਾਲ, ਸੋਚਦੀ, ਇਹੀ ਨੇ ਪੂਰੀ ਦੁਨੀਆ ਵਿੱਚ ਮੇਰੀਆਂ ਆਪਣੀਆਂ, ਮੇਰੀਆਂ ਦੋਸਤ, ਮੇਰੀਆਂ ਹਮਦਰਦ, ਮਾਵਾਂ ਵਾਂਗੂ ਪਿਆਰ ਕਰਨ ਵਾਲੀਆਂ, ਮੇਰੇ ਦੁੱਖ ਕਲੇਸ਼ ਵਿੱਚ ਦੋਸਤਾਂ ਵਾਂਗੂ ਸ਼ਿਰਕਤ ਕਰਨ ਵਾਲੀਆਂ। ਪਰ ਹੁਣ ਲੱਗਦਾ ਏ ਕਿ ਮੈਂ ਉਦੋਂ ਸਿਰਫ ਆਪਣੇ ਹੀ ਨਜ਼ਰੀਏ ਤੋਂ ਇਸ ਰਿਸ਼ਤੇ ਨੂੰ ਤੱਕ ਰਹੀ ਸਾਂ। ਉਹ ਵਿਚਾਰੀਆਂ, ਮੇਰੀਆਂ ਖਾਮੋਸ਼ ਹਮਸਫ਼ਰ, ਉਹਨਾਂ ਦੇ ਦਿਲਾਂ ਵਿੱਚ ਕਿਹੜੇ ਤੂਫਾਨ ਘਿਰ ਰਹੇ ਹੋਣਗੇ, ਇਹਨਾਂ ਨੂੰ ਕੌਣ ਸਮਝ ਸਕਦਾ ਏ। ਮਾਂ ਸਾਂ ਤਾਂ ਵੀ ਸਿਰਫ ਅੰਦਾਜ਼ਾ ਹੀ ਤੇ ਲਾ ਸਕਦੀ ਸਾਂ, ਉਹਦੇ ਬਾਰੇ ਕਰ ਕੁਝ ਨਹੀਂ ਸਾਂ ਸਕਦੀ। ਕਈ ਵਾਰੀ ਦਿਲ ਕਰਦਾ ਕੋਈ ਇਹੋ ਜਿਹੀ ਜੁਗਤ ਹੋਵੇ ਕਿ ਹਰ ਦੁਖੀ ਮਾਂ ਆਪਣੇ ਦੁਖੀ ਬੱਚਿਆਂ ਨੂੰ ਵਾਪਸ ਆਪਣੀ ਕੁੱਖ ਦੇ ਮਹਿਫੂਜ਼ ਨਿੱਘ ਵਿੱਚ ਛੁਪਾ ਸਕੇ। 110 ਕੀ ਪਤਾ ਕਿਸੇ ਬੌਖਲਾਏ, ਮਜਬੂਰ ਪਲ ਵਿੱਚ ਕੀ ਕਹਿ ਦਿੱਤਾ ਹੋਵੇ ਕਦੇ, ਕਿਸੇ ਇਹੋ ਜਿਹੇ ਬੁਰਾਏ, ਬੇਸੋਚ ਪਲ ਵਿੱਚ ਜਦੋਂ ਮੂੰਹੋਂ ਨਿਕਲੇ ਕਿਸੇ ਲਫ਼ਜ਼ ਨੂੰ ਤੁਸੀਂ ਸੱਚਮੁੱਚ ਨਹੀਂ ਬੋਲ ਰਹੇ ਹੁੰਦੇ। ਉਹ ਸਿਰਫ ਰਿਸਦੇ ਮਵਾਦ ਵਾਂਗੂ, ਪੈਰਾਂ ਵਿੱਚ ਫਟੀ ਬਿਆਈ ਵਾਂਗੂ, ਨਹੁੰ ਵਿੱਚ ਚੁਭੀ ਛਿਲਤਰ ਵਾਂਗੂ ਤੁਹਾਡੇ ਮੂੰਹੋਂ ਹਾਏ ਕਢਵਾ ਦਿੰਦਾ ਏ। ਉਸ ਹਾਏ ਨਾਲ ਨਾ ਤਕਲੀਫ ਘਟਦੀ ਏ, ਨਾ ਉਹ ਹਾਏ ਕਿਸੇ ਨੂੰ ਮਦਦ ਵਾਸਤੇ ਬੁਲਾ ਰਹੀ ਹੁੰਦੀ ਏ। ਉਹ ਆਪਣੀ ਹੀ ਵੇਦਨਾ ਦਾ, ਤਕਲੀਫ ਦਾ ਬੇਮਤਲਬ ਜਿਹਾ ਇਜ਼ਹਾਰ ਹੁੰਦਾ ਏ, ਬਸ। ਪਰ ਉਹਨਾਂ ਦੋਨਾਂ ਦੇ ਕੋਮਲ ਮਨਾਂ ਵਿੱਚ ਕੀ ਪਤਾ ਮੇਰੀ ਕਿਹੜੀ ਹਾਏ ਕਿੱਲਾਂ ਵਾਂਗੂ ਠੁੱਕ ਗਈ ਹੋਵੇ। ਕੀ ਪਤਾ ਕਿਸੇ ਬੌਖਲਾਏ ਪਲ ਵਿੱਚ ਮੈਂ ਸੱਚਮੁੱਚ ਕਹਿ ਹੀ ਦਿੱਤਾ ਹੋਵੇ ਕਿ ਆਪੋ ਆਪਣੇ ਘਰੀਂ ਸੁੱਖ ਨਾਲ ਵਸੋਗੀਆਂ, ਪਿਆਰ ਕਰਨ ਵਾਲੇ ਖਾਵੰਦ ਤੁਹਾਨੂੰ ਮਿਲ ਜਾਣਗੇ ਤਾਂ ਮੇਰਾ ਭਾਰ, ਕੀ ਪਤਾ ਕੀ ਹੋਇਆ ਹੋਵੇਗਾ। ਕਿਉਂਕਿ ਜ਼ਿੰਦਗੀ ਨੂੰ ਤੁਸੀਂ ਜਦੋਂ ਜਿਉਂਦੇ ਹੋ, ਉਹਨੂੰ ਤਰਤੀਬਵਾਰ ਇਤਿਹਾਸ ਵਾਂਗੂ ਲਿਖਤੇ ਨਹੀਂ ਨਾ ਰਹੇ ਹੁੰਦੇ। ਜ਼ਿੰਦਗੀ ਨੂੰ ਜਿਉਣਾ ਤਾਂ ਬਸ ਉੱਧੜ-ਗੁੱਧੜੇ ਰਾਹਾਂ 'ਤੇ ਪੈਰਾਂ ਦੀ ਧੂੜ ਉਡਾਉਂਦਿਆਂ ਤੁਰੀ ਜਾਣ ਦਾ ਨਾਂ ਏ। ਕੋਈ ਪੈਰ ਕਿਧਰੇ ਪੈਂਦਾ ਏ ਤੇ ਕੋਈ ਕਿਧਰੇ। ਪਹਿਲੋਂ ਸੋਚ ਸਮਝ ਕੇ ਰਸਤਾ ਤਰਾਸ਼ਦੇ ਹੀ ਹੋਣਗੇ ਕੁਝ ਲੋਕ। ਉਹਨਾਂ ਨੂੰ ਜਾਚ ਆਉਂਦੀ ਹੋਵੇਗੀ ਤਰਤੀਬਵਾਰ ਤੁਰਨ ਦੀ, ਕੋਈ ਜੁਗਤ ਹੋਵੇਗੀ ਉਹਨਾਂ ਕੋਲ। ਸਾਨੂੰ ਮੈਡਗਾਸਕਰ ਬਾਰੇ ਤੇ ਇਥੀਓਪੀਆ ਵਿੱਚ ਹੁੰਦੀ ਖੇਤੀ ਬਾਰੇ ਤੇ ਐਸਕੀਮੋਆਂ ਦੀਆਂ ਸਲੈਜਾਂ ਬਾਰੇ ਤਾਂ ਸਭ ਕੁਝ ਦੱਸਿਆ ਜਾਂਦਾ ਏ। ਦੱਸਿਆ ਜਾਂਦਾ ਏ ਕਿ A+B ਦਾ ਸਕੁਏਅਰ ਰੂਟ ਕੀ ਹੁੰਦਾ ਏ, ਤੇ ਧਰਤੀ 'ਤੇ ਕੋਈ ਅਣਦਿਸਦੀਆਂ ਫਰਜ਼ੀ ਲੀਕਾਂ ਵੀ ਹੈਣ ਜਿਨ੍ਹਾਂ ਦੇ ਮੁਤਾਬਕ ਮੌਸਮ ਤੇ ਵਕਤ ਬਦਲਦੇ ਨੇ, ਕਿ ਸਾਡੇ ਪੁਲਾੜ ਵਿੱਚ ਕਿਹੜੇ ਆਰਬਿਟਾਂ ਵਿੱਚ ਕਿਹੜੇ ਸਿਤਾਰੇ ਕਿਸ ਰਫ਼ਤਾਰ ਨਾਲ ਗਰਦਿਸ਼ ਕਰਦੇ ਨੇ। ਪਰ ਅੰਦਰਲੀ ਦੁਨੀਆ ਬਾਰੇ ਕੋਈ ਨਹੀਂ ਦੱਸਦਾ। ਸਾਡੀਆਂ ਫੀਲਿੰਗਸ, ਸਾਡੇ ਡਰ ਤੇ ਖੌਫ,
ਗੁੱਸਾ ਤੇ ਇਕੱਲ ਤੇ ਇਸ ਸਾਰੀ ਊਟ-ਪਟਾਂਗ ਵਹਿਸ਼ੀ ਦੁਨੀਆ ਦਾ ਸਾਡੇ ਆਸ-ਪਾਸ ਬੈਠੇ ਸਾਡੇ ਬੱਚਿਆਂ ਦੇ ਮਨਾਂ ਤੇ ਅਸਰ। ਆਪਣੇ ਸੁਪਨਿਆਂ ਦੇ ਖੰਡਰਾਂ ਵਿੱਚ ਅਸੀਂ ਇਕੱਲੇ ਹੀ ਖੜੋਤੇ ਰਹਿ ਜਾਂਦੇ ਹਾਂ। ਸਾਡੇ ਬੱਚੇ ਵੀ ਸ਼ਾਇਦ ਉਦੋਂ ਇਹੀ ਮਹਿਸੂਸ ਕਰਦੇ ਹੋਣਗੇ ਕਿ ਆਪਣੀਆਂ ਛੋਟੀਆਂ-ਛੋਟੀਆਂ ਖਾਹਿਸ਼ਾਂ ਤੇ ਛੋਟੀਆਂ-ਛੋਟੀਆਂ ਖੁਸ਼ੀਆਂ ਦੀ ਹੱਡਾ-ਰੋੜੀ ਤੇ ਉਹ ਵੀ ਇਕੱਲੇ ਹੀ ਖੜੋਤੇ ਨੇ। ਕੁਝ ਨਹੀਂ ਕਹਿ ਸਕਦੀ, ਸਿਰਫ ਕਸੂਰਵਾਰ ਮਹਿਸੂਸ ਕਰਦੀ ਹਾਂ, ਕਸੂਰਵਾਰ ਠਹਿਰਾਂਦੀ ਹਾਂ ਆਪਣੇ ਆਪ ਨੂੰ। ਕਿਉਂ ਨਹੀਂ ਮੈਂ ਬਚਾ ਸਕੀ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਸੰਤਾਪ ਤੋਂ? ਕਿਉਂ ਉਹਨਾਂ ਦੇ ਅੰਦਰ ਇਹ ਅਹਿਸਾਸ ਪੈਦਾ ਹੋਣ ਦਿੱਤਾ ਕਿ ਉਹਨਾਂ ਦੇ ਵਿਆਹਾਂ ਨਾਲ ਭਾਰ ਲਵੇਗਾ? ਇਹ ਵੀ ਤੇ ਕਰ ਸਕਦੀ ਸਾਂ ਕਿ ਉਹਨਾਂ ਨੂੰ ਜਿੱਥੇ ਹੋਰ ਹਰ ਕਿਸਮ ਦੀ ਆਜ਼ਾਦੀ ਦਿੱਤੀ ਹੋਈ ਸੀ, ਇਹ ਆਜ਼ਾਦੀ ਵੀ ਦੇ ਦਿੰਦੀ ਕਿ ਉਹ ਜਿਹਦੇ ਨਾਲ ਦਿਲ ਕਰੇ ਦੋਸਤੀ ਕਰਨ, ਇਸ਼ਕ ਕਰਨ, ਆਪਣੇ ਦੋਸਤਾਂ ਨੂੰ ਘਰ ਲਿਆਉਣ, ਆਪਣੀ ਇਕੱਲ ਦਾ ਸਿਰਫ ਇਹੋ ਹੀ ਇਲਾਜ ਨਾ ਸੋਚਣ ਕਿ ਵਿਆਹ ਹੋ ਜਾਵੇ। ਮੇਰੀ ਮਾਂ ਵਿੱਚ ਤੇ ਮੇਰੇ ਵਿੱਚ ਇਸ ਗੱਲੇ ਕੋਈ ਫਰਕ ਕਿਉਂ ਨਹੀਂ ਸੀ? ਫਰਕ ਸੀ ਤਾਂ ਸਿਰਫ ਇੰਨਾ ਕਿ ਮੇਰੀ ਮਾਂ ਆਪਣੇ ਖਾਵੰਦ ਦੀ ਯਾਨੀ ਦਾਰਜੀ ਦੀ ਮਹਿਫੂਜ਼ ਵਲਗਣ ਵਿੱਚ ਰਹਿੰਦੀ ਵੀ ਮੈਨੂੰ ਭਾਰ ਸਮਝੀ ਜਾਂਦੀ ਸੀ ਤੇ ਮੈਂ ਆਪਣੇ ਖੌਫਾਂ ਤੋਂ ਡਰੀ ਹੋਈ, ਸਾਰਿਆਂ ਦੀ ਡਰਾਈ ਹੋਈ। ਪਰ ਮੈਂ ਕਦੇ ਵੀ ਆਪਣੇ ਆਪ ਨੂੰ ਮੁਆਫ਼ ਨਹੀਂ ਕਰ ਸਕਦੀ। ਕਾਸ਼ ਅਸੀਂ ਸਿਰਫ ਉਹੀ ਰਹਿ ਸਕਦੇ ਜੋ ਅਸੀਂ ਦਰਅਸਲ ਹਾਂ, ਜੋ ਸਾਡਾ ਵਿਵੇਕ ਸਾਨੂੰ ਦੱਸਦਾ ਏ ਤੇ ਸਾਨੂੰ ਮੁਖੌਟੇ ਪਾ ਕੇ ਉਹ ਪਾਰਟ ਨਾ ਕਰਨੇ ਪੈਂਦੇ ਜਿਹੜੇ ਦੂਜੇ ਸਾਡੇ ਕੋਲੋਂ ਜ਼ਬਰਦਸਤੀ ਕਰਵਾਉਂਦੇ ਨੇ, ਜਾਂ ਕਮ ਸੇ ਕਮ ਤਵੱਕੋ ਰੱਖਦੇ ਨੇ ਸਾਡੇ ਕੋਲੋਂ ਕਿ ਅਸੀਂ ਕਰੀਏ ਉਹ ਪਾਰਟ। ਪਰ ਕੀ ਇਹ ਮੁਮਕਿਨ ਹੈ? ਕਿਉਂਕਿ ਮਾਸਕਿੰਗ ਯਾਨੀ ਮੁਖੌਟਿਆਂ ਦੇ ਹੇਠਾਂ ਛੁਪਣਾ ਤਾਂ ਪੰਘੂੜੇ ਤੋਂ ਹੀ ਸ਼ੁਰੂ ਹੋ ਜਾਂਦਾ ਏ। ਮਾਂ ਦੇ ਨਾੜੂ ਤੋਂ ਗਰਦਿਸ਼ ਕਰਦਾ ਬੱਚੇ ਦੇ ਖੂਨ ਵਿੱਚ ਪਹਿਲਾਂ ਤੋਂ ਹੀ ਘੁਲ ਜਾਂਦਾ ਏ। ਵਰਨਾ ਕੈਂਡੀ ਇਹ ਕਿਸ ਤਰ੍ਹਾਂ ਕਹਿ ਦਿੰਦੀ ਕਿ ਕਰ ਦਿਓ ਮੇਰਾ ਹੀ ਵਿਆਹ, ਤੁਹਾਡਾ ਭਾਰ ਲਵੇਗਾ। ਜਿਸ ਤਰ੍ਹਾਂ ਦੀ ਤਰਬੀਅਤ ਦੇ ਕੇ ਮੈਨੂੰ ਪਾਲਿਆ ਗਿਆ ਸੀ, ਉਸ ਤਰ੍ਹਾਂ ਦੀ ਤੇ ਮੈਂ ਆਪਣੇ ਬੱਚਿਆਂ ਨੂੰ ਕਦੇ ਨਹੀਂ ਸੀ ਦਿੱਤੀ ਕਿ ਹਮੇਸ਼ਾ ਉਹੀ ਕਰਨਾ ਚਾਹੀਦਾ ਏ ਜੋ ਦੂਜਿਆਂ ਨੂੰ ਮਨਜ਼ੂਰ ਹੋਵੇ, ਕਿ ਦੂਜਿਆਂ ਨੂੰ ਖੁਸ਼ ਕਰਨ ਲਈ ਹੀ ਜ਼ਿੰਦਗੀ ਨੂੰ ਜਿਉਣਾ ਚਾਹੀਦਾ ਏ, ਕਿ ਇਹ ਸੋਚਣਾ ਗੁਨਾਹ ਹੁੰਦਾ ਏ ਕਿ ਬਜ਼ਾਤੇ ਖੁਦ ਸਾਨੂੰ ਕੀ ਲੋੜ ਏ, ਕਾਹਦੀ ਲੋੜ ਏ। ਇਸ ਮਨਜ਼ੂਰੀ ਲਈ ਮੈਂ ਜਿਸ ਤਰ੍ਹਾਂ ਆਪਣੇ ਆਪ ਨੂੰ ਫਨਾਹ ਕਰਨ ਦੀ ਕੋਸ਼ਿਸ਼ ਕੀਤੀ ਸੀ, ਵਿਆਹ ਤੋਂ ਪਹਿਲੋਂ, ਵਿਆਹ ਤੋਂ ਮਗਰੋਂ, ਉਸ ਤਰ੍ਹਾਂ ਦੀ ਤੇ ਮੈਂ ਹਵਾ ਵੀ ਨਹੀਂ ਸੀ ਲੱਗਣ ਦਿੱਤੀ ਆਪਣੀਆਂ ਬੱਚੀਆਂ ਨੂੰ। 111 ਮਸਲਨ ਅਰਪਨਾ ਨੇ ਸਕੂਲ ਵਿੱਚ ਮੈਡੀਕਲ ਸਬਜੈਕਟ ਲਏ ਹੋਏ ਸਨ। ਦਾਰਜੀ ਨੇ ਹੀ ਕਿਹਾ ਸੀ ਸ਼ਾਇਦ ਕਿ ਇੰਨੀ ਲਾਇਕ ਕੁੜੀ ਏ, ਇਹਨੂੰ ਡਾਕਟਰ ਬਣਾਉਣਾ ਏ। ਸ਼ਾਇਦ ਇਸ ਕਰਕੇ ਕਿਉਂਕਿ ਉਹ ਮੈਨੂੰ ਡਾਕਟਰ ਨਹੀਂ ਸਨ ਬਣਾ ਸਕੇ। ਸਾਰੇ ਹਿਮਾਚਲ ਵਿੱਚੋਂ ਫਸਟ ਆਈ ਕੁੜੀ ਨੂੰ ਫੌਰਨ ਪ੍ਰੀ ਮੈਡੀਕਲ ਵਿੱਚ ਦਾਖਲਾ ਮਿਲ ਗਿਆ। ਪਰ ਕਲਾਸਾਂ ਸ਼ੁਰੂ ਹੋਣ ਤੋਂ 8-10 ਦਿਨ ਪਹਿਲਾਂ ਉਹਨੇ ਕਿਹਾ, ਮੈਂ ਨਹੀਂ ਕਰਨੀ ਡਾਕਟਰੀ, ਮੈਂ ਤੇ ਇੰਗਲਿਸ਼ ਆਨਰਸ ਕਰਾਂਗੀ। ਦਾਖਲਿਆਂ ਦੀ ਤਾਰੀਖ ਲੰਘ ਚੁੱਕੀ ਸੀ। ਕੋਈ ਵੀ ਕਾਲਜ ਤਾਰੀਖ ਲੰਘਣ ਤੋਂ ਮਗਰੋਂ ਕੋਈ ਦਾਖਲਾ ਨਹੀਂ ਕਰ ਸਕਦਾ। ਰਾਓ ਐਜੂਕੇਸ਼ਨ ਮਿਨਿਸਟਰ ਸਨ। ਉਹਨਾਂ ਦੇ ਕੁਝ ਆਰਟੀਕਲ ਮੇਰੇ ਰਸਾਲੇ ਰੂਪੀ ਟ੍ਰੇਡ ਵਿੱਚ ਛਪੇ ਸਨ। ਥੋੜ੍ਹੀ ਜਿਹੀ ਵਾਕਫੀਅਤ ਹੈ ਸੀ। ਉਹਨਾਂ ਕੋਲ ਗਈ। ਉਹ ਬੜੇ ਹੈਰਾਨ ਹੋਏ। ਇੰਨੇ ਵਧੀਆ ਨੰਬਰ ਲੈ ਕੇ ਉਹ ਕਿਹੜੇ ਪੁੱਠੇ ਪਾਸੇ ਤੁਰਨ ਲੱਗੀ ਏ? ਮੈਂ ਕਿਹਾ, ਮੈਂ ਉਹਦੇ ਫੈਸਲੇ ਦੀ ਇੱਜ਼ਤ ਕਰਨੀ ਆ। ਆਪਣੇ ਬੱਚਿਆਂ ਨੂੰ ਆਪਣੇ ਫੈਸਲੇ ਖੁਦ ਕਰਨ ਦੀ ਹੀ ਤਰਬੀਅਤ ਦਿੱਤੀ ਹੈ ਮੈਂ। ਤੁਸੀਂ ਮਿਹਰਬਾਨੀ ਕਰਕੇ 2 ਲਫ਼ਜ਼ ਲੇਡੀ ਸ਼੍ਰੀ ਰਾਮ ਕਾਲਜ ਦੀ ਪ੍ਰਿੰਸੀਪਲ ਨੂੰ ਲਿਖ ਦਿਓ। ਤੇ ਅਰਪਨਾ ਇੰਗਲਿਸ਼ ਆਨਰਸ ਦੇ BA ਵਿੱਚ ਦਾਖਲ ਹੋ ਗਈ। ਪਰ ਹੁਣ ਇਹ ਕੀ ਸੀ ਕਿ ਮੈਂ ਕੈਂਡੀ ਦੀ ਗੱਲ ਚੁੱਪਚਾਪ ਮੰਨ ਲਈ? ਮੇਰੇ ਆਪਣੇ ਖੌਫ, 2 ਬੱਚੀਆਂ ਦੇ ਬੇੜੇ ਪਾਰ ਲਾਣ ਦਾ ਡਰ। ਮਾਂ ਕੋਲੋਂ ਬੱਚੇ ਸਿਰਫ ਜਿਸਮ ਹੀ ਤੇ ਨਹੀਂ ਲੈਂਦੇ, ਸਿਰਫ ਉਹਦੇ ਨੈਣ ਨਕਸ਼ੀ ਤੇ ਨਹੀਂ ਲੈਂਦੇ, ਉਹਦੀ ਜ਼ਿੰਦਗੀ ਦੇ ਸਾਰੇ ਸੰਤਾਪਾਂ ਦੇ ਪਰਛਾਵੇਂ ਵੀ ਉਹ ਆਪਣੇ ਅੰਦਰ ਜਜ਼ਬ ਕਰਦੇ ਰਹਿੰਦੇ ਨੇ। ਸਾਰੇ ਦੁੱਖਾਂ ਤਕਲੀਫਾਂ ਵਿੱਚ ਬਰਾਬਰ ਸ਼ਿਰਕਤ ਕਰਦੇ ਨੇ ਉਹ, ਖਾਸ ਕਰਕੇ ਕੁੜੀਆਂ। ਅਸੀਂ ਭਾਵੇਂ ਕਿੰਨਾ ਪਏ ਸੋਚੀਏ ਕਿ ਘਰ ਵਿੱਚ ਹੁੰਦੇ ਝਗੜੇ, ਮਾਰ-ਕੁੱਟ, ਸਹਿਮ ਤੇ ਦਹਿਸ਼ਤ ਅਸਾਂ ਬੱਚਿਆਂ ਕੋਲੋਂ ਲੁਕਾ ਕੇ ਰੱਖੀ ਹੋਈ ਏ ਕਿਉਂਕਿ ਉਹ ਤਾਂ ਦੂਜੇ ਕਮਰੇ ਵਿੱਚ ਬੰਦ ਸਨ, ਜਾਂ ਕਿ ਉਹ ਤਾਂ ਛੋਟੇ ਨੇ, ਉਹਨਾਂ ਨੂੰ ਕੀ ਸਮਝ। ਪਰ ਨਹੀਂ, ਉਹਨਾਂ ਦੇ ਮਨ ਦੀ ਪੋਲੀ ਮਿੱਟੀ ਸਭ ਕੁਝ ਜਜ਼ਬ ਕਰਦੀ ਰਹਿੰਦੀ ਏ, ਕੰਬਦੀ ਤੇ ਤਰੇਂਦੀ। ਮਨ ਦੀ ਪੋਲੀ, ਨਰਮ, ਅਲੂਈ ਮਿੱਟੀ। 112 ਸੋ ਵਿਆਹ ਹੋ ਗਿਆ ਕੈਂਡੀ ਦਾ। ਮਸਾਂ ਓਨੀ ਹੀ ਉਮਰ ਸੀ ਉਹਦੀ ਜਿਸ ਉਮਰੇ ਮੇਰਾ ਵਿਆਹ ਹੋਇਆ ਸੀ। ਮੈਂ ਤੇ ਉਦੋਂ ਫੈਸਲਾ ਕੀਤਾ ਸੀ ਕਿ ਮੇਰੇ ਨਾਲ ਤੇ ਜੋ ਹੋ ਗਿਆ ਸੋ ਹੋ ਗਿਆ, ਮੈਂ ਆਪਣੀਆਂ ਬੱਚੀਆਂ ਨਾਲ ਕਦੇ ਇਸ ਤਰ੍ਹਾਂ ਨਹੀਂ ਹੋਣ ਦਿਆਂਗੀ। ਪਰ ਜੋ ਅਸੀਂ ਚਾਹੁੰਦੇ ਹਾਂ ਉਸੇ ਤਰ੍ਹਾਂ ਹੁੰਦਾ ਹੈ ਕਦੇ? ਮੁਖਾਲਫ ਹਾਲਾਤ ਦੇ ਵਹਿਣ ਵਿੱਚ ਅਸੀਂ ਤੀਲਿਆਂ ਵਾਂਗੂ, ਕੱਖਾਂ ਕਾਨਿਆਂ ਵਾਂਗੂ ਵਹਿ ਜਾਂਦੇ ਹਾਂ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ। ਵਿਆਹ ਹੋ ਗਿਆ ਪਰ ਉਹ ਬੁੱਝੀ ਸੀ, ਉਦਾਸ, ਗੁਆਚੀ। ਜਦੋਂ ਪੁੱਛਦੀ ਤਾਂ ਹੱਸ ਕੇ ਵਿਖਾ ਦਿੰਦੀ। ਪਰ ਮਾਂ ਸਾਂ ਆਖਰ, ਮੇਰੀ ਅੰਦਰ ਦਾ ਹੀ ਤੇ ਟੁਕੜਾ ਸੀ ਉਹ। ਮੇਰਾ ਹੀ ਲਹੂ ਤਾਂ ਉਹਦੀਆਂ ਨਾੜਾਂ ਵਿੱਚ ਭੱਜ ਦੌੜ ਰਿਹਾ ਸੀ। ਉਹਦੇ ਢਿੱਡ ਵਿੱਚ, ਉਹਦੀ ਰੂਹ ਵਿੱਚ ਘੁੰਮੜਦੀ ਉਦਾਸੀ ਦੀ ਲੂ ਮੈਨੂੰ ਲੂ ਰਹੀ ਸੀ। ਇਹੋ ਹੀ ਤੇ ਗੱਲ ਏ। ਗੁਰਬਤ ਵਿੱਚ, ਮੁਸੀਬਤਾਂ ਵਿੱਚ ਪਲੇ ਬੱਚੇ ਇੰਨੇ ਹਸਾਸ ਹੋ ਜਾਂਦੇ ਨੇ ਕਿ ਵਸ ਲੱਗਦਿਆਂ ਕਿਸੇ ਦਾ ਵੀ ਦਿਲ ਨਹੀਂ ਦੁਖਣ ਦਿੰਦੇ। ਆਪਣੀਆਂ ਬਿਮਾਰੀਆਂ, ਆਪਣੇ ਦੁੱਖ, ਆਪਣੇ ਗਮ, ਹੋਰ ਤੇ ਹੋਰ ਆਪਣੀਆਂ ਛੋਟੀਆਂ-ਮੋਟੀਆਂ ਬਿਮਾਰੀਆਂ ਵੀ ਜਿਹੜੀਆਂ ਲੁਕਾਈਆਂ ਜਾ ਸਕਣ, ਲੁਕਾ ਲੈਂਦੇ ਨੇ। ਆਖਰ ਦੱਸਿਆ ਉਹਨੇ। ਹਾਲਾਤ ਹੀ ਇਸ ਤਰ੍ਹਾਂ ਦੇ ਬਣ ਗਏ ਕਿ ਦੱਸਣਾ ਪਿਆ ਉਹਨੂੰ। ਉਹਦੇ ਖਾਵੰਦ ਦੇ ਕਈ ਇਲਾਜ ਚੱਲ ਰਹੇ ਸਨ। ਮੈਡੀਕਲ ਇੰਸਟੀਚਿਊਟ ਵਿੱਚ, ਹਮਦਰਦ ਦਵਾਖਾਨੇ ਵਿੱਚ। ਕੋਈ ਇਹੋ ਜਿਹੀ ਬਿਮਾਰੀ ਸੀ ਉਹਨੂੰ ਕਿ ਮੇਰੀ ਬੱਚੀ ਵਿਆਹੀ ਹੋਈ ਵੀ ਕੁਆਰੀ ਸੀ। ਬੜੇ ਜ਼ਾਲਮ ਦਿਨ ਸਨ ਉਹ।
ਮੈਂ ਕਿਹਾ, ਚੱਲ ਕੈਂਡੀ ਵਕੀਲ ਕੋਲ ਚੱਲਨੇ ਆ, ਐਨਲਮੈਂਟ ਹੋ ਸਕਦੀ ਹੈ ਜਦ ਵਿਆਹ ਹੈ ਹੀ ਨਹੀਂ। ਕਹਿਣ ਲੱਗੀ, ਨਹੀਂ, ਮੈਂ ਬਰਦਾਸ਼ਤ ਕਰ ਲਵਾਂਗੀ। ਜਦੋਂ ਤੱਕ ਅਰਪਨਾ ਦਾ ਵਿਆਹ ਨਹੀਂ ਹੋ ਜਾਂਦਾ ਬਰਦਾਸ਼ਤ ਕਰਨਾ ਹੀ ਪਵੇਗਾ, ਨਹੀਂ ਤੇ ਲੋਕੀ ਕੀ ਕਹਿਣਗੇ। ਇੰਜ ਦੇ ਹੁੰਦੇ ਨੇ ਇਹ ਖੌਫ, ਸਾਹ ਘੁੱਟ ਦਿੰਦੇ ਨੇ ਤੇ ਪਤਾ ਵੀ ਨਹੀਂ ਲੱਗਦਾ। ਮੇਰੀ ਕਮਜ਼ੋਰੀ ਸੀ, ਮੇਰੇ ਆਪਣੇ ਖੌਫ ਸਨ, ਮੇਰੀ ਮਜਬੂਰੀ ਸੀ, ਕਮੀਨਗੀ ਸੀ, ਨਾਕਾਬਲੇ ਮੁਆਫੀ ਜੁਰਮ ਸੀ ਮੇਰਾ ਕਿ ਮੈਂ ਫੇਰ ਉਹਦੀ ਗੱਲ ਮੰਨ ਲਈ। 113 ਕੈਂਡੀ ਦਾ ਫਰਾਂਸ ਵਿੱਚ ਐਕਸੀਡੈਂਟ। ਮੇਰਾ ਹੜਬੜਾ ਕੇ ਫਰਾਂਸ ਜਾਣਾ। ਹਸਪਤਾਲ ਵਿੱਚ ਮੌਤ ਨਾਲ ਜੂਝ ਰਹੀ ਆਪਣੀ ਬਹਾਦਰ ਬੇਟੀ ਨੂੰ ਬਸ ਸ਼ੀਸ਼ੇ ਦੇ ਉਸ ਪਾਰੋਂ ਤੱਕਣਾ, ਆਪਣੇ ਅੱਥਰੂ ਉਹਦੇ ਕੋਲੋਂ ਛੁਪਾਣੇ ਤਾਂ ਕਿ ਉਹਨੂੰ ਹੌਸਲਾ ਰਵੇ, ਤਸੱਲੀ ਰਵੇ ਕਿ ਜੇ ਮਾਂ ਰੋ ਨਹੀਂ ਰਹੀ ਤਾਂ ਕੋਈ ਖਤਰੇ ਵਾਲੀ ਗੱਲ ਨਹੀਂ, ਜੇ ਮਾਂ ਰੋ ਨਹੀਂ ਰਹੀ ਤਾਂ ਉਮੀਦ ਅਜੇ ਬਾਕੀ ਏ। ਉਮੀਦ ਬਾਕੀ ਏ ਕਿ ਉਹ ਠੀਕ ਹੋ ਜਾਵੇਗੀ, ਠੀਕ ਹੋ ਕੇ ਮੇਰੇ ਨਾਲ ਵਾਪਸ ਘਰ ਆ ਜਾਵੇਗੀ। ਇਹੀ ਤਾਂ ਕਹਿੰਦੀ ਰਹੀ ਮੈਂ ਉਹਨੂੰ ਕਿ ਕੈਂਡਲੂ ਤੂੰ ਠੀਕ ਹੋ ਰਹੀ ਏ, ਡਾਕਟਰ ਕਹਿੰਦੇ ਨੇ ਕੋਈ ਖਤਰੇ ਵਾਲੀ ਗੱਲ ਨਹੀਂ, ਤੂੰ ਠੀਕ ਹੋ ਜਾਵੇਂਗੀ ਤਾਂ ਅਸੀਂ ਲੰਦਨ ਜਾਵਾਂਗੀਆਂ ਸੈਰ ਕਰਨ, ਅਰਪਨਾ ਨੂੰ ਵੀ ਬੁਲਾ ਲਵਾਂਗੀਆਂ। ਉਹਨੂੰ ਸ਼ਾਇਦ ਪਤਾ ਸੀ, ਉਹਨੂੰ ਇਹ ਵੀ ਪਤਾ ਸੀ ਕਿ ਮੈਂ ਉਹਨੂੰ ਵਰਚਾ ਰਹੀ ਹਾਂ। ਉਹ ਆਪਣੀ ਝੀਣੀ ਜਿਹੀ ਆਵਾਜ਼ ਵਿੱਚ ਪੁੱਛਦੀ, ਤੁਹਾਡੇ ਕੋਲ ਪੈਸੇ ਹੈਨ? ਤੁਸਾਂ ਰੋਟੀ ਖਾਧੀ ਏ? ਸ਼ੀਸ਼ੇ ਦੀ ਦੀਵਾਰ ਦੇ ਪਰਲੇ ਪਾਸਿਓਂ ਟੈਲੀਫੋਨ ਦੇ ਮਾਊਥਪੀਸ ਕੋਲ ਉਹਦੇ ਹੋਂਠ ਹਿਲਦੇ ਤੇ ਪਿਘਲੇ ਹੋਏ ਸ਼ੀਸ਼ੇ ਵਾਂਗੂ ਉਹਦੇ ਬੋਲ ਮੇਰੇ ਰਿਸੀਵਰ ਵਿੱਚੋਂ ਮੇਰੇ ਕਲੇਜੇ ਵਿੱਚ ਉਤਰ ਜਾਂਦੇ, ਹੱਡੀਆਂ ਮਾਸ ਪਿਘਲਾਉਂਦੇ ਹੋਏ। ਆਪਣੇ ਲਹੂ ਦੀ ਸੁਰਲ ਵਿੱਚੋਂ ਮੈਨੂੰ ਹਵਾਂਕ ਆਉਂਦੀ, ਜਿਵੇਂ ਉਹ ਸੜ ਕੇ ਭਾਫ ਬਣ ਕੇ ਉੱਡ ਰਿਹਾ ਹੋਵੇ। ਉਬਲਦੇ ਲਹੂ ਦੀ ਭਾਫ ਧੁੰਦ ਬਣ ਕੇ ਸ਼ੀਸ਼ੇ ਦੀ ਦੀਵਾਰ ਨਾਲ ਜਾ ਚਿਪਕਦੀ। ਮੈਂ ਲੁਕਾ ਕੇ ਅੱਖਾਂ ਪੂੰਝ ਕੇ ਉਸ ਧੁੰਦ ਨੂੰ ਪੂੰਝਣ ਦੀ ਕੋਸ਼ਿਸ਼ ਕਰਦੀ, ਪਰ ਉਹ ਤਾਂ ਚੌਂ ਦਿਸ਼ਾਵਾਂ ਵਿੱਚ ਫੈਲੀ ਹੋਈ ਸੀ। ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ, ਕਰਦੀਆਂ ਗੱਲੋੜੀਆਂ। ਰਲ ਬੈਠੀਆਂ ਗੱਲੋੜੀਆਂ, ਸੁਰਖ ਪਰਿੰਦਿਆਂ ਵਾਂਗੂ ਕਾਲੇ ਆਸਮਾਨ ਵਿੱਚ ਉੱਡਦੇ ਜਾਂਦੇ 5-7 ਮਿੰਟ, 15-20 ਸਕਿੰਟ। ਸੁਰਖ ਪਰਿੰਦੇ? ਨਹੀਂ, ਇਹ ਤਾਂ ਲਹੂ ਨਾਲ ਗੜੁੱਚ ਪੰਛੀ ਸਨ ਜਿਹੜੇ ਸਿਆਹ ਆਸਮਾਨ ਵਿੱਚ ਆਪਣੇ ਖੂਨ ਦੀਆਂ ਤਤੀਰੀਆਂ ਛੱਡਦੇ ਹੋਏ, ਆਪਣੇ ਲਹੂ ਦੇ ਘੀਚ ਮਚੋਲੇ ਵਾਹੁੰਦੇ ਹੋਏ, ਆਪਣੇ ਲਹੂ ਦੇ ਛੋਟੇ-ਛੋਟੇ ਚਬੱਚੇ ਪਿੱਛੇ ਛੱਡਦੇ ਹੋਏ ਹਾਲੀ ਵੀ ਹੌਂਕਦੀ ਪਰਵਾਜ਼ ਨਾਲ ਫੜਫੜਾਉਂਦੇ ਹੋਏ ਉੱਡਦੇ ਜਾ ਰਹੇ ਸਨ। ਵਕਤ ਦਾ ਫੜਫੜਾਂਦਾ ਇੱਕ ਟੁਕੜਾ, ਛੋਟੇ ਜਿਹੇ ਨੰਨੇ ਜਿਹੇ ਸਫੈਦ ਪੰਛੀ ਵਰਗਾ ਪਲ ਜਿਹਦੇ ਖੰਭ ਲਹੂ ਨਾਲ ਗੜੁੱਚ ਸਨ, ਧੌਣ ਵਿੱਚੋਂ ਵਗਦੀ ਲਹੂ ਦੀ ਤਤੀਰੀ, ਆਪਣੇ ਹੀ ਖੂਨ ਵਿੱਚ ਭਿੱਜਦੇ ਆਪਣੇ ਹੀ ਸਫੈਦ ਖੰਭ, ਲਹੂ ਨਾਲ ਭਿੱਜੇ ਖੰਭਾਂ ਦੀ ਸਫੈਦ ਪਰਵਾਜ਼ ਦਾ ਸਦੀਆਂ ਪੁਰਾਣਾ ਸੁਪਨਾ ਪਲ-ਪਲ ਮਰਦਾ। ਖੰਭਾਂ ਵਿੱਚੋਂ ਆਹਿਸਤਾ ਮਰਦੀ ਫੜਫੜਾਹਟ, ਸਫੈਦ ਪੀਲੀਆਂ ਜੁਗਨੂਆਂ ਵਾਂਗੂ ਉੱਡਦੀਆਂ ਅੱਖਾਂ ਦਾ 2 ਛੋਟੇ-ਛੋਟੇ ਪਥਰੀਲੇ ਰੋੜਿਆਂ ਵਿੱਚ ਤਬਦੀਲ ਹੁੰਦੇ ਜਾਣਾ। ਗੱਲ ਕਰਦਿਆਂ ਲਫ਼ਜ਼ਾਂ ਦਾ ਇੰਨਾ ਬੋਝਲ ਹੋ ਜਾਣਾ ਕਿ ਜ਼ੁਬਾਨ ਉਹਨਾਂ ਹੇਠਾਂ ਪਿਸ ਕੇ ਰਹਿ ਜਾਵੇ। ਲੜਖੜਾਉਂਦੀ ਹੋਈ ਜ਼ੁਬਾਨ ਦੇ ਧੀਮੇ-ਧੀਮੇ ਬੋਲ ਜਿਨ੍ਹਾਂ ਦੇ ਕਿੰਗਰੇ ਹੌਲੀ-ਹੌਲੀ ਢਹਿੰਦੇ ਜਾ ਰਹੇ ਸਨ, ਲਫ਼ਜ਼ ਗੁਲਾਈਆਂ ਵਿੱਚ ਗੋਲ ਹੁੰਦੇ ਜਾ ਰਹੇ ਸਨ ਤੇ ਮੈਂ ਕੁਝ ਵੀ ਨਹੀਂ ਸਾਂ ਕਰ ਸਕਦੀ, ਉਹਨੂੰ ਬਚਾਉਣ ਲਈ ਕੁਝ ਵੀ ਨਹੀਂ ਸਾਂ ਕਰ ਸਕਦੀ। ਤੜਫ ਰਹੀ ਸਾਂ ਉਹਨੂੰ ਹਿੱਕ ਨਾਲ ਲਾਉਣ ਲਈ, ਉਹਦਾ ਸਿਰ, ਮੂੰਹ, ਮੱਥਾ, ਉਂਗਲਾਂ, ਪੋਟੇ, ਨਹੁੰ ਚੁੰਮਣ ਲਈ, ਉਹਦਾ ਸਿਰ ਆਪਣੀ ਹਿੱਕ ਤੇ ਰੱਖ ਕੇ ਪਲੋਸਣ ਲਈ, ਉਹਨੂੰ ਆਪਣੀ ਝੋਲੀ ਵਿੱਚ ਲਟਾ ਕੇ ਪਿਆਰ ਕਰਨ ਲਈ। ਜੇ ਮੈਂ ਉਹਨੂੰ ਆਪਣੀ ਗੋਦੀ ਵਿੱਚ ਲਟਾ ਸਕਦੀ, ਉਹਨੂੰ ਪਿਆਰ ਕਰ ਸਕਦੀ, ਉਹਨੂੰ ਕੁਝ ਵੀ ਨਹੀਂ ਸੀ ਹੋ ਸਕਦਾ। ਉਹਨੂੰ ਮੈਂ ਜ਼ਰੂਰ ਬਚਾ ਲੈਂਦੀ, ਕਦੇ ਨਾ ਮਰਨ ਦਿੰਦੀ ਉਹਨੂੰ। ਅੱਗੇ ਵੀ ਤੇ ਕਈ ਵਾਰੀ ਹੋਇਆ ਸੀ। ਇੰਨੀਆਂ ਭਿਆਨਕ ਬਿਮਾਰੀਆਂ ਜਿਹੋ ਜਿਹੀਆਂ ਹਰ ਬੱਚੇ ਨੂੰ ਆਉਂਦੀਆਂ ਹੀ ਨੇ, ਤੇ ਹਰ ਬਿਮਾਰੀ ਵੇਲੇ ਉਹਨੂੰ ਮੈਂ ਹਰ ਵੇਲੇ ਗੋਦੀ ਵਿੱਚ ਲਟਾਈ ਰੱਖਦੀ ਜਾਂ ਉਹਨੂੰ ਕਲਾਵੇ ਵਿੱਚ ਭਰ ਕੇ ਉਹਦੇ ਨਾਲ ਲੇਟੀ ਰਹਿੰਦੀ। ਦੋਵਾਂ ਦੀਆਂ ਸੈਂਕੜੇ ਬਿਮਾਰੀਆਂ ਇਸੇ ਤਰ੍ਹਾਂ ਕੱਟੀਆਂ ਸਨ ਮੈਂ, ਕੈਂਡੀ ਦੀਆਂ ਵੀ ਤੇ ਡੌਲੀ ਦੀਆਂ ਵੀ। ਹਰ ਮਾਂ ਇਸੇ ਤਰ੍ਹਾਂ ਜੂਝਦੀ ਹੋਵੇਗੀ ਆਪਣੇ ਬੱਚਿਆਂ ਦੀਆਂ ਬਿਮਾਰੀਆਂ ਨਾਲ, ਪਰ ਮੈਂ ਹਰ ਬਿਮਾਰੀ ਵੇਲੇ ਉਹਨਾਂ ਨਾਲੋਂ ਜ਼ਿਆਦਾ ਖੁਦ ਬਿਮਾਰ ਹੋ ਜਾਂਦੀ। ਲੱਗਦਾ ਮੈਨੂੰ ਪੈਰਾਂ ਦੇ ਨਹੁੰਆਂ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਬੁਖਾਰ ਚੜਿਆ ਹੋਇਆ ਏ। ਲੱਗਦਾ ਮੇਰਾ ਦਿਲ ਕੋਈ ਦੋਵਾਂ ਹੱਥਾਂ ਵਿੱਚ ਫੜ ਕੇ ਨਿਚੋੜ ਰਿਹਾ ਏ। ਲੱਗਦਾ ਮੇਰਾ ਤੇ ਇੱਕੋ ਇੱਕ ਖਜ਼ਾਨਾ ਏ, ਇਹ ਮੇਰੀਆਂ 2 ਬੇਟੀਆਂ, ਤੇ ਕੋਈ ਮੇਰੇ ਸਾਹਮਣੇ ਉਹ ਖਜ਼ਾਨਾ ਲੁੱਟੀ ਲਈ ਜਾ ਰਿਹਾ ਏ। ਮੇਰੇ ਕੋਲ ਤੇ ਜਿਉਣ ਦਾ ਹੋਰ ਕੋਈ ਆਹਰ ਹੀ ਨਹੀਂ ਸੀ, ਸਹਾਰਾ ਹੀ ਨਹੀਂ ਸੀ ਕੋਈ ਮੇਰਾ। ਜਿਸ ਸ਼ਾਮ ਮੈਂ ਉਹਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾਉਣ ਦੀ ਕੋਸ਼ਿਸ਼ ਕੀਤੀ, ਸ਼ੀਸ਼ੇ ਦੀ ਦੀਵਾਰ ਦੇ ਉਸ ਪਾਰੋਂ, ਟੈਲੀਫੋਨ ਦੇ ਮਾਊਥਪੀਸ ਵਿੱਚੋਂ ਉਹਦੇ ਕੰਨਾਂ ਨਾਲ ਲੱਗੇ ਰਿਸੀਵਰ ਤੱਕ, ਤੇ ਉਹਨੇ ਕੁਝ ਚਿਰ ਮਗਰੋਂ ਹਾਰੀ, ਹਫੀ ਹੋਈ ਆਵਾਜ਼ ਵਿੱਚ ਕਿਹਾ, ਬਸ ਅੰਮੀ, ਹੋਰ ਨਹੀਂ ਸੁਣਿਆ ਜਾਂਦਾ। ਮੇਰੀ ਉਮੀਦ ਮਰ ਗਈ ਸੀ। ਉਮੀਦ ਨੂੰ ਮੋਏ ਹੋਏ ਬੱਚੇ ਵਾਂਗੂ ਛਾਤੀ ਨਾਲ ਚਿਪਕਾਈ ਮੈਂ ਉਸ ਗਲਿਆਰੇ ਵਿੱਚ ਪੁੰਜੇ ਬੈਠੀ ਪਾਠ ਕਰਦੀ ਰਹੀ। ਗੁਟਕੇ ਦੇ ਲਫ਼ਜ਼ ਭੰਬਟਾਂ ਵਾਂਗੂ ਉੱਡਦੇ ਰਹੇ ਤੇ ਮੇਰੇ ਆਸ-ਪਾਸ ਮੰਡਰਾਉਂਦੇ ਰਹੇ। ਸਾਰੀ ਰਾਤ ਉਸ ਹਨੇਰੇ ਗਲਿਆਰੇ ਵਿੱਚ ਬੈਠੀ ਮੈਂ ਪਾਠ ਕਰਦੀ ਰਹੀ। ਕੱਜਨ ਮੇਰੇ ਕੋਲ ਚੁੱਪਚਾਪ ਬੈਠਾ ਰਿਹਾ। ਫਿਰ ਉਹ ਊਂਘ ਗਿਆ ਤੇ ਉਹਦਾ ਸਿਰ ਮੇਰੇ ਮੋਢੇ ਨਾਲ ਆ ਲੱਗਾ।
ਸਵੇਰ ਹੋਣ ਵਾਲੀ ਸੀ ਕਿ ਉਹਨੇ ਮੈਨੂੰ ਬਾਂਹ ਫੜ ਕੇ ਉਠਾ ਲਿਆ ਕਿ ਜੇ ਇੱਥੇ ਕਿਸੇ ਨੇ ਸਾਨੂੰ ਲੁੱਕ ਕੇ ਬੈਠਿਆਂ ਵੇਖ ਲਿਆ ਤਾਂ ਕੈਂਡੀ ਤੇ ਹੀ ਆਪਣਾ ਗੁੱਸਾ ਕੱਢਣਗੇ। ਹਸਪਤਾਲ ਦੇ ਬਾਹਰ ਪਏ ਬੈਂਚਾਂ ਤੇ ਅਸੀਂ ਬੈਠੇ ਰਹੇ ਦਿਨ ਭਰ। ਸ਼ਾਮ ਵੇਲੇ ਡਾਕਟਰਾਂ ਦੇ ਤਰਲੇ ਕਰ ਕਰਕੇ ਕੱਜਣ ਨੇ ਉਸ ਗਲਿਆਰੇ ਦਾ ਦਰਵਾਜ਼ਾ ਖੁਲਵਾਇਆ। ਮੈਂ ਵੇਖਿਆ ਆਪਣੀ ਬੇਟੀ ਨੂੰ ਚੁੱਪਚਾਪ ਲੇਟੀ ਹੋਈ ਸੀ। ਉਸ ਵੇਲੇ ਸਮਝ ਹੀ ਨਹੀਂ ਆਈ ਕਿ ਉਹ ਸ਼ਾਇਦ ਬੇਹੋਸ਼ ਪਈ ਸੀ। ਅੱਜ ਤੱਕ ਸਮਝ ਨਹੀਂ ਆਈ ਕਿ ਉਸ ਆਖਰੀ ਸ਼ਾਮ ਉਹਨੇ ਨਜ਼ਰ ਚੁੱਕ ਕੇ ਮੇਰੇ ਵੱਲ ਤੱਕਿਆ ਕਿਉਂ ਨਹੀਂ ਸੀ। ਖੂਨ ਦੀ ਬੋਤਲ, ਗਲੂਕੋਜ਼ ਦੀ ਬੋਤਲ ਤੇ ਬੋਤਲਾਂ ਵਿੱਚੋਂ ਜਾਂਦੀਆਂ ਨਾਲੀਆਂ ਜਿਹੜੀਆਂ ਉਹਦੇ ਪਿੰਡੇ ਤੇ ਰੱਖੇ ਤੰਬੂ ਜਿਹੇ ਵਿੱਚ ਜਾ ਕੇ ਲੁਕ ਜਾਂਦੀਆਂ ਸਨ। ਉਹਦੇ ਕੋਲ ਇੱਕ ਪਾਦਰੀ ਬੈਠਾ ਬਾਈਬਲ ਪੜ੍ਹ ਰਿਹਾ ਸੀ, ਚੁੱਪਚਾਪ। ਕੱਜਣ ਨੇ ਕਿਹਾ ਸਾਨੂੰ ਹੋਸਟਲ ਜਾਂ ਹੋਟਲ ਹੀ ਹੋਵੇ ਸ਼ਾਇਦ, ਕੁਝ ਪਤਾ ਨਹੀਂ, ਹੋਸਟਲ ਵਾਪਸ ਜਾਣਾ ਚਾਹੀਦਾ ਏ ਤਾਂ ਕਿ ਜਦੋਂ ਡਾਕਟਰ ਫੋਨ ਕਰਨ ਅਸੀਂ ਸੁਣ ਸਕੀਏ। ਉਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਣਾ ਕਿ ਅਸੀਂ ਕਿੱਥੇ ਲੁਕੇ ਬੈਠੇ ਹਾਂ। ਨਹੀਂ ਸੀ ਆਉਣਾ ਚਾਹੀਦਾ ਉੱਥੋਂ। ਜੇ ਉਸੇ ਗਲਿਆਰੇ ਵਿੱਚ ਲੁੱਕ ਕੇ ਬੈਠੀ ਰਹਿੰਦੀ ਤਾਂ ਸ਼ਾਇਦ ਅਖੀਰਲੇ ਸਾਹ ਤੋਂ ਪਹਿਲਾਂ ਉਹ ਮੇਰੇ ਵੱਲ ਤੱਕਦੀ, ਮੇਰੇ ਨਾਲ ਦਿਲ ਦੀ ਕੋਈ ਗੱਲ ਕਰ ਲੈਂਦੀ। ਹੱਥੋਂ ਤਿਲਕ ਗਿਆ ਵਕਤ ਮਹਿਜ਼ ਇੱਕ ਨੰਗਾ ਤੇ ਅੱਲਾ ਜ਼ਖਮ ਬਣ ਕੇ ਰਹਿ ਜਾਂਦਾ ਏ। 114 ਉਹ ਰਾਤ, ਅਖੀਰਲੀ ਰਾਤ। ਹੋਸਟਲ ਦੇ ਕਮਰੇ ਵਿੱਚ ਮੰਜੇ ਤੇ ਬੈਠੀ ਸੁਖਮਨੀ ਸਾਹਿਬ ਦਾ ਪਾਠ ਕਰ ਰਹੀ ਸਾਂ ਤੇ ਕਲੇਜਾ ਮੋਮ ਵਾਂਗੂ ਪਿਘਲ ਕੇ ਵਹਿ ਰਿਹਾ ਸੀ। ਅਥਰੂਆਂ ਦੇ ਉਸ ਹੜ੍ਹ ਵਿੱਚ ਚਾਰੇ ਫਲਕ ਗਰਕ ਹੋ ਗਏ, ਸੈਂਕੜੇ ਸਮੁੰਦਰ ਡੁੱਬ ਗਏ। ਪਿਛਲੀ ਸ਼ਾਮ ਜਦੋਂ ਡਾਕਟਰ ਨੇ ਉਹਦੇ ਪਿੰਡੇ ਤੇ ਰੱਖਿਆ ਪਿੰਜਰਾ ਜਿਹਾ ਹਟਾ ਕੇ ਮੈਨੂੰ ਉਹਦਾ ਝੁਲਸਿਆ ਬਦਨ ਵਿਖਾਇਆ ਸੀ, ਸੋਨੇ ਵਰਗਾ ਬਦਨ ਜਿਹੜਾ ਉਹੀ ਮੇਰੇ ਕੋਲ ਮੇਰੀ ਗੋਦੀ ਵਿੱਚ ਲੇਟਿਆ ਸੀ। ਅਚਾਨਕ ਲੱਗਾ ਜੇ ਉਹ ਠੀਕ ਹੋ ਵੀ ਗਈ ਤਾਂ ਇਸ ਝੁਲਸੇ ਮਾਸ ਵਾਲੀਆਂ ਲੱਤਾਂ ਨਾਲ ਕੀ ਪਤਾ ਕਦੇ ਤੁਰ ਵੀ ਸਕੇਗੀ ਕਿ ਨਹੀਂ। ਅਚਾਨਕ ਮੈਨੂੰ ਉਹ ਵੀਲ ਚੇਅਰ ਤੇ ਬੈਠੀ ਨਜ਼ਰ ਆਈ, ਹੁਬਕੀ ਰੋਂਦੀ। ਕੀ ਪਤਾ ਉਹਦੇ ਹੱਥ ਕਦੇ ਰੋਟੀ ਦੀ ਗਰਾਹੀ ਤੋੜ ਕੇ ਮੂੰਹ ਵਿੱਚ ਪਾ ਸਕਣਗੇ ਕਿ ਨਹੀਂ। ਕੀ ਪਤਾ ਉਹਨੂੰ ਇਸ ਤਰ੍ਹਾਂ ਅਪਾਹਜ ਹੋ ਕੇ ਜਿਉਣ ਦੀ ਜਾਚ ਆਵੇਗੀ ਕਿ ਨਹੀਂ। ਲੱਗਿਆ ਕਿ ਨਹੀਂ ਆਵੇਗੀ। ਲੱਗਿਆ ਕਿ ਉਹ ਹਮੇਸ਼ਾ ਮੇਰੇ ਨਾਲ ਰੁੱਸੀ ਰਹੇਗੀ ਕਿ ਮੈਂ ਉਹਨੂੰ ਇਸ ਤਰ੍ਹਾਂ ਜਿਉਣ ਲਈ ਕਿਉਂ ਬਚਾਇਆ ਸੀ। ਉਹ ਤਾਂ ਪੈਰੀਂ ਪੰਜੇਬਾਂ ਪਾ ਕੇ ਛਣਕ ਮਣਕ ਅੰਦਰ ਬਾਹਰ ਤੁਰਦੀ ਰਹਿੰਦੀ ਸੀ। ਉਹ ਤੇ ਅੱਧੀ ਰਾਤ ਤੱਕ ਘਾਹ ਤੇ ਟਹਿਲਦੀ ਰਹਿੰਦੀ ਸੀ ਕਿ ਮੈਂ ਹਨੇਰੇ ਨੂੰ ਇੰਜੋਏ ਕਰ ਰਹੀ ਹਾਂ। ਉਹ ਤੇ ਕੱਥਕ ਨੱਚਦੀ ਸੀ। ਉਹ ਤੇ ਸੰਗੀਤ ਦੀ ਕੋਈ ਵੀ ਮਨਪਸੰਦ ਧੁਨ ਸੁਣ ਕੇ ਪੈਰੀਂ ਘੁੰਗਰੂ ਬੰਨ੍ਹ ਲੈਂਦੀ ਸੀ। ਕੈਂਡੀ ਨੇ ਤੇ ਡੌਲੀ ਨੇ ਦੋਹਾਂ ਨੇ ਕੱਥਕ ਦੀ ਗ੍ਰੈਜੂਏਸ਼ਨ ਕੀਤੀ ਸੀ। ਉਹ ਕਿਸ ਤਰ੍ਹਾਂ ਜੀਵੇਗੀ ਤੁਰਨ ਤੋਂ ਬਿਨਾਂ, ਨੱਚਣ ਤੋਂ ਬਿਨਾਂ, ਪੰਜੇਬਾਂ ਛਣਕਾਉਣ ਤੋਂ ਬਿਨਾਂ। ਜੇ ਮੈਂ ਉਹਨੂੰ ਸੱਚਮੁੱਚ ਪਿਆਰ ਕਰਦੀ ਹਾਂ ਤਾਂ ਉਹਨੂੰ ਕੀ ਮਰ ਜਾਣ ਦਿਆਂ। ਤੇ ਭੁੱਬ ਨਿਕਲ ਗਈ ਮੇਰੀ। ਸੁਖਮਨੀ ਸਾਹਿਬ ਦੇ ਗੁਟਕੇ ਤੇ ਹੀ ਸਿਰ ਝੁਕਾ ਦਿੱਤਾ ਮੈਂ। ਕਿਹਾ ਜੋ ਉਹਦੇ ਲਈ ਚੰਗਾ ਏ ਉਹ ਸਿਰਫ ਤੂੰ ਹੀ ਜਾਣਦਾ ਏ ਮੇਰੇ ਸਤਿਗੁਰ, ਮੇਰੇ ਖੁਦਾਵੰਦ ਪਰਵਰਦਿਗਾਰ। ਮੈਂ ਨਹੀਂ ਜਾਣਦੀ। ਸਿਰਫ ਇੰਨਾ ਜਾਣਨੀ ਆ ਮੈਂ ਕਿ ਨਾ ਇਸ ਵੇਲੇ ਉਹਦੀ ਤਕਲੀਫ ਬਰਦਾਸ਼ਤ ਕਰ ਸਕਨੀ ਆ ਤੇ ਨਾ ਉਹਦੀ ਉਹ ਤਕਲੀਫ ਬਰਦਾਸ਼ਤ ਹੋਵੇਗੀ ਮੇਰੇ ਕੋਲੋਂ ਜਦੋਂ ਉਹ ਜ਼ਿੰਦਾ ਰਹਿ ਕੇ ਵੀ ਜਿਉਣਾ ਨਹੀਂ ਚਾਹੇਗੀ। ਮੇਰੇ ਸਤਿਗੁਰ ਜੀਓ, ਉਹਦੀ ਬਾਂਹ ਫੜ ਲਓ। ਜਿਸ ਰਾਹ ਤੇ ਉਹਦੇ ਲਈ ਤਕਲੀਫ ਤੋਂ ਨਿਜਾਤ ਏ ਉਸ ਰਾਹ ਤੇ ਤੋਰ ਲਓ। ਉਸ ਵੇਲੇ ਮੈਂ ਸਾਰੇ ਚੱਪੂ ਰੋੜ ਦਿੱਤੇ। ਪਾਣੀ ਦੀ ਮੁਖਾਲਿਫ ਦਿਸ਼ਾ ਵੱਲ ਜਿਸ ਬੇੜੀ ਨੂੰ ਲਿਜਾ ਰਹੀ ਸਾਂ ਉਹਨੂੰ ਛੱਡ ਦਿੱਤਾ ਤੂਫਾਨੀ ਪਾਣੀਆਂ ਦੇ ਹਵਾਲੇ। ਸਭ ਕੁਝ ਰੱਬ ਦੇ ਹੱਥ ਸੌਂਪ ਕੇ ਪਤਾ ਨਹੀਂ ਕਿਸ ਵੇਲੇ ਸੌਂ ਗਈ ਮੈਂ। ਕਹਿੰਦੇ ਨੇ ਯਸੂ ਮਸੀਹ ਸੂਲੀ ਤੇ ਚੜ੍ਹੇ ਵੀ ਊਂਘ ਜਾਂਦੇ ਸਨ। ਹੱਥਾਂ ਪੈਰਾਂ ਵਿੱਚ ਠੁੱਕੇ ਹੋਏ ਕਿੱਲ, ਆਪਣੇ ਹੀ ਜਿਸਮ ਦਾ ਭਾਰ ਉਹਨਾਂ ਕਿੱਲਾਂ ਤੋਂ ਲਟਕਦਾ ਹੋਇਆ, ਆਪਣੇ ਹੀ ਲਹੂ ਵਿੱਚ ਗੁੜੁੱਚ ਆਪਣਾ ਹੀ ਬਦਨ, ਤੇ ਉਹ ਊਂਘ ਜਾਂਦੇ ਸਨ। 115 ਅੱਜ ਵੀ ਸੋਚਦੀ ਹਾਂ ਤਾਂ ਸਮਝ ਨਹੀਂ ਆਉਂਦੀ ਉਸ ਘੜੀ ਮੈਂ ਠੀਕ ਕੀਤਾ ਸੀ ਕਿ ਗਲਤ। ਉਹ ਫੈਸਲਾ ਸਹੀ ਸੀ ਜਾਂ ਨਹੀਂ। ਫੈਸਲਾ ਸੀ ਵੀ ਉਹ ਕਿ ਨਹੀਂ ਸੀ, ਕਿਉਂਕਿ ਪਹਿਲੋਂ ਵੀ ਤਾਂ ਦੋਵੇਂ ਬੱਚੀਆਂ ਕਈ ਵਾਰੀ ਇੰਨੀਆਂ ਬਿਮਾਰ ਹੋਈਆਂ ਸਨ ਕਿ ਮੈਂ ਮੌਤ ਦੇ ਜਬੜਿਆਂ ਵਿੱਚੋਂ ਘਸੀਟ ਕੇ ਬਾਹਰ ਕੱਢ ਲਿਆ ਸੀ ਉਹਨਾਂ ਨੂੰ। ਕੈਂਡੀ ਜਦੋਂ ਬਹੁਤ ਛੋਟੀ ਸੀ ਤੇ ਚੱਚੇ ਨੂੰ ਤੱਤਾ ਤੇ ਰਰੇ ਨੂੰ ਲੱਲਾ ਬੋਲਦੀ ਸੀ, ਬੀਜੀ ਦੇ ਘਰ ਦੇ ਵਿਹੜੇ ਵਿੱਚ ਉਹ ਕੌਲੀ ਹੱਥ ਵਿੱਚ ਫੜ ਕੇ ਬੀਜੀ ਕੋਲੋਂ ਪਾਣੀ ਮੰਗਦੀ ਛੋਟੀਆਂ ਲੱਤਾਂ ਨਾਲ ਉੱਧੜ ਗੁੱਧੜੇ ਕਦਮ ਭਰਦੀ ਰਸੋਈ ਵੱਲ ਜਾ ਰਹੀ ਸੀ। ਬੀਜੀ ਪਾਣੀ, ਤਾਨੀ ਬੀਜੀ। ਵਿਹੜੇ ਵਿੱਚ ਇੱਟਾਂ ਜੋੜ ਕੇ ਲਿੰਬ ਪੋਚ ਕੇ ਬਣਿਆ ਇੱਕ ਵੱਡਾ ਸਾਰਾ ਚੁੱਲ੍ਹਾ ਸੀ ਜਿਹਦੇ ਤੇ ਹਰ ਵੇਲੇ ਪਾਣੀ ਦਾ ਵੱਡਾ ਸਾਰਾ ਪਤੀਲਾ ਉਬਲਦਾ ਰਹਿੰਦਾ ਸੀ। ਸਾਰਾ ਦਿਨ ਪਾਣੀ ਉਬਲਦਾ ਰਹਿੰਦਾ, ਪਤੀਲਿਆਂ ਦੇ ਪਤੀਲੇ। ਫਿਰ ਉਹਨੂੰ ਠੰਡਾ ਕਰਨ ਵਾਸਤੇ ਰੱਖ ਦਿੱਤਾ ਜਾਂਦਾ। ਠੰਡਾ ਹੋ ਜਾਂਦਾ ਤਾਂ ਘੜਿਆਂ ਸੁਰਾਈਆਂ ਵਿੱਚ ਭਰ ਲਿਆ ਜਾਂਦਾ, ਬੋਤਲਾਂ ਵਿੱਚ ਭਰ ਕੇ ਫਰਿੱਜ ਵਿੱਚ ਰੱਖ ਦਿੱਤਾ ਜਾਂਦਾ। ਪਾਣੀ ਦਾ ਇਹ ਦਿਨ ਰਾਤ ਦਾ ਚੱਕਰ ਸੀ, ਕਿਉਂਕਿ ਉਂਝ ਤਾਂ ਸਾਰੇ ਹੀ ਕਹਿੰਦੇ ਸਨ ਕਿ ਦਿੱਲੀ ਦਾ ਪਾਣੀ ਸਾਫ਼ ਨਹੀਂ। ਜਮਨਾ ਵਿੱਚ ਸਾਰੇ ਦਿੱਲੀ ਸ਼ਹਿਰ ਦਾ ਗੰਦ ਜਾ ਕੇ ਡਿੱਗਦਾ ਏ ਤੇ ਉਸੇ ਜਮਨਾ ਦਾ ਪਾਣੀ। ਪਰ ਦਾਰਜੀ ਨੂੰ ਪੱਕਾ ਯਕੀਨ ਸੀ ਕਿ ਪੰਜਾਬ ਦਾ ਪਾਣੀ ਪੀ ਕੇ ਪਲੇ ਲੋਕਾਂ ਨੂੰ ਹੋਰ ਕੋਈ ਪਾਣੀ ਹਜ਼ਮ ਹੋ ਹੀ ਨਹੀਂ ਸਕਦਾ। ਕਮ ਅਜ਼ ਕਮ ਉਬਲਿਆ ਪਾਣੀ ਨੁਕਸਾਨ ਤੇ ਨਹੀਂ ਕਰੇਗਾ। ਉੱਧੜ ਗੁੱਧੜ ਲੱਤਾਂ ਨਾਲ ਤੁਰਦੀ ਛੋਟੇ ਕਦਮਾਂ ਨਾਲ ਵਿਹੜਾ ਪਾਰ ਕਰ ਰਹੀ ਸੀ ਉਹ, ਇੱਕ ਹੱਥ ਵਿੱਚ ਕੌਲੀ। ਤਾਂਹੀਏ ਉਹਨੂੰ ਪਤਾ ਨਹੀਂ ਕਿਸ ਤਰ੍ਹਾਂ ਠੋਕਰ ਲੱਗੀ ਕਿ ਕੋਈ ਕਦਮ ਹੀ ਜ਼ਿਆਦਾ ਉੱਧੜ ਗੁੱਧੜਾ ਪੈ ਗਿਆ ਕਿ ਉਹ ਚੌਫਾਲ ਡਿੱਗੀ।
ਤੇ ਉਹਦੀ ਇੱਕ ਲੱਤ ਹੁਣੇ ਜਿਹੇ ਉਬਲੇ ਪਤੀਲੇ ਵਿੱਚ ਜਾ ਪਈ ਜਿਹੜਾ ਚੁੱਲ੍ਹੇ ਦੇ ਕੋਲ ਹੀ ਪਿਆ ਸੀ। ਉਂਝ ਤੇ ਢੱਕਣ ਵੀ ਸੀ ਪਤੀਲੇ ਤੇ, ਪਰ ਕੈਂਡੀ ਦੇ ਗੋਡੇ ਨਾਲ ਉਹ ਪਰਾਂ ਲੁੜਕ ਗਿਆ ਹੋਵੇਗਾ। ਉਹ ਜ਼ੋਰ ਦੀ ਚੀਖੀ। ਬੀਜੀ ਰਸੋਈ ਵਿੱਚੋਂ ਉਹਦੇ ਵੱਲ ਹੀ ਤੱਕ ਰਹੇ ਸਨ। ਉਹਨਾਂ ਵੇਲਣਾ ਵਗਾਹ ਕੇ ਸੁੱਟਿਆ ਤੇ ਬਾਹਰ ਨੂੰ ਦੌੜੇ। ਮੈਂ ਵਰਾਂਡੇ ਵਿੱਚ ਬੈਠੀ ਅਗਲੇ ਦਿਨ ਸਕੂਲ ਪੜ੍ਹਾਉਣ ਲਈ ਸਬਕ ਤਿਆਰ ਕਰ ਰਹੀ ਸਾਂ। ਮੈਂ ਕਾਪੀਆਂ ਕਿਤਾਬਾਂ ਪਰਾਂ ਸੁੱਟ ਕੇ ਕੈਂਡੀ ਵੱਲ ਭੱਜੀ। ਅਜੇ ਹੁਣੇ ਉਹ ਸਾਡੇ ਸਾਹਮਣੇ ਤੁਰ ਰਹੀ ਸੀ। ਮੈਂ ਉਹਦੇ ਉੱਧੜ ਗੁੱਧੜੇ ਕਦਮ ਵੀ ਵੇਖੇ ਸਨ ਤੇ ਹੱਥ ਵਿੱਚ ਫੜੀ ਕੌਲੀ ਵੀ। ਰਸੋਈ ਵੱਲ ਜਾਂਦੀ ਉਹ ਨਿੱਕੇ ਜਿਹੇ ਚਾਬੀ ਵਾਲੇ ਬਾਵੇ ਵਾਂਗੂ ਤੁਰ ਰਹੀ ਸੀ। ਮੈਂ ਉਹਨੂੰ ਤੁਰਦਿਆਂ ਵੇਖ ਕੇ ਹੱਸੀ ਵੀ ਸਾਂ, ਚੁੱਪਚਾਪ। ਇਹ ਸਾਰਾ ਹਾਦਸਾ ਬੀਜੀ ਦੀਆਂ ਤੇ ਮੇਰੀਆਂ ਨਜ਼ਰਾਂ ਦੇ ਸਾਹਮਣੇ ਵਾਪਰਿਆ ਸੀ। ਹਾਦਸੇ ਜਦੋਂ ਵਾਪਰਨੇ ਹੋਣ ਕੋਈ ਕੁਝ ਨਹੀਂ ਕਰ ਸਕਦਾ, ਉਹ ਬਸ ਵਾਪਰ ਜਾਂਦੇ ਨੇ। ਮੇਰੀਆਂ ਤੇ ਬੀਜੀ ਦੀਆਂ 4 ਬਾਹਾਂ ਉਹਨੂੰ ਚੁੱਕ ਰਹੀਆਂ ਸਨ ਤੇ ਉਹ ਚੀਖ ਰਹੀ ਸੀ। ਹੁਣੇ-ਹੁਣੇ ਉਬਾਲ ਕੇ ਰੱਖੇ ਪਾਣੀ ਦੇ ਤੇਜ਼ ਗਰਮ ਪਤੀਲੇ ਵਿੱਚ ਉਹਦੀ ਜਿਹੜੀ ਲੱਤ ਡਿੱਗੀ ਸੀ, ਉਹਦੇ ਤੋਂ ਬੀਜੀ ਨੇ ਕਿਹਾ, ਝਟਪਟ ਪਜਾਮੀ ਲਾ ਦੇਣੀ ਚਾਹੀਦੀ ਏ। ਮੇਰੇ ਹੱਥ ਕੰਬ ਰਹੇ ਸਨ। ਜਦੋਂ ਮੈਂ ਪਜਾਮੀ ਲਾਈ, ਉਹਦੀ ਲੱਤ ਦੀ ਸਕਿਨ ਵੀ ਪਜਾਮੀ ਦੇ ਨਾਲ ਹੀ ਲੈ ਗਈ। ਉਬਲਿਆ ਹੋਇਆ ਲਾਲ ਗੋਸ਼ਤ ਸੀ ਉਹਦੀ ਲੱਤ, ਗੋਡੇ ਤੋਂ ਜ਼ਰਾ ਉੱਤੇ ਤੱਕ ਤੇ ਹੇਠਾਂ ਪੈਰਾਂ ਦੇ ਨਹੁੰਆਂ ਦੇ ਆਖਰੀ ਸਿਰੇ ਤੱਕ ਲਾਲ ਗੋਸ਼ਤ ਦੀ ਲੱਤ। ਮੈਂ ਘਬਰਾ ਕੇ ਉਹਦੇ ਪਾਪਾ ਨੂੰ ਫੋਨ ਕੀਤਾ। ਉਹਨਾਂ ਆ ਕੇ ਪਹਿਲੋਂ ਤਾਂ ਸਭ ਨੂੰ ਕੱਸ ਕੇ ਡਾਂਟਿਆ। ਇਸ ਕਰਕੇ ਨਹੀਂ ਕਿ ਉਹਨਾਂ ਨੂੰ ਆਪਣੇ ਬੱਚਿਆਂ ਨਾਲ ਪਿਆਰ ਸੀ, ਇਸ ਕਰਕੇ ਵੀ ਨਹੀਂ ਕਿ ਉਹ ਕੈਂਡੀ ਦੀ ਤਕਲੀਫ ਨੂੰ ਮਹਿਸੂਸ ਕਰਕੇ ਔਖੇ ਸਨ, ਸਿਰਫ ਇਸ ਲਈ ਕਿ ਮੈਨੂੰ ਤੇ ਮੇਰੀ ਮਾਂ ਨੂੰ ਫਟਕਾਰਨ ਦਾ ਇਹ ਮੌਕਾ ਉਹ ਕਿਉਂ ਗਵਾ ਲੈਂਦੇ। ਫੇਰ ਉਹਨਾਂ ਨੇ ਕੋਈ ਮਲਮ ਜਿਹੀ ਲਾ ਕੇ ਕੈਂਡੀ ਦੀ ਲੱਤ ਤੇ ਪੱਟੀ ਬੰਨ੍ਹ ਦਿੱਤੀ। ਸਾਰੀ ਰਾਤ ਉਹ ਤੜਫਦੀ ਰਹੀ। ਸਾਰੀ ਰਾਤ ਉਹਨੂੰ ਮੈਂ ਗੋਦੀ ਵਿੱਚ ਲੈ ਕੇ ਬੈਠੀ ਰਹੀ। ਸਾਰੀ ਰਾਤ ਮਾਸ ਵਿੱਚੋਂ ਸਿਮਦੇ ਪਾਣੀ ਨਾਲ ਲੱਤ ਤੇ ਬੱਜੀ ਪੱਟੀ ਭਿੱਜਦੀ ਰਹੀ ਤੇ ਸਖਤ ਹੁੰਦੀ ਰਹੀ। ਸਵੇਰ ਤੱਕ ਉਹ ਇੰਨੀ ਸਖਤ ਹੋ ਚੁੱਕੀ ਸੀ ਜਿਵੇਂ ਪਲਸਤਰ ਲੱਗਾ ਹੋਵੇ। ਉਹਦੇ ਪਾਪਾ ਨੇ ਉਹ ਪੱਟੀ ਖਿੱਚ-ਖਿੱਚ ਕੇ ਜਦੋਂ ਲਾਈ ਤਾਂ ਉਹਦੇ ਨਾਲ ਉਹਦੇ ਮਾਸ ਦੀ ਦੂਜੀ ਤਹਿ ਵੀ ਜਿਵੇਂ ਲੱਥ ਗਈ। ਉਹਦੀਆਂ ਚੀਕਾਂ 4 ਦਿਸ਼ਾਵਾਂ ਵਿੱਚ ਗੂੰਜ ਰਹੀਆਂ ਸਨ। ਲੱਤ ਵਿੱਚੋਂ ਹੁਣ ਲਹੂ ਵੀ ਵਗ ਰਿਹਾ ਸੀ। ਪੱਟੀ ਨਾ ਬੰਨੋ ਪਲੀਜ਼, ਫੇਰ ਚਿੰਬੜ ਜਾਏਗੀ। ਮੈਂ ਰਾਜ ਦੇ ਤਰਲੇ ਕਰ ਰਹੀ ਸਾਂ। ਪੱਟੀ ਨਾ ਬੰਨੀ ਗਈ ਤਾਂ ਸਾਰਾ ਦਿਨ ਇਹਨੂੰ ਗੋਦੀ ਵਿੱਚ ਲੈ ਕੇ ਬਹਿਣਾ ਪਵੇਗਾ। ਸਾਰੀ ਰਾਤ ਵੀ ਇਹਦੇ ਜ਼ਖਮ ਦਾ ਖਿਆਲ ਰੱਖਣਾ ਪਵੇਗਾ। ਮਲਮ ਲਗਾਉਂਦੇ ਰਹਿਣਾ ਪਵੇਗਾ ਤਾਂ ਕਿ ਹਵਾ ਵਿੱਚੋਂ ਜਰਮ ਹਮਲਾ ਨਾ ਕਰ ਦੇਣ। ਮੱਖੀਆਂ ਤੋਂ ਬਚਾਉਣਾ ਪਵੇਗਾ। ਮੈਂ ਕਿਹਾ, ਮੈਂ ਸਭ ਕਰ ਲਵਾਂਗੀ, ਪਰ ਖਿੱਚ ਕੇ ਲਾਈ ਜਾਂਦੀ ਪੱਟੀ ਨਾਲ ਉਹਦੇ ਮਾਸ ਦੀ ਇੱਕ ਹੋਰ ਤਹਿ ਦਾ ਖੁਰਚ ਕੇ ਲੈ ਜਾਣਾ ਮੈਨੂੰ ਮਨਜ਼ੂਰ ਨਹੀਂ। ਉਸ ਤਕਲੀਫ ਤੋਂ ਤਾਂ ਹਰ ਹੋਰ ਤਕਲੀਫ ਛੋਟੀ ਏ। ਤੇ ਤਕਰੀਬਨ ਮਹੀਨਾ ਕੁ ਮੈਂ ਉਹਨੂੰ ਦਿਨ ਰਾਤ ਗੋਦੀ ਵਿੱਚ ਲੈ ਕੇ ਬੈਠੀ ਰਹੀ। ਜਦੋਂ ਉਹ ਬਹੁਤ ਰੋਂਦੀ, ਉਹਨੂੰ ਕੁੱਛੜ ਚੁੱਕ ਕੇ ਮੈਂ ਕਮਰੇ ਵਿੱਚ ਚੱਕਰ ਲਾਂਦੀ ਰਹਿੰਦੀ। ਹੌਲੀ-ਹੌਲੀ ਉਹਦੀ ਲੱਤ ਤੇ ਦੂਜੀ ਸਕਿਨ ਜੰਮ ਰਹੀ ਸੀ। ਹੌਲੀ-ਹੌਲੀ ਨਵੀਂ ਸਕਿਨ ਨੇ ਉਹਦੀ ਲੱਤ ਦੇ ਨੰਗੇ ਮਾਸ ਨੂੰ ਕੱਜ ਲਿਆ। ਪਰ ਜਿੱਥੇ ਪੁਰਾਣੀ ਤੇ ਨਵੀਂ ਸਕਿਨ ਦਾ ਜੋੜ ਸੀ ਗੋਡੇ ਤੋਂ ਰਤਾ ਉੱਤੇ, ਉੱਥੇ ਪੁਰਾਣੇ ਤੇ ਨਵੇਂ ਕੱਪੜੇ ਦੀ ਸਿਉਣ ਵਰਗਾ ਦਾਗ ਸੀ। ਸਕਿਨ ਸਪੈਸ਼ਲਿਸਟ ਕੋਲ ਲੈ ਕੇ ਗਈ। ਉਹਨੇ ਕਿਹਾ, ਰੋਜ਼ ਔਲਿਵ ਆਇਲ ਦੀ ਮਾਲਿਸ਼ ਕਰੋ। ਕਈ ਮਹੀਨੇ ਮੈਂ ਕਈ ਘੰਟੇ ਔਲਿਵ ਆਇਲ ਦੀ ਮਾਲਿਸ਼ ਕਰਦੀ ਰਹੀ ਉਹਨੂੰ। ਜਦੋਂ ਵੀ ਵਕਤ ਮਿਲਦਾ ਮਾਲਿਸ਼ ਕਰਨ ਬਹਿ ਜਾਂਦੀ। ਹੌਲੀ-ਹੌਲੀ ਉਹ ਨਿਸ਼ਾਨ ਧੁੰਦਲਾ ਪੈਂਦਾ ਗਿਆ, ਫਿਰ ਗਾਇਬ ਹੋ ਗਿਆ। 116 ਹੁਣ ਵੀ ਜੇ ਉਹ ਮੇਰੀ ਗੋਦੀ ਵਿੱਚ ਲੇਟੀ ਰਹਿੰਦੀ ਉਹਨੇ ਠੀਕ ਹੋ ਜਾਣਾ ਸੀ। ਹੁਣ ਵੀ ਜੇ ਉਹਦੇ ਪਿੰਡੇ ਦੀ ਸੜੀ ਹੋਈ ਸਕਿਨ ਤੇ ਪਲਾਸਟਿਕ ਸਰਜਰੀ ਨਾਲ ਮੇਰੇ ਪਿੰਡੇ ਦੀ ਸਕਿਨ ਲਾ ਦਿੱਤੀ ਜਾਂਦੀ, ਉਹਨੇ ਠੀਕ ਹੋ ਜਾਣਾ ਸੀ। ਪਰ ਉਹਨਾਂ ਦਾ ਵਿਚਕਾਰ ਸ਼ੀਸ਼ੇ ਦੀ ਕੰਧ ਖੜੀ ਕੀਤੀ ਹੋਈ ਸੀ। ਉਹ ਤਾਂ ਮੇਰੇ ਨਾਲ ਸਿਰਫ ਟੈਲੀਫੋਨ ਤੇ ਗੱਲ ਕਰ ਸਕਦੀ ਸੀ ਤੇ ਟੈਲੀਫੋਨ ਨੂੰ ਵੀ ਆਪਣੀ ਹੱਥੀਂ ਆਪਣੇ ਕੰਨ ਨਾਲ ਨਹੀਂ ਸੀ ਲਾ ਸਕਦੀ। ਹੁਣ ਤੇ ਸਿਰਫ ਇੱਕ ਵਾਰ ਮਿੰਟਾਂ ਸਕਿੰਟਾਂ ਲਈ ਮੈਨੂੰ ਉਹਦੇ ਕੋਲ ਜਾਣ ਦੀ ਇਜਾਜ਼ਤ ਮਿਲੀ ਸੀ। ਡਾਕਟਰਾਂ ਦੇ ਤਰਲੇ ਕਰ ਕਰਕੇ, ਸਿਫਾਰਸ਼ਾਂ ਪੁਆ ਕੇ, ਡਿਸਇਨਫੈਕਟਡ ਕੱਪੜੇ ਪਾ ਕੇ, ਡਰਦਿਆਂ ਕਿ ਜੇ ਡਾਕਟਰ ਨਾਰਾਜ਼ ਹੋ ਗਏ ਉਹਦਾ ਇਲਾਜ ਠੀਕ ਤਰ੍ਹਾਂ ਨਹੀਂ ਕਰਨਗੇ, ਡਰਦਿਆਂ ਕਿ ਜੇ ਕੋਈ ਮਾੜੀ ਗੱਲ ਹੋ ਗਈ ਤਾਂ ਇਹੀ ਕਹਿਣਗੇ, ਤੂੰ ਹੀ ਜ਼ਿੱਦ ਕਰਕੇ ਅੰਦਰ ਚਲੀ ਆਈ ਸਾਂ। ਤੇ ਉਹ ਭੁਚਾਲ ਵਰਗੇ ਮਿੰਟ ਕੇ ਸਕਿੰਟ ਅਜਿਹੇ ਸਨ ਕਿ ਮੈਂ ਉਹਦੇ ਨਾਲ ਕੋਈ ਗੱਲ ਹੀ ਨਹੀਂ ਕਰ ਸਕੀ। ਨਾ ਹੀ ਉਹਨੇ ਮੇਰੇ ਨਾਲ ਕੋਈ ਗੱਲ ਕੀਤੀ। ਬਸ ਸਿਰਫ ਇੱਕ ਵਾਰੀ ਅੰਮੂ ਕਿਹਾ ਤੇ ਇੱਕ ਹੰਝੂ, ਉਹਦੀ ਖੱਬੀ ਅੱਖ 'ਚੋਂ ਵਹਿੰਦਾ ਅਥਰੂ ਜਿਹਨੂੰ ਉਹ ਪੂੰਝ ਨਹੀਂ ਸੀ ਸਕਦੀ। ਮੈਂ ਉਸ ਅਥਰੂ ਨੂੰ ਚੁੰਮਿਆ ਤੇ ਡਰਦੀ ਬਾਹਰ ਆ ਗਈ। ਉਸ ਵੇਲੇ ਤੱਕ ਯਕੀਨ ਸੀ ਕਿ ਉਹ ਬਚ ਜਾਏਗੀ, ਠੀਕ ਹੋ ਜਾਵੇਗੀ। ਯਕੀਨ ਸੀ ਕਿ ਉਹਨੂੰ ਕੁਝ ਨਹੀਂ ਹੋ ਸਕਦਾ। ਉਹ ਮੈਨੂੰ ਤੇ ਡੌਲੀ ਨੂੰ ਭਰੇ ਜਹਾਨ ਵਿੱਚ ਇਕੱਲਿਆਂ ਛੱਡ ਕੇ ਨਹੀਂ ਜਾ ਸਕਦੀ। ਉਸ ਵੇਲੇ ਤੱਕ ਮੈਂ ਉਹਨੂੰ ਬਚਾਉਣ ਲਈ ਰੱਬ ਦੇ ਤਰਲੇ ਕਰ ਰਹੀ ਸਾਂ, ਡਾਕਟਰਾਂ ਦੇ ਤਰਲੇ ਕਰ ਰਹੀ ਸਾਂ, ਆਪਣੀ ਐਮਬੈਸੀ ਨੂੰ ਪੈਰਿਸ ਫੋਨ ਕਰ ਕਰਕੇ ਡਾਕਟਰਾਂ ਨੂੰ ਸਿਫਾਰਸ਼ਾਂ ਕਰਵਾ ਰਹੀ ਸਾਂ, ਦਿੱਲੀ ਅਰਪਨਾ ਨੂੰ ਫੋਨ ਕਰ ਕਰਕੇ ਬੰਗਲਾ ਸਾਹਿਬ ਅਖੰਡ ਪਾਠ ਰਖਵਾ ਰਹੀ ਸਾਂ ਤਾਂ ਕਿ ਜਦੋਂ ਤੱਕ ਅਖੰਡ ਪਾਠ ਹੁੰਦਾ ਰਹੇਗਾ ਕੈਂਡੀ ਨੂੰ ਕੋਈ ਖਤਰਾ ਨਹੀਂ ਹੋਵੇਗਾ। ਇੱਕ ਅਖੰਡ ਪਾਠ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, 2 ਮਹੀਨੇ ਵੀ ਲੱਗ ਜਾਣ ਚਾਹੇ, ਪਾਠ ਲਗਾਤਾਰ ਹੁੰਦਾ ਰਹੇ, ਉਹ ਵੀ ਬੰਗਲਾ ਸਾਹਿਬ ਗੁਰਦੁਆਰੇ ਵਿੱਚ ਜਿੱਥੋਂ ਦੋਹਾਂ ਜਹਾਨਾਂ ਦੀਆਂ ਦਾਤਾਂ ਲੈ ਕੇ ਜਾਂਦੇ ਨੇ ਲੋਕ, ਤਾਂ ਉਹਨੂੰ ਕੋਈ ਖਤਰਾ ਨਹੀਂ। ਪਰ ਉਸ ਰਾਤ ਮੈਂ ਘੁੱਟ ਕੇ ਫੜਿਆ ਉਹਦਾ ਹੱਥ ਆਪੇ ਹੀ ਛੱਡ ਦਿੱਤਾ। ਕਿਉਂ ਛੱਡ ਦਿੱਤਾ? ਕਿਉਂ ਸਾਰੇ ਚੱਪੂ ਰੋੜ ਦਿੱਤੇ? ਕਿਉਂ ਸਾਰੇ ਬਾਦਬਾਨ ਫਾੜ ਦਿੱਤੇ? ਕਿਉਂ ਬੇੜੀ ਹਵਾਵਾਂ ਦੇ ਤੇ ਤੂਫਾਨਾਂ ਦੇ ਹਵਾਲੇ ਕਰ ਦਿੱਤੀ? ਸਿਰਫ ਇਸ ਲਈ ਕਿ ਮੈਂ ਉਹਨੂੰ ਬੇਇੰਤਹਾ ਪਿਆਰ ਕਰਦੀ ਸਾਂ।
ਕਿ ਪਿਆਰ ਕਰਦੀ ਸਾਂ, ਇਸੇ ਲਈ ਉਹਦੀ ਤਕਲੀਫ ਬਰਦਾਸ਼ਤ ਨਹੀਂ ਸਾਂ ਕਰ ਸਕਦੀ। ਕਿ ਪਿਆਰ ਕਰਦੀ ਸਾਂ, ਇਸੇ ਕਰਕੇ ਮੈਂ ਉਹਨੂੰ ਕਦੇ ਵੀ ਅਪਾਹਜ ਹੋ ਕੇ ਜਿਉਂਦਿਆਂ, ਰੋ ਰੋ ਕੇ ਜਿਉਂਦਿਆਂ ਨਹੀਂ ਸਾਂ ਤੱਕ ਸਕਦੀ। ਕਿ ਪਿਆਰ ਕਰਦੀ ਸਾਂ, ਇਸੇ ਕਰਕੇ ਉਹਦੀ ਸਾਬਤ ਜ਼ਿੰਦਗੀ ਵਿੱਚੋਂ ਕੁਝ ਵੀ ਮਨਫੀ ਹੁੰਦਾ ਬਰਦਾਸ਼ਤ ਨਹੀਂ ਸਾਂ ਕਰ ਸਕਦੀ। ਪ੍ਰਭਾਤ ਹੋ ਰਹੀ ਸੀ ਜਦੋਂ ਕੱਜਣ ਨੇ ਮੈਨੂੰ ਜਗਾਇਆ। ਅਸੀਂ ਹਸਪਤਾਲ ਪਹੁੰਚੇ ਤਾਂ ਉਹ ਸਫੈਦ ਚਾਦਰਾਂ ਵਿੱਚ ਲਿਪਟੀ ਮੇਰੀ ਬੇਟੀ ਨੂੰ ਬਾਹਰ ਲੈ ਕੇ ਆਏ। ਮੈਂ ਜਦੋਂ ਉਹਨੂੰ ਜੱਫੀ ਪਾਈ, ਉਹਦੀਆਂ ਅੱਖਾਂ ਚੁੰਮੀਆਂ, ਉਹਦਾ ਮੱਥਾ ਚੁੰਮਿਆ, ਉਹਦੇ ਸੰਘਣੇ ਵਾਲਾਂ ਨੂੰ ਸਹਿਲਾਇਆ। ਅੱਜ ਵੀ ਲੱਗਦਾ ਏ ਮੈਂ ਉਹਨੂੰ ਆਪਣੀ ਹੱਥੀਂ ਤੋੜ ਦਿੱਤਾ ਸੀ ਉਸ ਰਾਤ। ਮੈਂ ਉਹਨੂੰ ਇੰਨਾ ਪਿਆਰ ਕਰਦੀ ਸਾਂ ਕਿ ਉਹਨੂੰ ਮੁਕਤ ਕਰ ਦਿੱਤਾ ਆਪਣੇ ਮੋਹ ਤੋਂ, ਜ਼ਿੰਦਗੀ ਤੋਂ। ਜੇ ਮੈਂ ਪਾਠ ਕਰਦੀ ਰਹਿੰਦੀ ਉਹਨੇ ਬਚ ਜਾਣਾ ਸੀ। ਮੈਨੂੰ ਅੱਜ ਵੀ ਯਕੀਨ ਏ ਕਿ ਉਹਨੇ ਬਚ ਜਾਣਾ ਸੀ। ਵੇਖਦਿਆਂ ਵੇਖਦਿਆਂ ਜਿਵੇਂ ਹੱਥਾਂ ਵਿੱਚੋਂ ਕੋਈ ਬੁਲਬੁਲ ਉਡਾਰੀ ਮਾਰਦੀ ਏ। ਕਿਸੇ ਗੀਤ ਦੇ ਬੋਲ ਦੂਰ ਜਾਂਦੇ ਜਾਂਦੇ ਹਵਾ ਵਿੱਚ ਡੁੱਬ ਜਾਂਦੇ ਨੇ। ਅਨੰਤ ਪਾਣੀਆਂ ਦੇ ਉਫਨ ਦੇ ਉਮੜਦੇ ਵਿਸਥਾਰ ਵਿੱਚ ਕੋਈ ਬੇੜੀ ਡੁੱਬ ਜਾਂਦੀ ਏ। ਇੱਕ ਨਹੀਂ, ਦੋ ਬੁਲਬੁਲਾਂ ਨੇ ਉਡਾਰੀ ਮਾਰੀ ਸੀ। ਇੱਕ ਨਹੀਂ, ਦੋ ਗੀਤ ਹਵਾ ਵਿੱਚ ਡੁੱਬੇ ਸਨ। ਇੱਕ ਨਹੀਂ, ਦੋ ਬੇੜੀਆਂ ਗਰਕ ਹੋ ਗਈਆਂ ਸਨ। ਇੱਕ ਕੈਂਡੀ, ਇੱਕ ਮੈਂ। ਅਚਾਨਕ ਅਰਪਣਾ ਯਾਦ ਆਈ, ਮੇਰਾ ਦੂਜਾ ਖੰਭ, ਜਿਹੜੀ ਉੱਥੇ ਦਿੱਲੀ ਵਿੱਚ ਤੜਫ ਰਹੀ ਹੋਵੇਗੀ, ਮੇਰੇ ਵਾਂਗੂ ਹੀ ਜ਼ਿਬਾ ਹੋ ਰਹੀ ਹੋਵੇਗੀ। ਲਿਓਂ ਵਿੱਚ ਮੈਂ ਇਕੱਲੀ ਸਾਂ ਤੇ ਦਿੱਲੀ ਵਿਚਾਰੀ ਅਰਪਣਾ ਇਕੱਲੀ। 117 ਫਰਾਂਸ ਦੇ ਨਿੱਕੇ ਜਿਹੇ ਕਸਬੇ ਲਿਓਂ ਦੀ ਕਬਰਗਾਹ ਵਿੱਚੋਂ ਕੈਂਡੀ ਦੇ ਸੁਗੰਧੀਆਂ ਲੱਦੇ ਪਿੰਡੇ ਦੀ ਖੁਸ਼ਬੂਓਂ ਖਾਲੀ ਰਾਖ ਲੱਕੜੀ ਦੇ ਇੱਕ ਮੋਹਰਬੰਦ ਬਕਸੇ ਵਿੱਚ ਪਾ ਕੇ ਜਦੋਂ ਮੈਨੂੰ ਦਿੱਤੀ ਗਈ, ਮੈਂ ਜਿਵੇਂ ਕਿਸੇ ਟਰਾਂਸ ਵਿੱਚ ਸਾਂ। ਹੋਸ਼ ਤੇ ਬੇਹੋਸ਼ੀ ਦੀ ਸਰਦਲ ਤੇ ਠਿਠਕ ਗਈ ਸਾਂ ਜਿਵੇਂ। ਉਹ ਤਸਦੀਕਸ਼ੁਦਾ ਸੁਰਖ ਸਰਕਾਰੀ ਮੋਹਰਾਂ ਨੰਗੇ ਚਿਲੂੰ ਕਰਦੇ ਜ਼ਖਮ ਸਨ। ਉਹਨਾਂ ਨੂੰ ਪੋਟਿਆਂ ਨਾਲ ਛੂੰਹਦੀ ਤਾਂ ਮੇਰੀ ਛਾਤੀ ਦੇ ਅੰਦਰ ਲੱਖਾਂ ਨੰਗੇ ਜ਼ਖਮ ਚੀਖਦੇ। ਬਕਸਾ ਇੰਨਾ ਭਾਰਾ ਲੱਗਦਾ ਜਿਵੇਂ ਪੂਰੀ ਦੁਨੀਆ ਦੀਆਂ ਤਮਾਮ ਕਬਰਗਾਹਾਂ ਤੇ ਸ਼ਮਸ਼ਾਨਾਂ ਨੂੰ ਉਸ ਬਕਸੇ ਵਿੱਚ ਬੰਦ ਕਰਕੇ ਉਹਨਾਂ ਮੇਰੀਆਂ ਬਾਹਾਂ ਵਿੱਚ ਦੇ ਦਿੱਤਾ ਹੋਵੇ। ਕਦੀ ਉਹ ਇੰਨਾ ਹਲਕਾ ਲੱਗਦਾ ਜਿਵੇਂ ਮੈਂ ਨਿੱਕੀ ਜਿਹੀ ਕੈਂਡੀ ਨੂੰ ਹੀ ਕੁੱਛੜ ਚੁੱਕਿਆ ਹੋਇਆ ਹੋਵੇ। ਇਹ ਤਾਂ ਪੱਕੀ ਗੱਲ ਏ ਕਿ ਮੇਰੇ ਆਪਣੇ ਜਿਸਮ ਦਾ ਭਾਰ ਹੀ ਮੇਰੇ ਕੋਲੋਂ ਨਹੀਂ ਸੀ ਚੁੱਕਿਆ ਜਾ ਰਿਹਾ। ਆਪਣੇ ਹੀ ਜਿਸਮ ਨੂੰ ਕੋਈ ਵਗਾ ਕੇ ਕਿਸ ਤਰ੍ਹਾਂ ਸੁੱਟ ਦੇਵੇ ਤੇ ਕਿੱਥੇ ਸੁੱਟ ਦੇਵੇ, ਖਾਸ ਕਰਕੇ ਉਦੋਂ ਜਦੋਂ ਪੂਰੀ ਕਾਇਨਾਤ ਬਾਹਾਂ ਵਿੱਚ ਚੁੱਕੀ ਹੋਈ ਹੋਵੇ। ਆਪਣੀਆਂ ਹੀ ਲੱਤਾਂ ਨਾਲ ਤੁਰ ਕੇ ਲਿਓਂ ਦੀ ਕਬਰਗਾਹ ਵਿੱਚੋਂ ਬਾਹਰ ਨਿਕਲੀ ਹੋਵਾਂਗੀ, ਹਾਲਾਂਕਿ ਸੱਚ ਕਹਿੰਦੀ ਹਾਂ, ਮੇਰੀਆਂ ਲੱਤਾਂ ਹੈ ਹੀ ਨਹੀਂ ਸਨ। ਉਹਨਾਂ ਹੀ ਲੱਤਾਂ ਨਾਲ ਤੁਰ ਕੇ ਹਵਾਈ ਜਹਾਜ਼ ਤੱਕ ਪਹੁੰਚੀ ਹੋਵਾਂਗੀ। ਹਵਾਈ ਜਹਾਜ਼ ਵਿੱਚ ਮੈਨੂੰ ਕੋਈ ਹੋਸ਼ ਨਹੀਂ ਸੀ, ਜਿਵੇਂ ਬਹੁਤ ਗਹਿਰੇ ਪਾਣੀਆਂ ਦੇ ਧੁਰ ਹੇਠਾਂ ਸੌਂ ਰਹੀ ਹੋਵਾਂ। ਮੇਰੇ ਉੱਤੇ ਅਰਬਾਂ ਟਨ ਪਾਣੀ ਹਿੱਲ ਜੁਲ ਰਿਹਾ ਸੀ, ਪੁਰਸਰਾਰ ਆਵਾਜ਼ਾਂ ਤੇ ਹਲਚਲਾਂ ਨਾਲ ਭਰਿਆ ਪਾਣੀ। ਪਰ ਮੈਂ ਪਾਣੀ ਦੇ ਹੇਠਾਂ ਦੱਬੀ ਪਈ ਸਾਂ, ਹਰ ਅਹਿਸਾਸ ਤੋਂ ਖਾਲੀ। ਖੌਫਨਾਕ ਪੀੜ ਦੇ ਕੋਲੂ ਵਿੱਚ ਮੇਰੀ ਸਾਰੀ ਪੀੜ ਵੀ ਨਪੀੜੀ ਗਈ ਸੀ। ਬਾਕੀ ਬਚਿਆ ਜਿਸਮ ਬਿਲਕੁਲ ਖਾਲੀ ਸੀ, ਸਖਣਾ, ਬੇਹਿੱਸ, ਬੇਲੋਚ। ਉਹ ਕਿਸੇ ਪਿਛਲੀ ਸਦੀ ਦੀ ਗੱਲ ਸੀ ਜਦੋਂ ਹਵਾ ਪਾਗਲ ਹੋ ਕੇ ਚੀਖੀ ਸੀ, ਹੂ ਹੂ ਕਰਕੇ ਵੱਗੀ ਸੀ। ਆਸਮਾਨ ਪਾਟਿਆ ਸੀ, ਕਾੜ ਕਾੜ ਕਰਦਾ ਮੀਂਹ ਵਸਿਆ ਸੀ। ਅੱਧ ਬਣੇ ਮਕਾਨਾਂ ਦੀਆਂ ਛੱਤਾਂ ਫੜਫੜਾ ਕੇ ਉੱਡ ਗਈਆਂ ਸਨ। ਕੱਚੇ ਕੋਠਿਆਂ ਨੂੰ ਮੀਂਹ ਨੇ ਆਪਣੇ ਪੋਟਿਆਂ ਵਿੱਚ ਫੜ ਕੇ ਮਸਲ ਦਿੱਤਾ ਸੀ, ਮਲੀਦਾ ਕਰ ਦਿੱਤਾ ਸੀ। ਬਾਕੀ ਬਚਿਆ ਸੀ ਗਾੜਾ ਚਿੱਕੜ, ਬੇਹਿੱਸ ਮਿੱਟੀ ਦੇ ਲੌਂਦੇ, ਤੇ ਉਹਨਾਂ ਉੱਤੇ ਹੁੰਕਾਰ ਦਾ ਗੜਗੜਾਂਦਾ ਅਰਬਾਂ ਟਨ ਪਾਣੀ ਸਮੁੰਦਰ ਦਾ। ਉਹ ਬਹੁਤ ਸਦੀਆਂ ਪਹਿਲੋਂ ਦੀ ਗੱਲ ਸੀ ਜਦੋਂ ਮੇਰੇ ਜਿਸਮ ਨੂੰ ਕਿਸੇ ਨੇ ਵਿਚਕਾਰੋਂ ਕੱਟ ਦਿੱਤਾ ਸੀ, ਤਿੱਖੇ ਦੰਦਿਆਂ ਵਾਲੀ ਆਰੀ ਨਾਲ, ਦੋ ਫਾੜ। ਦੋਹਾਂ ਟੁਕੜਿਆਂ ਵਿੱਚੋਂ ਫੁੱਟ ਫੁੱਟ ਕੇ ਵਹਿੰਦੀਆਂ ਲਹੂ ਦੀਆਂ ਤਤੀਰੀਆਂ ਲਿਓਂ ਤੋਂ ਚੱਲ ਕੇ ਚੌਂ ਪੁਲਾੜਾਂ ਵਿੱਚ ਫੈਲ ਗਈਆਂ ਸਨ। ਲਹੂ ਦੀਆਂ ਘਰਾਲਾਂ ਸਮੁੰਦਰਾਂ ਨੂੰ ਪਾਰ ਕਰ ਗਈਆਂ ਸਨ। ਧਰਤੀ ਭਿੱਜ ਗਈ ਸੀ ਤੇ ਸੁਰਖ ਲਹੂ ਨਾਲ ਨੁੱਚੜ ਰਹੀ ਸੀ। ਲਹੂ ਦੇ ਛੱਟੇ ਉੱਡ ਕੇ ਆਸਮਾਨ ਤੱਕ ਜਾ ਪਹੁੰਚੇ ਸਨ। 118 ਫੇਰ ਲੱਗਾ ਜਿਵੇਂ ਕੋਈ ਆਵਾਜ਼ਾਂ ਦੇ ਰਿਹਾ ਸੀ। ਆਵਾਜ਼ਾਂ ਜਿਹੋ ਜਿਹੀਆਂ ਖਾਲੀ ਕਬਰਾਂ ਵਿੱਚੋਂ ਆਉਂਦੀਆਂ ਨੇ ਸ਼ਾਹ ਕਾਲੀਆਂ ਰਾਤਾਂ ਵਿੱਚ। ਜਹਾਜ਼ ਬੰਬਈ ਪਹੁੰਚ ਗਿਆ ਸੀ। ਬੰਬਈ ਕਿਉਂ? ਮੈਂ ਤੇ ਸ਼ਾਇਦ ਦਿੱਲੀ ਜਾਣਾ ਸੀ। ਬਚੀ ਹੀ ਹੋਵੇਗੀ ਹੋਸ਼ ਦੀ ਕੋਈ ਤੰਦ, ਅਟਕੀ ਹੀ ਹੋਵੇਗੀ ਆਪਣੇ ਆਪ ਦੀ ਪਾਟੀ ਕੋਈ ਲੀਰ ਕਿਸੇ ਖਿੰਗਰ ਵਿੱਚ। ਤਾਈਂ ਤਾਂ ਪਤਾ ਲੱਗਾ ਹੋਵੇਗਾ ਕਿ ਦਿੱਲੀ ਵਿੱਚ ਅਰਪਣਾ ਮੈਨੂੰ ਉਡੀਕ ਰਹੀ ਸੀ। ਉਹ ਕਹਿਣ ਲੱਗੇ, 3 ਘੰਟਿਆਂ ਮਗਰੋਂ ਦੂਜੀ ਫਲਾਈਟ ਮਿਲੇਗੀ ਦਿੱਲੀ ਵਾਸਤੇ। ਪਹਿਲੋਂ ਆਪਣਾ ਸਮਾਨ, ਕਸਟਮ, ਇਮੀਗ੍ਰੇਸ਼ਨ। ਸਮਾਨ? ਕਿਹੜਾ ਸਮਾਨ? ਉਹ ਮੇਰਾ ਲੱਕੜ ਦਾ ਬਕਸਾ ਕਿੱਥੇ ਹੈ? ਮੈਂ ਅਚਾਨਕ ਚੀਖੀ। ਏਅਰ ਹੋਸਟੈਸ ਨੇ ਮੇਰੇ ਮੋਢੇ ਪਲੋਸੇ। ਤੁਹਾਡੇ ਕੋਲੋਂ ਚੁੱਕਿਆ ਨਹੀਂ ਸੀ ਜਾ ਰਿਹਾ, ਭਾਰਾ ਸੀ, ਅਸੀਂ ਰੱਖ ਦਿੱਤਾ ਏ, ਹੁਣੇ ਮਿਲ ਜਾਵੇਗਾ। ਨਹੀਂ ਨਹੀਂ, ਉਹਦੇ ਤੇ ਕੁਝ ਨਾ ਰੱਖ ਦੇਣਾ, ਉਹਦੇ ਵਿੱਚ ਮਾਈ ਚਾਈਲਡ ਇਜ਼ ਦੇਅਰ ਇਨ ਇਟ। ਏਅਰ ਹੋਸਟੈਸ ਨੇ ਮੇਰੇ ਵੱਲ ਨਿਗਾਹ ਭਰ ਕੇ ਵੇਖਿਆ। ਉਹਦੀਆਂ ਨਜ਼ਰਾਂ ਵਿੱਚ ਇੱਕ ਅਜੀਬ ਬੇਯਕੀਨੀ ਜਿਹੀ ਸੀ, ਖੌਫ ਵੀ ਸੀ ਸ਼ਾਇਦ, ਜਿਸ ਤਰ੍ਹਾਂ ਪਾਗਲਾਂ ਨੂੰ ਤੱਕ ਕੇ ਦਹਿਲ ਜਾਂਦੇ ਨੇ ਲੋਕ। ਉਸ ਵੇਲੇ ਨਹੀਂ ਪਤਾ ਲੱਗਾ। ਮਗਰੋਂ ਉਹਦੀਆਂ ਖੌਫ ਤੇ ਬੇਯਕੀਨੀ ਨਾਲ ਭਰੀਆਂ ਅੱਖਾਂ ਮੇਰੇ ਦੁਆਲੇ ਕਦੇ ਕਦੇ ਫੜਫੜਾਉਂਦੀਆਂ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਸ ਵੇਲੇ ਮੈਨੂੰ ਕੋਈ ਹੋਸ਼ ਨਹੀਂ ਸੀ। ਫੇਰ ਮੈਨੂੰ ਇਹ ਸਭ ਚੀਜ਼ਾਂ ਇੰਨੀਆਂ ਸਾਫ਼ ਕਿਸ ਤਰ੍ਹਾਂ ਯਾਦ ਨੇ? ਸ਼ਾਇਦ ਮੇਰੇ ਜਿਸਮ ਵਿੱਚੋਂ ਮੇਰੀ ਰੂਹ ਨਿਕਲ ਕੇ ਪਰਾਂ ਖੜੋ ਗਈ ਸੀ। ਕਹਿੰਦੇ ਨੇ ਜਿਸਮ ਮਰਦਾ ਏ, ਰੂਹ ਨਹੀਂ ਮਰਦੀ। ਜਿਸਮ ਨੂੰ ਚੋਟ ਲੱਗਦੀ ਏ, ਰੂਹ ਨੂੰ ਨਹੀਂ ਲੱਗਦੀ। ਜਿਸਮ ਫਨਾ ਹੁੰਦਾ ਏ, ਰੂਹ ਫਨਾ ਤੋਂ ਪਰਾਂ ਦੀ ਚੀਜ਼ ਏ। ਮੇਰੀ ਉਸੇ ਰੂਹ ਨੇ ਸ਼ਾਇਦ ਤੱਕਿਆ ਹੋਵੇਗਾ ਸਭ ਕੁਝ। ਮੇਰੀ ਰੂਹ ਦੇ ਜ਼ਿਹਨ ਵਿੱਚ ਉਹ ਫੜਫੜਾਉਂਦੇ ਹੋਏ ਪਲ, ਉਹ ਜ਼ਿਬਾ ਹੁੰਦਾ ਵਕਤ, ਦਿਲਾਵਰੀ ਸਾਹਿਬ ਨੇ ਜਿਹੜਾ ਪਾਠ ਕਰਕੇ ਅਰਦਾਸ ਕੀਤੀ ਸੀ, ਉਹ ਪਾਠ ਤੇ ਅਰਦਾਸ ਵਕਤ ਦੇ ਖਿੰਗਰ ਵਿੱਚ ਅੜੇ ਹੋਏ। ਏਅਰ ਹੋਸਟੈਸ ਦੀਆਂ ਅੱਖਾਂ, ਸੁਰਖ ਮੋਹਰਾਂ ਵਾਲਾ ਬਕਸਾ, ਕੈਂਡੀ ਦਾ ਚਿਹਰਾ, ਉਹਦੀਆਂ ਅੱਖਾਂ ਵਿੱਚੋਂ ਪਲਮ ਦਾ ਅਥਰੂ, ਲੱਕੜ ਦੇ ਬਕਸੇ ਵਿੱਚ ਲੇਟੀ ਹੋਈ ਕੈਂਡੀ ਦਾ ਦਮ-ਦਮ ਚਮਕਦਾ ਮੱਥਾ, ਤਿੱਖੇ ਨੱਕ ਵਿੱਚ ਉਹਦੀ ਹੀਰੇ ਦੀ ਲੌਂਗ ਦੀ ਲਿਸ਼ਕ, ਉਹਦੇ ਜਿਸਮ ਦੀ ਖੁਸ਼ਬੂ, ਸੜੇ ਮਾਸ ਦੀ ਹਵਾਂਕ, ਉਹਦੇ ਸਰਦ ਹੋਂਠਾਂ ਦਾ ਸਵਾਦ ਜਦੋਂ ਮੈਂ ਉਹਨੂੰ ਲੱਕੜੀ ਦੇ ਬਕਸੇ ਵਿੱਚ ਲੇਟੀ ਨੂੰ ਚੁੰਮਿਆ, ਉਹਦੇ ਵਾਲਾਂ ਦਾ ਸਪਰਸ਼ ਜਦੋਂ ਮੈਂ ਉਹਨੂੰ ਦੁਲਾਰਿਆ, ਮੇਰੀ ਛਾਤੀ ਵਿੱਚ ਠੁਕਦੇ ਕਿੱਲਾਂ ਦੀ ਆਵਾਜ਼ ਜਿਨ੍ਹਾਂ ਨਾਲ ਉਸਦੇ ਕੌਫਿਨ ਦਾ ਢੱਕਣ ਬੰਦ ਕੀਤਾ ਗਿਆ, ਉਹ ਪਲ ਜਦੋਂ ਉਸ ਲੱਕੜ ਦੇ ਬਕਸੇ ਵਿੱਚ ਉਹਨੂੰ ਜੱਫੀ ਪਾ ਕੇ ਮੈਂ ਖੁਦ ਉਹਦੇ ਨਾਲ ਲੇਟ ਗਈ, ਉਹ ਹਨੇਰਾ ਜਦੋਂ ਮੇਰੇ ਤੇ ਉਹਦੇ ਉੱਤੇ ਲੱਕੜ ਦਾ ਢੱਕਣ ਕਿੱਲਾਂ ਨਾਲ ਠੋਕਿਆ ਗਿਆ, ਸਭ ਕੁਝ ਮੇਰੀ ਰੂਹ ਦੇ ਜ਼ਿਹਨ ਵਿੱਚ ਫਰੀਜ਼ ਹੋ ਗਿਆ ਜਿਵੇਂ। ਅਨੰਤ ਸਮਿਆਂ ਤੱਕ ਫਰੀਜ਼ ਰਹੇਗਾ ਤੇ ਇੱਕ-ਇੱਕ ਚੀਜ਼ ਮੈਨੂੰ ਸ਼ੀਸ਼ੇ ਦੀ ਕੰਧ ਦੇ ਪਾਰੋਂ ਦਿਸਦੀ ਰਹੇਗੀ, ਇੱਕ-ਇੱਕ ਆਵਾਜ਼ ਮੈਨੂੰ ਸੁਣਾਈ ਦਿੰਦੀ ਰਹੇਗੀ, ਇੱਕ-ਇੱਕ ਜ਼ਖਮ ਟੀਸਦਾ ਰਹੇਗਾ। ਜ਼ਿੰਦਗੀ ਤੇ ਮੌਤ ਵਿੱਚ ਕਿੰਨਾ ਫਾਸਲਾ ਹੁੰਦਾ ਹੈ। ਇੱਕ ਵਾਰੀ ਮਰ ਕੇ ਬੰਦਾ ਫਿਰ ਜੀਵੀ ਕਿਸ ਤਰ੍ਹਾਂ ਜਾਂਦਾ ਹੈ? ਇੱਕ ਜ਼ਿੰਦਗੀ ਵਿੱਚ ਬੰਦਾ ਕਿੰਨੀ ਵਾਰੀ ਮਰਦਾ ਹੈ? ਕੀ ਸ਼ੈ ਹੈ ਇਹ ਜ਼ਿੰਦਗੀ? ਕੀ ਹੁੰਦੀ ਹੈ ਮੌਤ? ਮੌਤ ਤੋਂ ਬਾਅਦ ਬੰਦਾ ਕਿੱਥੇ ਤੁਰ ਜਾਂਦਾ ਹੈ? 119 ਕਸਟਮ ਕਾਊਂਟਰ। ਇਸ ਬਕਸੇ ਵਿੱਚ ਕੀ ਹੈ? ਮਾਈ ਚਾਈਲਡ। ਬੱਚੇ ਦੇ ਖਿਡੌਣੇ? ਨਹੀਂ ਨਹੀਂ। ਇਹਦੀ ਚਾਬੀ? ਸੜ ਗਈ ਹੈ। ਚਾਬੀ? ਏਅਰ ਹੋਸਟੈਸ ਨੇ ਮੇਰਾ ਪਰਸ ਮੇਰੇ ਕੋਲੋਂ ਲੈ ਲਿਆ, ਉਹਦੇ ਵਿੱਚੋਂ ਇੱਕ ਚਿੱਠੀ ਜਿਹੀ ਕੱਢ ਕੇ ਕਸਟਮ ਵਾਲੇ ਨੂੰ ਦੇ ਦਿੱਤੀ। ਉਸ ਚਿੱਠੀ ਤੇ ਵੀ ਉਸੇ ਤਰ੍ਹਾਂ ਦੀਆਂ ਸੁਰਖ ਮੋਹਰਾਂ ਸਨ। ਇਹ ਚਿੱਠੀ? ਕਾਹਦੀ ਇਹ ਚਿੱਠੀ? ਕਿੱਥੋਂ ਆਈ? ਮੇਰੇ ਪਰਸ ਵਿੱਚ ਕਿਸ ਤਰ੍ਹਾਂ ਸੀ? ਇਸ ਕੁੜੀ ਨੂੰ ਕਿਸ ਤਰ੍ਹਾਂ ਪਤਾ ਸੀ? ਸਭ ਸੋਚਦੀ ਮੈਂ ਇੰਨੀ ਥੱਕ ਗਈ, ਨਿਢਾਲ ਹੋ ਗਈ ਕਿ ਕੁਝ ਵੀ ਨਹੀਂ ਪੁੱਛਿਆ। ਕਸਟਮ ਵਾਲੇ ਮੁੰਡੇ ਨੇ ਚਿੱਠੀ ਪੜ੍ਹੀ ਤੇ ਕੂਲੇ ਜਿਹੇ ਹੱਥ ਨਾਲ ਪੋਲਾ ਜਿਹਾ ਕਾਟਾ ਵਾਹ ਦਿੱਤਾ ਬਕਸੇ ਤੇ, ਸਫੈਦ ਚੌਕ ਨਾਲ। ਚਿੱਠੀ ਰੱਖ ਲਈ। ਬਕਸਾ ਗੋਦੀ ਵਿੱਚ ਰੱਖ ਕੇ 3-4 ਘੰਟੇ, 3-4 ਸਦੀਆਂ, 3-4 ਯੁੱਗ ਮੈਂ ਏਅਰਪੋਰਟ ਦੇ ਬੈਂਚ ਤੇ ਬੈਠੀ ਰਹੀ। ਜੀ ਕਰਦਾ ਬਕਸੇ ਨੂੰ ਹੂਟੇ ਦਿਆਂ, ਲੋਰੀ ਗਾਵਾਂ। ਪਰ ਮੈਂ ਹੈ ਹੀ ਕਿੱਥੇ ਸਾਂ? ਮੈਂ ਤੇ ਗਾਇਬ ਸਾਂ। ਉਹ ਤੇ ਮੇਰੇ ਕੱਪੜੇ ਬੈਠੇ ਸਨ ਉੱਥੇ। ਮੇਰੀਆਂ ਬਾਹਾਂ ਗਾੜ-ਗਾੜ ਵਸਦੀ ਤੂਫਾਨੀ ਬਾਰਿਸ਼ ਵਿੱਚ ਮਿੱਟੀ ਵਾਂਗੂ ਖੁਰ ਕੇ ਵਹਿ ਰਹੀਆਂ ਸਨ। ਮੇਰਾ ਸਾਰਾ ਜਿਸਮ ਮਿੱਟੀ ਵਾਂਗੂ ਖੁਰ ਕੇ ਮੇਰੇ ਪੈਰਾਂ ਹੇਠਾਂ ਚਿੱਕੜ ਬਣਦਾ ਜਾ ਰਿਹਾ ਸੀ। ਆਪਣੇ ਹੀ ਜਿਸਮ ਦੇ ਚਿੱਕੜ ਵਿੱਚ ਖੁੱਭੀ ਬੈਠੀ ਸਾਂ ਮੈਂ। ਵਾਕਈ ਬੈਠੀ ਹੀ ਸਾਂ? ਪਤਾ ਨਹੀਂ। 120 ਦਿੱਲੀ। ਹਵਾਈ ਜਹਾਜ਼ ਤੋਂ ਉਤਰਦਿਆਂ ਹੀ ਸਾਰੇ ਨਜ਼ਰ ਆਏ। ਅਰਪਣਾ ਹਰਾਸੀ ਹੋਈ, ਸਹਿਮੀ ਪਿਘਲ ਕੇ ਵਹਿੰਦੀ। ਦਾਰਜੀ, ਜਸਬੀਰ, ਤੋਸ਼ੀ, ਮਾਸੜ ਜੀ, ਹੋਰ ਪਤਾ ਨਹੀਂ ਕੌਣ-ਕੌਣ। ਮੈਂ ਧਾ ਕੇ ਅਰਪਣਾ ਦੇ ਗਲ ਲੱਗੀ ਤੇ ਰੋਣ ਕੜ ਪਾਟ ਕੇ ਵਹਿ ਤੁਰਿਆ। ਸਦੀਆਂ ਤੋਂ ਜੰਮੀ ਬਰਫ਼ ਵਾਂਗੂ ਜੰਮਿਆ ਰੋਣ, ਗਲੇਸ਼ੀਅਰਾਂ ਵਾਂਗੂ ਜੰਮਿਆ ਰੋਣ, ਆਂਦਰਾਂ ਨੂੰ ਜਿਵੇਂ ਕੋਈ ਰੱਸੀਆਂ ਵਾਂਗੂ ਹੱਥ ਤੇ ਲਪੇਟ ਕੇ ਖਿੱਚ ਰਿਹਾ ਸੀ। ਢਿੱਡ ਵਿੱਚ ਕੋਈ ਲਗਾਤਾਰ ਮੁੱਕੇ ਮਾਰ ਰਿਹਾ ਸੀ। ਅਸੀਂ ਦੋਵੇਂ ਇੱਕ ਦੂਜੀ ਦੇ ਗਲ ਲੱਗੀਆਂ ਰੋ ਰਹੀਆਂ ਸਾਂ। ਅੱਥਰੂ ਖੌਲ ਦੇ ਲਾਵੇ ਵਾਂਗੂ ਵਹਿ ਰਹੇ ਸਨ। ਸਾਰਾ ਜੱਗ ਰੋ ਰਿਹਾ ਸੀ ਜਿਵੇਂ। ਵਣਾਂ ਦੇ ਪਖੇਰੂ ਵੀ ਰੋ ਰਹੇ ਸਨ। ਕਿਸੇ ਨੇ ਸਾਡੀਆਂ ਜ਼ਿੰਦਗੀਆਂ ਦੇ ਕੱਜਣਾਂ ਨੂੰ ਖਿੱਚ ਕੇ ਉਚਾੜ ਦਿੱਤਾ ਤੇ ਪਰਾਂ ਵਗਾਹ ਮਾਰਿਆ ਤੇ ਨੰਗੀਆਂ ਜ਼ਿੰਦਗੀਆਂ ਬੇਰਹਿਮ, ਬੇਕਿਨਾਰ, ਅਥਾਹ ਅਸੀਮ ਪੁਲਾੜ ਵਿੱਚ ਉਗੜੀਆਂ ਛੱਡ ਦਿੱਤੀਆਂ। ਬੇਕੱਜਣ ਤੇ ਉਗੜੀਆਂ ਹੋਈਆਂ। ਕਿਹੜੇ ਵੇਲੇ ਕਿਸੇ ਨੇ ਫੜ ਕੇ ਮੋਟਰ ਵਿੱਚ ਬਿਠਾਇਆ, ਕੁਝ ਹੋਸ਼ ਨਹੀਂ। ਕੌਣ-ਕੌਣ ਮੇਰੇ ਨਾਲ ਬੈਠਾ ਮੈਨੂੰ ਯਾਦ ਨਹੀਂ। ਸਿਰਫ ਅਰਪਣਾ ਅਜੇ ਵੀ ਮੈਨੂੰ ਆਪਣੇ ਗਲ ਨਾਲ ਚੰਬੜੀ ਹੋਈ ਸਿਸਕਦੀ ਨਜ਼ਰ ਆਉਂਦੀ ਏ। ਤੇ ਨਜ਼ਰ ਆਉਂਦੇ ਨੇ ਦਾਰਜੀ ਦੇ ਕੰਬਦੇ ਹੋਠ, ਥਰ-ਥਰ ਥਰਰਾਉਂਦੇ, ਉਹਨਾਂ ਦੀ ਸਫੈਦ ਦਾੜੀ ਦੇ ਕੇਸ, ਅਥਰੂਆਂ ਨਾਲ ਲਬਾ-ਲਬ ਭਰੀਆਂ ਉਹਨਾਂ ਦੀਆਂ ਅੱਖਾਂ ਜਿਹੜੀਆਂ ਡੱਕੇ ਹੋਏ ਹੜ੍ਹਾਂ ਵਾਂਗੂ ਲੱਗ ਰਹੀਆਂ ਸਨ, ਸੁਰਖ ਤੇ ਬੇਬਸ ਤੇ ਅਜੀਬ ਤਰੀਕੇ ਨਾਲ ਪਿਘਲੀਆਂ ਹੋਈਆਂ। ਉਹ ਬਕਸਾ ਕਿੰਨੇ ਕਿਸ ਵੇਲੇ ਚੁੱਕ ਲਿਆ ਪਤਾ ਨਹੀਂ। ਮੇਰੇ ਕੋਲੋਂ ਆਪਣੇ ਜਿਸਮ ਦਾ ਭਾਰ ਵੀ ਨਹੀਂ ਸੀ ਚੁੱਕਿਆ ਜਾ ਰਿਹਾ, ਪਰ ਉਹ ਬਕਸਾ ਕਿਸੇ ਦੇ ਹੱਥ ਵਿੱਚ ਤੱਕ ਕੇ ਮੈਂ ਧਾ ਕੇ ਉਹਨੂੰ ਚੁੱਕ ਲਿਆ ਤੇ ਆਪਣੀ ਗੋਦੀ ਵਿੱਚ ਰੱਖ ਲਿਆ। ਇਹ ਕੈਂਡੀ ਏ। ਕੈਂਡੀ ਨੂੰ ਮੈਂ ਆਪਣੇ ਨਾਲ ਲੈ ਕੇ ਆਈ ਹਾਂ। ਤੱਕੋ, ਇਹ ਕੈਂਡੀ ਏ। ਇਹ ਕੈਂਡੀ ਏ। ਮੈਂ ਉਸ ਬਕਸੇ ਨੂੰ ਹੱਥ ਨਾਲ ਦੁਲਾਰ ਰਹੀ ਸਾਂ। ਪੋਲੇ ਜਿਹੇ ਹੱਥ ਨਾਲ ਪੋਲਾ-ਪੋਲਾ ਪਿਆਰ ਦੇ ਰਹੀ ਸਾਂ। ਮੈਨੂੰ ਯਾਦ ਏ ਉਹ ਪਲ। ਉਹ ਮੇਰੇ ਜ਼ਿਹਨ ਵਿੱਚ ਫਾਸਲ ਬਣ ਗਿਆ ਹੋਇਆ ਏ। ਅਰਪਣਾ ਨੇ ਆਪਣਾ ਸਿਰ ਉਸ ਬਕਸੇ ਤੇ ਰੱਖ ਦਿੱਤਾ ਤੇ ਆਪਣੀ ਬਾਂਹ ਵਲਾ ਕੇ ਉਹਨੂੰ ਜੱਫੀ ਪਾ ਲਈ। ਹੁਣ ਉਹ ਹੁਬਕੀ-ਹੁਬਕੀ ਰੋ ਰਹੀ ਸੀ। ਉਹ ਵੀ ਤੇ ਮੈਂ ਵੀ। ਮੋਟਰ ਅਣਜਾਣ ਰਸਤਿਆਂ ਤੋਂ ਤੁਰਦੀ ਜਾ ਰਹੀ ਸੀ। ਆਸ-ਪਾਸ ਦੀ ਹਵਾ ਵਿੱਚੋਂ ਫੇਫੜਿਆਂ ਵਿੱਚ ਅਜੀਬ ਘੁਟਨ ਜਿਹੀ ਭਰ ਰਹੀ ਸੀ। 121
ਘਰ ਵਿੱਚ ਇੱਕ ਅਜੀਬ ਵਹਿਸ਼ਤ ਜਿਹੀ ਛੱਤਾਂ ਨਾਲੋਂ ਚਮਗਾਦੜਾਂ ਵਾਂਗੂ ਲਟਕ ਰਹੀ ਸੀ। ਰਹਿ ਕੇ ਉਹ ਚਮਗਾਦੜ ਆਪਣੇ ਅੰਨੇ ਹਨੇਰੇ ਵਿੱਚ ਉੱਡਦੇ ਤੇ ਫਟਾਫਟ ਕੰਧਾਂ ਨਾਲ ਵੱਜਦੇ। ਕੰਧਾਂ ਨਾਲੋਂ ਸਦੀਆਂ ਪੁਰਾਣੇ ਜਾਲੇ ਲਟਕ ਰਹੇ ਸਨ। ਜਿਵੇਂ ਇੱਕ ਕਦਮ ਤੁਰੋ ਤਾਂ ਉਹ ਜਾਲੇ ਆਪਣੀ ਤਮਾਮ ਮਨਹੂਸੀਅਤ ਨਾਲ ਸਿਰ ਦੇ ਵਾਲਾਂ ਨਾਲ ਪਲਮ ਜਾਂਦੇ, ਅੱਖਾਂ ਦੀਆਂ ਝਿਮਣੀਆਂ ਨਾਲ ਲਿਪਟ ਜਾਂਦੇ ਤੇ ਫਿਰ ਕੁਝ ਵੀ ਵਿਖਾਈ ਨਾ ਦਿੰਦਾ। ਘਰ ਵਿੱਚ ਸਾਰਾ ਦਿਨ ਲੋਕੀ ਆਉਂਦੇ, ਪਤਾ ਨਹੀਂ ਕੀ ਬੋਲਦੇ, ਕੀ ਕਹਿੰਦੇ। ਮੈਨੂੰ ਲੱਗਦਾ ਉਹਨਾਂ ਦੀਆਂ ਆਵਾਜ਼ਾਂ ਦੂਰ ਖਲਾਅ ਵਿੱਚੋਂ ਆ ਰਹੀਆਂ ਸਨ। ਮੈਨੂੰ ਨਾ ਕੁਝ ਸੁਣਾਈ ਦਿੰਦਾ ਸੀ, ਨਾ ਕੁਝ ਸਮਝ ਆਉਂਦਾ ਸੀ। ਰਿਸ਼ਤੇਦਾਰ, ਦੋਸਤ ਤਸੱਲੀ ਦਿੰਦੇ, ਕਹਿੰਦੇ ਪਾਠ ਰੱਖ ਦਿਓ, ਉਹਦੀ ਰੂਹ ਨੂੰ ਸ਼ਾਂਤੀ ਮਿਲੇਗੀ। ਪਾਠ? ਉਹੀ ਪਾਠ ਜਿਹੜਾ ਮੈਂ ਲਿਓਂ ਦੇ ਉਸ ਕਮਰੇ ਵਿੱਚ ਦਿਨ ਰਾਤ ਕਰਦੀ ਰਹੀ ਸਾਂ। ਉਹੀ ਪਾਠ ਜਿਹੜਾ ਮੈਂ ਹਸਪਤਾਲ ਦੇ ਬਾਹਰ ਦਿਨ ਰਾਤ ਕਰਦੀ ਰਹੀ ਸਾਂ। ਉਹੀ ਪਾਠ ਜਿਹਦੇ ਬਾਰੇ ਮੈਨੂੰ ਵਿਸ਼ਵਾਸ ਸੀ ਕਿ ਜਿੰਨਾ ਚਿਰ ਪਾਠ ਹੁੰਦਾ ਰਹੇਗਾ ਕੈਂਡੀ ਦੀ ਜਾਨ ਨੂੰ ਕੋਈ ਖਤਰਾ ਨਹੀਂ। ਉਹੀ ਪਾਠ ਜਿਹਦੇ ਲਈ ਮੈਂ ਲਿਓਂ ਤੋਂ ਅਰਪਨਾ ਨੂੰ ਫੋਨ ਕੀਤਾ ਸੀ ਕਿ ਬੰਗਲਾ ਸਾਹਿਬ ਜਾ ਕੇ ਅਖੰਡ ਪਾਠ ਰਖਵਾ ਦੇ। ਇੱਕ ਪਾਠ ਦਾ ਭੋਗ ਪਵੇ ਤਾਂ ਦੂਜੇ ਦਾ ਭੋਗ ਪਵੇ ਤਾਂ ਤੀਜਾ। ਜਦੋਂ ਤੱਕ ਕੈਂਡੀ ਠੀਕ ਨਹੀਂ ਹੋ ਜਾਂਦੀ, ਤੇ ਕੈਂਡੀ ਨੂੰ ਤਾਂ ਠੀਕ ਹੋਣਾ ਹੀ ਪਵੇਗਾ ਜਦ ਤੱਕ ਪਾਠ ਹੁੰਦਾ ਰਹੇਗਾ। ਨਹੀਂ, ਮੇਰੇ ਸਾਰੇ ਵਿਸ਼ਵਾਸ ਟੁੱਟ ਗਏ ਸਨ। ਰੱਬ ਨਾਲ ਮੈਂ ਰੁੱਸ ਗਈ ਸਾਂ। ਉਂਝ ਕਹਿੰਦੇ ਨੇ ਜਦੋਂ ਅੰਤਾਂ ਦੀ ਆਫਤ ਆਵੇ ਤਾਂ ਰੱਬ ਰੁੱਸ ਜਾਂਦਾ ਏ। ਉਹ ਕੌਣ ਹੁੰਦਾ ਹੈ ਰੁੱਸਣ ਵਾਲਾ? ਮੈਂ ਹੀ ਰੁੱਸ ਗਈ ਸਾਂ ਉਹਦੇ ਨਾਲ। ਇਹ ਵੀ ਲੱਗਦਾ ਸੀ ਕਿ ਉਹ ਤਾਂ ਹੈ ਹੀ ਨਹੀਂ। ਜੇ ਕੈਂਡੀ ਨਹੀਂ ਤਾਂ ਰੱਬ ਵੀ ਨਹੀਂ। ਜੇ ਹੁੰਦਾ ਤਾਂ ਇਸ ਤਰ੍ਹਾਂ ਕਰਦਾ। ਇਹ ਕੋਈ ਉਮਰ ਸੀ ਮਰਨ ਦੀ? ਕਿਉਂ ਉਸ ਜ਼ਾਲਮ ਰੱਬ ਨੇ ਮਾਰ ਮੁਕਾਇਆ ਉਹਨੂੰ? ਮੈਂ ਨਹੀਂ ਮੰਨਦੀ ਕਿਸੇ ਪਾਠ ਨੂੰ। ਮੈਂ ਨਹੀਂ ਕੋਈ ਪਾਠ ਰਖਵਾਣੇ, ਮੈਂ ਨਹੀਂ ਕੋਈ ਭੋਗ ਪਾਣੇ। ਭੋਗ ਪਾਣ ਨਾਲ ਬੰਦੇ ਦਾ ਭੋਗ ਤੇ ਨਹੀਂ ਪੈ ਜਾਂਦਾ। ਕੈਂਡੀ ਤਾਂ ਮੇਰੇ ਹਰ ਸਾਹ ਨਾਲ ਅੰਦਰ ਜਾਂਦੀ ਸੀ, ਹਰ ਸਾਹ ਨਾਲ ਬਾਹਰ ਨਿਕਲ ਕੇ ਮੇਰੇ ਦੁਆਲੇ ਖਿੱਲਰ ਜਾਂਦੀ ਸੀ। ਕਦੇ ਸੱਚਮੁੱਚ ਲੱਗਦਾ ਉਹ ਮੋਈ ਨਹੀਂ ਸੀ, ਉਹ ਤੇ ਮੇਰੇ ਕੋਲ ਸੀ। ਅੱਧੀ ਰਾਤੀ ਮੈਂ ਉਹਨੂੰ ਆਵਾਜ਼ ਮਾਰਦੀ ਤੇ ਉਹ ਅਡੋਲ ਆ ਕੇ ਮੈਨੂੰ ਲਿਪਟ ਕੇ ਲੇਟ ਜਾਂਦੀ ਮੇਰੇ ਨਾਲ, ਮੇਰੀ ਬਾਂਹ ਤੇ ਸਿਰ ਰੱਖ ਕੇ। ਅਗਸਤ ਦੇ ਮਹੀਨੇ ਦੀਆਂ ਤਪਦੀਆਂ ਦੁਪਹਿਰਾਂ ਵਿੱਚ ਮੈਨੂੰ ਉਹਦੀਆਂ ਪੰਜੇਬਾਂ ਦੀ ਆਵਾਜ਼ ਸੁਣਾਈ ਦਿੰਦੀ। ਤ੍ਰਹਿ ਕੇ ਮੈਂ ਬੂਹੇ ਵੱਲ ਤੱਕਦੀ, ਕਿਧਰੇ ਹੁਣੇ ਆਈ ਮੇਰੀ ਬਚੜੀ ਫੇਰ ਬਾਹਰ ਨਾ ਨਿਕਲ ਜਾਵੇ। ਮੈਨੂੰ ਉਹਦੀ ਹਾਸੀ ਸੁਣਾਈ ਦਿੰਦੀ, ਮੈਨੂੰ ਉਹਦਾ ਰੋਣ ਸੁਣਾਈ ਦਿੰਦਾ। ਮੈਨੂੰ ਉਹ ਤੁਰਦੀ ਫਿਰਦੀ ਨਜ਼ਰ ਆਉਂਦੀ। ਰਾਤੀ ਬਾਹਰ ਲੌਨ ਵਿੱਚ ਬੈਠੀ ਮੈਨੂੰ ਉਹ ਦਿਸਦੀ। ਰਾਤੀ ਆਪਣੇ ਮੰਜੇ ਤੇ ਮੇਰੇ ਨਾਲ ਲੇਟੀ ਨੂੰ ਮੈਂ ਜੱਫੀ ਪਾ ਕੇ ਸੌਂ ਜਾਂਦੀ। ਮੇਰੇ ਸੁਪਨਿਆਂ ਵਿੱਚ ਆ ਕੇ ਉਹ ਮੇਰੇ ਗਲ ਨਾਲ ਪਲਮ ਜਾਂਦੀ। ਜ਼ਿੰਦਗੀ ਤੇ ਮੌਤ ਵਿੱਚ ਵਾਕਈ ਕੋਈ ਫਾਸਲਾ ਹੁੰਦਾ ਹੈ। 122। ਮੇਰੇ ਅੰਦਰੋਂ ਹਜ਼ਾਰਾਂ ਆਵਾਜ਼ਾਂ ਸੁਣਾਈ ਦਿੰਦੀਆਂ, ਇੱਕ ਦੂਜੀ ਵਿੱਚ ਉਲਝੀਆਂ, ਗੁੱਛਾ ਮੁੱਛਾ ਹੋ ਕੇ ਬੈਠੀਆਂ। ਮੇਰੀਆਂ ਆਂਦਰਾਂ ਦੀ ਥਾਵੇਂ ਇਹੀ ਆਵਾਜ਼ਾਂ ਤੇ ਨਹੀਂ ਸਨ ਮੇਰੇ ਢਿੱਡ ਵਿੱਚ ਆ ਬੈਠੀਆਂ। ਘਬਰਾਏ ਪੰਛੀਆਂ ਵਾਂਗੂ ਜਿਨ੍ਹਾਂ ਦੇ ਡੈਣੇ ਫੜਫੜਾਉਂਦੇ ਹੋਏ ਸਿਆਹ ਆਸਮਾਨ ਵੱਲ ਉੱਡਦੇ, ਜਦੋਂ ਉਹਨਾਂ ਨੂੰ ਖਬਰੇ ਪਤਾ ਹੁੰਦਾ ਜਾਂ ਨਾ ਹੁੰਦਾ ਕਿ ਹਨੇਰਿਆਂ ਵੱਲ ਉੱਡਦਿਆਂ ਕੁਝ ਵੀ ਹੋ ਸਕਦਾ ਸੀ। ਹਨੇਰਿਆਂ ਵਿੱਚ ਹੋਰ ਗਾੜੇ ਸਿਆਹ ਰੰਗ ਦਾ ਜਿਵੇਂ ਇੱਕ ਪਰਚਮ ਜਿਹਾ ਲਹਿਰਾਂਦਾ, ਕਾਲੇ ਪਾਣੀਆਂ ਵਿੱਚ ਡੋਲਦੇ, ਹਿਚਕੋਲੇ ਖਾਂਦੇ, ਕਿਸੇ ਠੋਸ ਸਿਆਹ ਜਹਾਜ਼ ਵਾਂਗੂ ਜਿਹਦੀਆਂ ਸਾਰੀਆਂ ਬੱਤੀਆਂ ਚਕਨਾਚੂਰ ਹੋ ਚੁੱਕੀਆਂ ਹੋਣ। ਉਸ ਠੋਸ ਸਿਆਹ ਰੰਗ ਵੱਲ ਜਦੋਂ ਮੈਂ ਬਾਂਹ ਉਲਾਰਦੀ, ਮੈਨੂੰ ਲੱਗਦਾ ਮੈਂ ਕਿਸੇ ਘੁੰਮਣ ਘੇਰੀ ਵਿੱਚ ਫਸ ਗਈ ਸਾਂ। ਤੇਜ਼ੀ ਨਾਲ ਗੋਲ ਰਿੜਕੀਂਦਾ ਪਾਣੀ ਜਿਹੜਾ ਮੈਨੂੰ ਹੇਠਾਂ ਹੀ ਹੇਠਾਂ ਖਿੱਚਦਾ, ਪਾਤਾਲ ਵੱਲ। ਪਾਤਾਲ ਵਿੱਚ ਥੋੜ੍ਹੀ ਜਿਹੀ ਨੀਂਦਰ ਆਵੇਗੀ। ਨੀਂਦਰ ਵਿੱਚ ਕੈਂਡੀ ਦਾ ਸੁਪਨਾ ਆਏਗਾ। ਸੁਪਨੇ ਵਿੱਚ ਦਿਸੇਗੀ ਮੈਨੂੰ ਮੇਰੀ ਗੁਆਚੀ ਬੱਚੀ। ਉਸ ਠੋਸ ਸਿਆਹ ਰੰਗ ਨੂੰ ਮੈਂ ਹੱਥ ਲਾ ਕੇ ਵੇਖਣਾ ਚਾਹੁੰਦੀ ਸਾਂ। ਵੇਖਣਾ ਚਾਹੁੰਦੀ ਸਾਂ ਕਿ ਤਮਾਮ ਦੁਨੀਆ ਜਦੋਂ ਖੋਖਲੀ ਤੇ ਖਾਲੀ ਹੋ ਗਈ ਸੀ, ਉਹ ਠੋਸ ਸਿਆਹੀ ਪੁਲਾੜ ਵਿੱਚ ਤੈਰਦੀ ਕੀ ਕਰ ਰਹੀ ਸੀ? ਪਾਣੀਆਂ ਉੱਤੇ ਵਾਕਈ ਫਿਸਲ ਰਹੀ ਸੀ? ਜੇ ਹੈ ਸੀ ਤਾਂ ਉਹਦੇ ਅੰਦਰ, ਉਹਦੇ ਪਾਰ ਕੀ ਸੀ? ਸਾਰੇ ਲੋਕ ਜਿਹੜੇ ਤੁਰ ਜਾਂਦੇ ਨੇ, ਮਰ ਜਾਂਦੇ ਨੇ, ਉਹਨਾਂ ਨਾਲ ਭਰਿਆ ਜਹਾਜ਼ ਸੀ ਉਹ ਕੋਈ, ਜਿਹੜਾ ਪੁਲਾੜ ਵਿੱਚ ਵੀ ਤੈਰ ਰਿਹਾ ਸੀ ਤੇ ਪਾਣੀਆਂ ਵਿੱਚ ਵੀ? ਸਾਰੇ ਦਰਵਾਜ਼ੇ ਬੰਦ ਸਨ ਉਸ ਜਹਾਜ਼ ਦੇ, ਕਿ ਕੋਈ ਖੁੱਲ੍ਹਾ ਵੀ ਰਹਿ ਗਿਆ ਸੀ? ਮੈਨੂੰ ਲੱਗਦਾ ਮੈਂ ਮਾਜ਼ੀ ਤੇ ਭਵਿੱਖ ਦੇ ਵਿਚਕਾਰ ਪਾਟੀ ਕਿਸੇ ਕਾਲੀ ਖਾਈ ਵਿੱਚ ਢਹਿ ਪਈ ਸਾਂ। ਇਹ ਖਾਈ ਦਰਅਸਲ ਕੋਈ ਗਾਰ ਸੀ, ਸ਼ਾਇਦ ਕਿਸੇ ਆਦਿਮ ਭਿਅੰਕਰ ਜਾਨਵਰ ਦੀ ਗਾਰ। ਤਾਈਆਂ ਤਾਂ ਇੰਨੀਆਂ ਨੁਕੀਲੀਆਂ ਹੱਡੀਆਂ ਦੇ ਢੇਰ ਲੱਗੇ ਪਏ ਸਨ। ਹਜ਼ਾਰਾਂ, ਲੱਖਾਂ, ਕਰੋੜਾਂ ਸਾਲ ਪਹਿਲੋਂ ਚੱਬ ਕੇ ਸੁੱਟੀਆਂ ਹੱਡੀਆਂ ਦੇ ਢੇਰ ਜਿਹੜੀਆਂ ਹੁਣ ਫੌਸਲ ਬਣ ਗਈਆਂ ਸਨ ਤੇ ਮੇਰੇ ਗੋਸ਼ਤ ਵਿੱਚ ਜਿਹੜੀਆਂ ਖੰਜਰਾਂ ਵਾਂਗੂ ਖੁੱਭ ਗਈਆਂ ਸਨ। ਤਾਰੇ ਝੜ ਕੇ ਸਿਆਹ ਜ਼ਮੀਨ ਤੇ ਡਿੱਗਦੇ, ਪਤਝੜ ਦੀ ਰੁੱਤੇ ਸੁੱਕੇ ਪੱਤਿਆਂ ਵਾਂਗੂ, ਜਿਹੜੇ ਟੁੱਟੇ ਖੰਭਾਂ ਵਾਲੇ ਛੋਟੇ ਬੇਸਹਾਰਾ ਪਰਿੰਦਿਆਂ ਵਾਂਗੂ ਵੀ ਨਹੀਂ, ਪਰਿੰਦਿਆਂ ਦੇ ਬੇਸਹਾਰਾ ਬੋਟਾਂ ਵਾਂਗੂ ਆਲ੍ਹਣਿਆਂ ਵਿੱਚੋਂ ਡਿੱਗਦੇ ਨੇ ਤੇ ਖੁਸ਼ਕ ਬੇਜ਼ਰ ਮਿੱਟੀ ਵਿੱਚ ਰੁਲ ਜਾਂਦੇ ਨੇ। ਸੁੱਕੇ ਪੱਤਿਆਂ ਨੂੰ ਫਿਰ ਕੋਈ ਅੱਗ ਲਾ ਦਿੰਦਾ। ਕਾਲੀ ਸ਼ਾਹ ਰਾਤ ਵਿੱਚ ਅੱਗ ਦੀਆਂ ਸੁਰਖ ਤੇ ਕਿਰਮਚੀ ਤੇ ਨਾਰੰਗੀ ਲਾਟਾਂ ਕੰਬਦੀਆਂ ਹੋਈਆਂ ਉਤਾਂ ਉੱਠਦੀਆਂ। ਬਹੁਤ ਸਾਰੇ ਪਰਿੰਦਿਆਂ ਦੇ ਸੜਨ ਦੀ ਹਵਾਂਕ ਚਾਰੇ ਪਾਸੇ ਫੈਲ ਜਾਂਦੀ। ਉਹਨਾਂ ਦੇ ਖੰਭ ਤਿੜਕਦੇ ਹੋਏ ਸੜਦੇ। ਉਹਨਾਂ ਦੇ ਸੜਦੇ ਪਿੰਡਿਆਂ ਵਿੱਚੋਂ ਸੂੰ ਦੀ ਆਵਾਜ਼ ਆਉਂਦੀ। ਅੱਗ ਵਿੱਚੋਂ ਚਿਣਗਾਂ ਤੜਫ ਕੇ ਨਿਕਲਦੀਆਂ ਤੇ ਅੱਖ ਪਲਕਾਰੇ ਤੋਂ ਵੀ ਪਹਿਲੋਂ ਬੁੱਝ ਜਾਂਦੀਆਂ। ਛੋਟੇ ਬੇਸਹਾਰਾ ਮਰਦੇ ਹੋਏ ਜੁਗਨੂ। ਅੱਗ ਵਿੱਚੋਂ ਜੁਗਨੂਆਂ ਦੇ ਸੜਨ ਦੀ ਹਵਾਂਕ ਆਉਂਦੀ। 123। ਇੱਕ ਟੁਕੜਾ ਲੰਘ ਗਏ ਵਕਤ ਦਾ, ਦੂਜਾ ਟੁਕੜਾ ਲੰਘਣ ਵਾਲੇ ਵਕਤ ਦਾ।
ਵਕਤ ਦੇ ਪਿੰਡੇ 'ਤੇ ਲੀਕ ਪਾ ਦਿੱਤੀ ਕਿਸੇ ਨੇ, ਤੇਜ਼ ਖੰਜਰ ਨਾਲ, ਚੀਰ ਦਿੱਤਾ ਵਹਿੰਦੇ ਪਾਣੀਆਂ ਨੂੰ ਵਿਚਕਾਰੋਂ। 124 ਪਤਾ ਨਹੀਂ ਕਦੋਂ ਰਾਤ ਪੈਂਦੀ ਸੀ ਤੇ ਕਦੋਂ ਦਿਨ ਚੜ੍ਹਦਾ ਸੀ, ਕਿਉਂਕਿ ਸਾਰੀ ਜ਼ਿੰਦਗੀ, ਸਾਰੀ ਦੁਨੀਆ ਕਿਸੇ ਆਦਿਮ ਹਨੇਰੇ ਵਿੱਚ ਘਿਰੀ ਹੋਈ ਸੀ, ਆਦਿਮ ਤੇ ਸਿਆਹ ਹਨੇਰੇ ਵਿੱਚ। ਆਸਮਾਨ ਕਦੇ ਹੇਠਾਂ ਵੱਲ ਉੱਲਰਦਾ ਤੇ ਸਾਨੂੰ ਬੇਬਸ ਕੀੜੀਆਂ ਵਾਂਗੂ ਮਿੱਧ ਸੁੱਟਦਾ। ਆਸਮਾਨ ਦੀ ਵਿਸ਼ਾਲ, ਕਾਲੀ, ਕਿਰਮਚੀ, ਸੁਰਖ ਦੇਹ, ਉਹਦੇ ਹੇਠਾਂ ਪਿਸਦੀਆਂ ਸਾਡੀਆਂ ਜ਼ਰਾ ਜ਼ਿੰਦਗੀਆਂ। ਕਦੇ ਧਰਤੀ ਹਿਚਕੋਲਾ ਖਾਂਦੀ, ਜਿਵੇਂ ਸਿਆਹ ਪਾਣੀਆਂ ਵਿੱਚ ਬੇੜੀ ਡੁੱਬ ਰਹੀ ਹੋਵੇ। ਸਿਆਹ ਆਸਮਾਨ ਵਿੱਚ ਚੰਨ ਇੱਕ ਵੱਡੇ ਜ਼ਖਮ ਵਾਂਗੂ ਚੀਕਦਾ। ਡਰਾਉਣੇ ਹਨੇਰੇ ਵਿੱਚ ਪਰਿੰਦੇ ਆਪਣੇ ਆਲ੍ਹਣਿਆਂ ਵਿੱਚੋਂ ਫੜਫੜਾ ਕੇ ਉੱਡਦੇ, ਚੀਖਦੇ ਹੋਏ। ਜੰਗਲਾਂ ਵਿੱਚ ਭੌਂਦੇ ਵਿਸ਼ਾਲ ਚੀਤਿਆਂ ਤੇ ਸ਼ੇਰਾਂ ਦੀਆਂ ਅੱਖਾਂ ਮਤਾਬੀਆਂ ਵਾਂਗੂ ਬਲਦੀਆਂ। ਪਾਗਲਾਂ ਵਾਂਗੂ ਉਹ ਦਹਾੜਦੇ ਤੇ ਭੁੱਖੇ ਢਿੱਡ ਭਟਕਦੇ। ਮੇਰੇ ਢਿੱਡ ਵਿੱਚੋਂ ਜਿਵੇਂ ਕੋਈ ਆਂਦਰਾਂ ਨੂੰ ਮਰੋੜੇ ਦਿੰਦਾ, ਹਲੂਣ ਕੇ, ਖਿੱਚ ਕੇ। ਮੈਂ ਢਿੱਡ ਵਿੱਚ ਮੁੱਕੀਆਂ ਰੱਖ ਕੇ ਅੜਾਉਂਦੀ। ਮੇਰੀ ਆਵਾਜ਼ ਸੀ ਕਿ ਲੱਖਾਂ ਆਕਾਸ਼ਾਂ ਤੇ ਲੱਖਾਂ ਪਤਾਲਾਂ ਵਿੱਚ ਪਾਗਲ, ਬੌਖਲਾਏ ਤੇ ਭੁੱਖੇ ਸ਼ੇਰਾਂ ਚੀਤਿਆਂ ਵਾਂਗੂ ਭਟਕਦੀ, ਦਹਾੜਦੀ ਹੋਈ, ਆਦਿਮ ਆਵਾਜ਼ ਵਿੱਚ ਚੀਖਦੀ। ਆਦਿਮ ਆਵਾਜ਼ ਦੁੱਖ ਤੇ ਸੰਤਾਪ ਤੇ ਖੌਫ ਨੂੰ ਦੱਸਣ ਲਈ, ਜਦੋਂ ਅਜੇ ਮਨੁੱਖ ਸਿਰਫ ਸੰਗ ਪਾੜ ਕੇ ਚੀਖ ਸਕਦਾ ਸੀ, ਲਫ਼ਜ਼ਾਂ ਤੋਂ ਬਿਨਾਂ। ਬੇਬੋਲ ਚੀਖ, ਪਤਾਲਾਂ ਤੇ ਆਕਾਸ਼ਾਂ ਵਿੱਚ ਘੁੰਮਦੀ, ਭਟਕਦੀ, ਦਹਾੜਦੀ। ਮੇਰੇ ਅਥਰੂ ਅੰਦਰ ਵੱਲ ਵਹਿੰਦੇ। ਕਟਾ-ਟੋਪ ਸਿਆਹ ਬੱਦਲਾਂ ਦੇ ਲੰਗਾਰ ਲਾਉਂਦੀਆਂ ਕੜਕਦੀਆਂ ਬਿਜਲੀਆਂ ਕਿ ਸ਼ੂਕਦੀ, ਵਲਿਆਸ ਖਾਂਦੀ ਅੱਗ। ਕਾੜ ਪਾਣੀ ਵਸਦਾ। ਰੋਂਦੇ ਬੱਦਲਾਂ ਦੇ ਅਥਰੂ ਜਿਹੜੇ ਮੇਰੇ ਅੰਦਰ ਵਸਦੇ ਤੇ ਸ਼ੂਕਦੇ ਤੂਫਾਨੀ ਦਰਿਆ, ਬੌਰਾਏ ਸਮੁੰਦਰ ਬਣ ਜਾਂਦੇ। ਸ਼ੂਕਦੇ ਪਾਣੀ ਮੇਰੇ ਜਿਸਮ ਦੇ ਕੰਢੇ ਖੋਰਦੇ। ਮੇਰੇ ਪਿੰਡੇ ਦੀ ਮਿੱਟੀ ਦੇ ਟੁਕੜੇ ਵੇਗ ਨਾਲ ਵਹਿੰਦੇ ਦਰਿਆ ਵਿੱਚ ਤਾੜ ਡਿੱਗਦੇ ਤੇ ਪਾਣੀ ਨੂੰ ਰਤਾ ਕੁ ਹੋਰ ਗੰਧਲਾ ਕਰ ਦਿੰਦੇ। ਤਿੜਕੇ ਹੋਏ ਸ਼ੀਸ਼ੇ ਨੂੰ ਜਿਸ ਤਰ੍ਹਾਂ ਕੋਈ ਭੁਆਂ ਕੇ ਸੁੱਟ ਦੇਵੇ, ਚੰਨ ਨੂੰ ਕੋਈ ਹਨੇਰਿਆਂ ਦੇ ਧੁਰ ਉਤਲੇ ਕੰਢੇ ਤੋਂ ਵਗਾਹ ਕੇ ਸੁੱਟਦਾ ਤੇ ਉਹ ਕਿਰਚਾਂ ਹੋ ਕੇ ਮੇਰੇ ਪੈਰਾਂ ਕੋਲ ਖਿੱਲਰ ਜਾਂਦਾ। ਉਹਨਾਂ ਸੈਂਕੜੇ ਕਿਰਚਾਂ ਵਿੱਚ ਮੇਰੇ ਸੈਂਕੜੇ ਟੁਕੜੇ ਤਿੜਕ ਕੇ ਤੜਫਣ ਲੱਗਦੇ। ਆਸ-ਪਾਸ ਫੈਲੀ ਸਿਆਹੀ ਵਿੱਚ ਲਾਲ ਤੇ ਪੀਲੇ, ਨਾਰੰਗੀ ਤੇ ਸੁਰਖ, ਨੀਲੇ ਤੇ ਕਿਰਮਚੀ ਫੰਬੇ ਉੱਡਦੇ ਰਹਿੰਦੇ, ਬੇਮਤਲਬ। ਲਾਲ ਤੇ ਪੀਲਾ ਤੇ ਨਾਰੰਗੀ ਤੇ ਸੁਰਖ, ਅੱਗ ਦੇ ਰੰਗ। 125 ਕਿਹੋ ਜਿਹਾ ਤੂਫਾਨ ਸੀ ਇਹ, ਜਿਹੜਾ ਧਰਤੀ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਹੂ ਕਰਦਾ, ਰੁੱਖਾਂ ਨੂੰ ਭੰਨਦਾ, ਦਰਿਆਵਾਂ ਵਿੱਚ ਹੜ੍ਹ ਲਿਆਉਂਦਾ, ਸ਼ਾਹ ਕਾਲੇ ਬੱਦਲਾਂ ਦੀ ਸਾਰੀ ਗਰਜਨ ਤੇ ਚਿਲਕੋਰ ਗਾੜ ਧਰਤੀ ਤੇ ਡੋਲਦਾ, ਸਮੁੰਦਰਾਂ ਨੂੰ ਆਪਣੇ ਕੰਢਿਆਂ ਤੋਂ ਬਾਹਰ ਉਛਾਲਦਾ, ਸਭ ਕੁਝ ਤਹਿਸ ਨਹਿਸ ਕਰਦਾ, ਪਰਲੋ ਵਾਂਗੂ ਫੈਲ ਗਿਆ ਸੀ, ਧਰਤੀ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ। ਲਿਓਂ ਵਿੱਚ ਮੇਰੀ ਛਾਤੀ ਵਿੱਚ ਇੱਕ ਕਬਰ ਫਟ ਗਈ ਸੀ, ਵੱਡੇ ਸਾਰੇ ਜ਼ਖਮ ਵਾਂਗੂ, ਜਿਹੜਾ ਤਾ ਉਮਰ ਨਹੀਂ ਭਰਨਾ। ਤੇ ਦਿੱਲੀ ਵਿੱਚ, ਅਰਪਨਾ ਦੇ ਮਨ ਵਿੱਚ ਵੀ ਤੂਫਾਨ ਆਪਣੀ ਸਾਰੀ ਭਿਆਨਕ ਤਬਾਹੀ ਦੀ ਰਹਿੰਦ ਖੂੰਦ ਛੱਡ ਗਿਆ ਸੀ। ਅਨੰਤ ਬੀਆਬਾਨ, ਲੜਖੜਾਂਦਾ ਹੋਇਆ ਆਤਮ ਵਿਸ਼ਵਾਸ, ਅੱਖਾਂ ਵਿੱਚੋਂ ਵਸੇ ਅਨੰਤ ਪਾਣੀਆਂ ਦਾ ਬਚਿਆ ਹੋਇਆ ਚਿੱਕੜ ਤੇ ਖੋਭਾ, ਟੁੱਟੇ ਹੋਏ ਰੁੱਖ, ਖਿਲਰੇ ਹੋਏ ਆਲ੍ਹਣੇ ਤੇ ਬੇਕਿਨਾਰ ਚਿੱਕੜ ਤੇ ਪਈਆਂ ਹਜ਼ਾਰਾਂ ਲੱਖਾਂ ਪਰਿੰਦਿਆਂ ਦੀਆਂ ਲਾਸ਼ਾਂ, ਜਿਹੜੀਆਂ ਚਿੱਕੜ ਦੇ ਹੀ ਛੋਟੇ ਹੌਕਿਆਂ ਵਾਂਗੂ ਖਿਲਰੀਆਂ ਪਈਆਂ ਸਨ। ਅਸਾਂ ਦੋਹਾਂ ਨੇ ਕਿਆਮਤ ਵੇਖੀ ਸੀ, ਪਰ ਇੱਕ ਦੂਜੀ ਨੂੰ ਦੱਸਣ ਲਈ ਕੁਝ ਨਹੀਂ ਸੀ ਬਚਿਆ। ਸਿਰਫ ਮਹਿਸੂਸ ਕਰ ਸਕਦੀਆਂ ਸਾਂ ਇੱਕ ਦੂਜੀ ਦੇ ਗਲ ਲੱਗ ਕੇ। ਲਫ਼ਜ਼ ਉਹਨਾਂ ਮੋਏ ਪਰਿੰਦਿਆਂ ਵਾਂਗੂ ਹੀ ਮਰ ਗਏ ਸਨ। ਮਗਰੋਂ, ਬਹੁਤ ਮਗਰੋਂ, ਜਦੋਂ ਅਜੇ ਵੀ ਉਹ ਤੂਫਾਨ ਦੇ ਗੁਜ਼ਰ ਜਾਣ ਤੋਂ ਬਾਅਦ ਅਰਪਨਾ ਦਾ ਮੇਰੀ ਛਾਤੀ ਤੇ ਸਿਰ ਰੱਖ ਕੇ ਸਿਸਕਣਾ, ਮੇਰੇ ਆਸ-ਪਾਸ ਹੀ ਭਟਕ ਰਹੇ ਸਨ ਇਹ ਤਮਾਮ ਹਾਦਸੇ, ਕਦੇ ਖਿਆਲ ਆਉਂਦਾ ਕਿ ਬਾਕੀ ਸਾਰੀ ਦੁਨੀਆ ਕਿਸ ਤਰ੍ਹਾਂ ਅੱਗੇ ਵਾਂਗੂ ਤੁਰੀ ਫਿਰਦੀ ਸੀ। ਚੰਨ ਤੇ ਸੂਰਜ ਕਿਸ ਤਰ੍ਹਾਂ ਚੜ੍ਹਦੇ ਸਨ, ਕਿਸ ਤਰ੍ਹਾਂ ਆਸਮਾਨ ਵਿੱਚ ਮਟਰ ਗਸ਼ਤੀ ਕਰਦੇ ਹੋਏ ਡੁੱਬ ਜਾਂਦੇ ਸਨ ਤੇ ਫਿਰ ਚੜ੍ਹ ਪੈਂਦੇ ਸਨ। ਹਵਾ ਕਿਸ ਤਰ੍ਹਾਂ ਵੱਗੀ ਤੁਰੀ ਜਾਂਦੀ ਸੀ। ਰੁੱਖ ਕਿਸ ਤਰ੍ਹਾਂ ਸਾਬਤ ਤੇ ਸੁਡੌਲ ਖੜੋਤੇ ਸਨ ਅਜੇ ਵੀ। ਮੌਸਮ ਕਿਸ ਤਰ੍ਹਾਂ ਬਦਲਣ ਦੀ ਤੌਫੀਕ ਰੱਖਦੇ ਸਨ ਅਜੇ ਵੀ। ਪੰਛੀ ਕਿਸ ਤਰ੍ਹਾਂ ਗਾਉਂਦੇ ਚੋਗਾ ਲੱਭਣ ਤੁਰ ਪੈਂਦੇ ਸਨ ਆਪਣੇ ਆਲ੍ਹਣਿਆਂ ਵਿੱਚੋਂ। ਡਰ ਨਹੀਂ ਲੱਗਦਾ ਉਹਨਾਂ ਨੂੰ। ਤੇ ਆਲ੍ਹਣੇ, ਇੰਨੀ ਛੇਤੀ ਮੁੜ ਕੇ ਬਣਾ ਵੀ ਲਏ ਉਹਨਾਂ ਨੇ ਆਪਣੇ ਆਲ੍ਹਣੇ। ਹਨੇਰੀਆਂ ਝੱਖੜਾਂ ਤੋਂ ਡਰ ਨਹੀਂ ਲੱਗਦਾ ਉਹਨਾਂ ਨੂੰ। 126 ਪਤਾ ਨਹੀਂ ਕਿਸ ਤਰ੍ਹਾਂ ਦੀ ਇੱਕ ਬੇਚੈਨੀ ਮੈਨੂੰ ਰਿੜਕਦੀ ਜਾ ਰਹੀ ਸੀ। ਬੇਚੈਨੀ ਕਿ ਕਿਧਰੇ ਨਾ ਕਿਧਰੇ ਕੋਈ ਨਾ ਕੋਈ ਵਸੀਲਾ ਜ਼ਰੂਰ ਹੋਵੇਗਾ ਜਿਹਦੇ ਨਾਲ ਕੈਂਡੀ ਨਾਲ ਗੱਲ ਕਰ ਸਕਦੀ ਸਾਂ ਮੈਂ। ਉਹ ਜਿੱਥੇ ਵੀ ਹੈ, ਜਿੱਥੇ ਕਿਧਰੇ ਵੀ ਹੈ, ਉਹਦੇ ਨਾਲ ਮੁਲਾਕਾਤ ਕਰਨੀ ਸੀ ਮੈਂ। ਮਿਲਣਾ ਸੀ ਮੈਂ ਉਹਨੂੰ, ਗੱਲਾਂ ਕਰਨੀਆਂ ਸਨ ਉਹਦੇ ਨਾਲ, ਉਹ ਤਮਾਮ ਗੱਲਾਂ ਜਿਹੜੀਆਂ ਮੈਂ ਲਿਓਂ ਦੇ ਹਸਪਤਾਲ ਵਿੱਚ ਨਹੀਂ ਸਨ ਕੀਤੀਆਂ। ਇਹ ਵੀ ਨਹੀਂ ਸੀ ਪੁੱਛਿਆ ਕਿ ਕੈਂਡਲੂ ਹੋਇਆ ਕੀ ਸੀ, ਕਿਸ ਤਰ੍ਹਾਂ ਹੋ ਗਿਆ ਐਕਸੀਡੈਂਟ। ਸਟੋਵ? ਕਿਹੜਾ ਸਟੋਵ? ਕਿਹੋ ਜਿਹੇ ਸਟੋਵ ਹੁੰਦੇ ਨੇ ਫਰਾਂਸ ਵਿੱਚ ਜਿਹੜੇ ਫਟ ਜਾਂਦੇ ਨੇ? ਕੀ ਵਾਕਈ ਕੋਈ ਸਟੋਵ ਹੀ ਫਟਿਆ ਸੀ ਜਾਂ ਹੋਰ ਕੁਝ ਹੋਇਆ ਸੀ? ਕਿਹੜਾ ਕਮਰਾ ਸੀ? ਵਿਸ਼ੀ ਦਾ ਕਿਹੜਾ ਹੋਸਟਲ ਸੀ? ਤੂੰ ਰੋਟੀ ਖਾਣ ਕਿਉਂ ਨਹੀਂ ਸੀ ਗਈ ਲੰਚ ਵੇਲੇ? ਰਾਤ ਦੀ ਫਲਾਈਟ ਸੀ ਤਾਂ 3 ਵਜੇ ਤੱਕ ਤੂੰ ਕਿਹੜਾ ਐਡਾ ਸਮਾਨ ਸੀ ਜਿਹੜਾ ਬਣ ਰਹੀ ਸਾਂ? ਮੇਰੀ ਇਹ ਬਛੜੀ ਏ, ਕਿਧਰੇ ਤੂੰ
ਹਰ ਹਾਲ ਵਿੱਚ ਮੈਂ ਉਹਦੇ ਨਾਲ ਗੱਲ ਕਰਨੀ ਸੀ। 127 ਹੁਣ ਸੋਚਦੀ ਹਾਂ ਤਾਂ ਕੁਝ ਸਮਝ ਆਉਂਦੀ ਏ ਕਿ ਇਹ ਖਿਆਲ ਕਿਉਂ ਰਹਿ ਕੇ ਮੇਰੇ ਮਨ ਵਿੱਚ ਆਉਂਦਾ ਸੀ। ਸ਼ਾਇਦ ਇਸ ਕਰਕੇ ਕਿ ਜਦੋਂ ਮੈਂ ਬਹੁਤ ਛੋਟੀ ਸਾਂ ਤਾਂ ਦਾਰਜੀ ਦੇ ਕਿਸੇ ਮਰੀਜ਼ ਨੇ ਦਾਰਜੀ ਨੂੰ ਇਹ ਮਨਾਉਣ ਲਈ ਕਿ ਡਾਕਟਰ ਸਾਹਿਬ ਤੁਸੀਂ ਗਲਤ ਕਹਿੰਦੇ ਹੋ, ਰੂਹ ਹੁੰਦੀ ਏ ਬੰਦੇ ਦੀ, ਜਿਸਮ ਮਰਦਾ ਏ, ਰੂਹ ਆਸ-ਪਾਸ ਦੇ ਖਿਲਾਫ ਵਿੱਚ ਭਟਕਦੀ ਰਹਿੰਦੀ ਏ, ਉਹਦੇ ਨਾਲ ਗੱਲ ਕੀਤੀ ਜਾ ਸਕਦੀ ਏ, ਮੇਰੀ ਪ੍ਰਕਾਸ਼ ਮਾਸੀ ਦੀ ਰੂਹ ਨੂੰ ਬੁਲਾਇਆ ਸੀ। ਉਹੀ ਪ੍ਰਕਾਸ਼ ਮਾਸੀ ਜਿਹਦੇ ਖਾਵੰਦ ਨੇ ਉਹਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਸੀ। ਮੈਨੂੰ ਯਾਦ ਆਉਂਦੀ ਉਹ ਦੁਪਹਿਰ, ਦਾਰਜੀ ਦੇ ਕਲੀਨਿਕ ਦਾ ਵੱਡਾ ਸਾਰਾ ਕਮਰਾ, ਉੱਚੀਆਂ ਕੰਧਾਂ ਤੇ ਉੱਚੀ ਛੱਤ ਵਾਲਾ ਕਮਰਾ, ਇੱਕ ਵੱਡਾ ਸਾਰਾ ਮੇਜ਼ ਦੇ ਆਸ-ਪਾਸ ਬੈਠੇ ਦਾਰਜੀ, ਬੀਜੀ ਤੇ ਦਾਰਜੀ ਦਾ ਉਹ ਮਰੀਜ਼। ਮੇਜ਼ ਤੇ ਉਹਨੇ ਵੱਡੇ-ਵੱਡੇ ਕਾਗਜ਼ ਫੈਲਾ ਰੱਖੇ ਸਨ ਤੇ ਕਾਗਜ਼ਾਂ ਦੇ ਉੱਤੇ ਦਿਲ ਦੀ ਸ਼ਕਲ ਦਾ ਇੱਕ ਲੱਕੜ ਦਾ ਰੇੜੂ ਜਿਹਾ, ਜਿਹਦੇ ਇੱਕ ਸਿਰੇ ਤੇ ਮੋਰੀ ਸੀ ਤੇ ਮੋਰੀ ਵਿੱਚ ਅੜੁੰਗੀ ਹੋਈ ਪੈਨਸਲ। ਉਹਨੇ ਉਸ ਲੱਕੜ ਦੇ ਰੇੜੂ ਤੇ ਹੱਥ ਰੱਖਿਆ ਹੋਇਆ ਸੀ ਤੇ ਉਹਦਾ ਹੱਥ ਉਹਨਾਂ ਕਾਗਜ਼ਾਂ ਤੇ ਫਿਸਲ ਰਿਹਾ ਸੀ। ਰੇੜੂ ਦੇ ਫਿਸਲਣ ਦੇ ਨਾਲ ਹੀ ਪੈਨਸਲ ਦੀ ਨੋਕ ਨਾਲ ਉਹਨਾਂ ਕਾਗਜ਼ਾਂ ਤੇ ਮੋਟੇ-ਮੋਟੇ ਉੱਧੜ-ਗੁੱਧੜੇ ਆਟੇ ਕਾਟੇ ਵਹੀ ਜਾ ਰਹੇ ਸਨ। ਉਹਨੇ ਖਿਲਾਅ ਵਿੱਚ ਕਿਸੇ ਨੂੰ ਕਿਹਾ, ਪ੍ਰਕਾਸ਼ ਨੂੰ ਬੁਲਾ ਦਿਓ ਜੇ ਤਕਲੀਫ ਨਾ ਹੋਵੇ ਤਾਂ। ਜਿਵੇਂ ਹਵਾ ਨਾਲ ਗੱਲਾਂ ਕਰ ਰਿਹਾ ਹੋਵੇ। ਕੁਝ ਮਿੰਟਾਂ ਮਗਰੋਂ ਕਹਿਣ ਲੱਗਾ, ਪ੍ਰਕਾਸ਼ ਕਹਿੰਦੀ ਏ ਮੇਰੀ ਮਾਂ ਨੂੰ ਪਹਿਲੋਂ ਚੁੱਪ ਕਰਾਓ, ਨਾਲੇ ਉਹਨੂੰ ਇੱਥੇ ਬੁਲਾਓ। ਪ੍ਰਕਾਸ਼ ਜੀ ਦੀ ਮਾਂ ਇਸ ਘਰ ਵਿੱਚ ਹੀ ਨੇ। ਬੀਜੀ ਦੀਆਂ ਅੱਖਾਂ ਬੇਯਕੀਨੀ ਜਿਹੀ ਵਿੱਚ ਰਤਾਗੂ ਫੈਲ ਗਈਆਂ। ਫਿਰ ਉਹਨਾਂ ਕੰਬ ਕੇ ਕਿਹਾ, ਆਹੋ ਜੀ ਉੱਤੇ ਬੈਠੇ ਨੇ, ਬੁਲਾਓ ਉਹਨਾਂ ਨੂੰ ਇੱਥੇ। ਪ੍ਰਕਾਸ਼ ਜੀ ਕਹਿੰਦੇ ਨੇ ਮਾਂ ਆਵੇਗੀ ਤਾਂ ਹੀ ਇਹ ਗੱਲ ਕਰਾਂਗੀ। ਭਾਬੀ ਜੀ ਯਾਨੀ ਮੇਰੀ ਨਾਨੀ ਨੂੰ ਹੇਠਾਂ ਲਿਆਂਦਾ ਗਿਆ। ਉਹ ਜ਼ਾਰ-ਜ਼ਾਰ ਰੋ ਰਹੇ ਸਨ। ਰੋਂਦੇ-ਰੋਂਦੇ ਕਹਿਣ ਲੱਗੇ, ਬੱਚੀਏ ਮੇਰੇ ਕੋਲੋਂ ਤੇ ਰੋਣਾ ਹੀ ਨਹੀਂ ਸੀ ਜਾਂਦਾ, ਇੰਨੇ ਸਾਲ ਹੋ ਗਏ ਨੇ ਤੇ ਅੱਜ ਚੁੱਪ ਹੀ ਨਹੀਂ ਕੀਤਾ ਜਾਂਦਾ, ਮੈਂ ਕੀ ਕਰਾਂ। ਤੇ ਉਹ ਅੱਖਾਂ ਤੇ ਪੱਲਾ ਰੱਖ ਕੇ ਫੁੱਟ-ਫੁੱਟ ਕੇ ਰੋਣ ਲੱਗੇ। ਫਿਰ ਉਹ ਬੰਦਾ ਕਾਗਜ਼ਾਂ ਤੇ ਵਾਹੇ ਘੀਚ ਮਚੋਲਿਆਂ ਨੂੰ ਪੜ੍ਹਦਾ ਗਿਆ ਤੇ ਸਭ ਕੁਝ ਦੱਸੀ ਗਿਆ। ਇੱਕ-ਇੱਕ ਗੱਲ ਕਿ ਕਿਸ ਤਰ੍ਹਾਂ ਉਹਦੇ ਖਾਵੰਦ ਨੇ ਉਹਨੂੰ ਗੁਰਦੁਆਰੇ ਲਿਜਾ ਕੇ ਸਾਰਾ ਦਿਨ ਭੁੱਖਿਆ ਰੱਖਿਆ, ਕਿਸ ਤਰ੍ਹਾਂ ਉਹ ਗੁਰਪੁਰਬ ਵਾਲਾ ਦਿਨ ਸੀ, ਕਿਸ ਤਰ੍ਹਾਂ ਮਾਸੀ ਨੇ ਗੋਭੀ ਕੱਟੀ ਹੀ ਸੀ, ਅੰਗੀਠੀ ਬਾਲ ਕੇ ਧੂੰਆਂ ਕੱਢਣ ਲਈ ਬਾਹਰ ਰੱਖੀ ਹੀ ਸੀ ਕਿ ਖਾਵੰਦ ਨੇ ਅੰਦਰ ਸੱਦ ਕੇ ਉਹਨੂੰ ਕੈਪਸੂਲ ਵਿਖਾਇਆ ਤੇ ਕਿਹਾ, ਇਹ ਜ਼ਹਿਰ ਏ, ਮੈਨੂੰ ਉਸ ਕੁੜੀ ਨਾਲ ਇਸ਼ਕ ਏ, ਉਹਦੇ ਬਿਨਾਂ ਮੈਂ ਜ਼ਿੰਦਾ ਨਹੀਂ ਰਹਿ ਸਕਦਾ, ਤੇਰੇ ਹੁੰਦਿਆਂ ਉਹਦੇ ਨਾਲ ਵਿਆਹ ਨਹੀਂ ਕਰਵਾ ਸਕਦਾ, ਪੇਕੇ ਜਾਣ ਨੂੰ ਤੂੰ ਤਿਆਰ ਨਹੀਂ, ਮੈਂ ਕੀ ਕਰਾਂ, ਇਹ ਜ਼ਹਿਰ ਜਾਂ ਤੂੰ ਖਾ ਲੈ ਜਾਂ ਮੈਂ ਖਾ ਲੈਣਾ। ਤੇ ਕਿਸ ਤਰ੍ਹਾਂ ਪ੍ਰਕਾਸ਼ ਮਾਸੀ ਨੇ ਚੁੱਪਚਾਪ ਉਸ ਕੈਪਸੂਲ ਦਾ ਫੱਕਾ ਮਾਰ ਕੇ ਪਾਣੀ ਦਾ ਘੁੱਟ ਭਰ ਲਿਆ। 128 ਮੈਨੂੰ ਲੱਗਦਾ ਮੈਨੂੰ ਵੀ ਕੋਈ ਇਹੋ ਜਿਹਾ ਬੰਦਾ ਮਿਲੇਗਾ ਤੇ ਮੇਰੀ ਮੁਲਾਕਾਤ ਕੈਂਡੀ ਨਾਲ ਕਰਵਾ ਦੇਵੇਗਾ। ਇੱਕ ਬੁਖਾਰ ਜਿਹਾ ਮੇਰੇ ਸਿਰ ਨੂੰ ਚੜਿਆ ਹੋਇਆ ਸੀ। ਹੋਰ ਕੁਝ ਨਹੀਂ ਸੀ ਸੁੱਝਦਾ। ਇਹ ਵੀ ਪਤਾ ਨਹੀਂ ਸੀ ਕਿ ਗੱਲ ਕਰਕੇ ਕੀ ਕਰਾਂਗੀ ਮੈਂ। ਉਹ ਤੇ ਹੈ ਹੀ ਨਹੀਂ। ਜਿੱਥੇ ਵੀ ਹੈ ਮੈਂ ਉਹਦਾ ਮੱਥਾ ਨਹੀਂ ਚੁੰਮ ਸਕਦੀ, ਉਹਨੂੰ ਜੱਫੀ ਨਹੀਂ ਪਾ ਸਕਦੀ। ਗੱਲ ਕਰਾਂਗੀ ਤਾਂ ਪੁੱਛਾਂਗੀ ਕੀ? ਪੁੱਛ ਕੇ ਕਰਾਂਗੀ ਕੀ? ਉਹ ਤੇ ਹੈ ਹੀ ਨਹੀਂ। ਪਤਾ ਲੱਗਿਆ ਕੋਈ ਬੰਬਈ ਵਿੱਚ ਹੈ, ਕੋਈ ਬੰਦਾ ਜਿਹੜਾ ਰੂਹਾਂ ਨਾਲ ਗੱਲਾਂ ਕਰਦਾ ਏ। ਪਤਾ ਨਹੀਂ ਅਰਪਨਾ ਨੂੰ ਕਿਹਦੇ ਕੋਲ ਛੱਡਿਆ। ਸ਼ਾਇਦ ਦਾਰਜੀ ਸਾਡੇ ਘਰ ਆ ਗਏ ਹੋਣ ਜਾਂ ਸ਼ਾਇਦ ਤੋਸ਼ੀ ਹੀ ਆ ਗਈ ਹੋਵੇ, ਯਾਦ ਨਹੀਂ, ਕੁਝ ਯਾਦ ਨਹੀਂ। ਬਸ ਉਸੇ ਬੁਖਾਰ ਜਿਹੇ ਵਿੱਚ, ਡਿਲੀਰੀਅਮ ਜਿਹੇ ਵਿੱਚ ਮੈਂ ਗੱਡੀ ਚੜ੍ਹ ਗਈ। ਲੱਭਦੀ ਰਹੀ ਉਹ ਬਸਤੀ, ਉਹ ਗਲੀ, ਉਹ ਘਰ ਦਾ ਉਹ ਨੰਬਰ ਜਿਹੜਾ ਮੈਨੂੰ ਕਿਸੇ ਨੇ ਦੱਸਿਆ ਸੀ। ਉਹ ਨਹੀਂ ਮਿਲਿਆ। ਘਰਦਿਆਂ ਨੇ ਕਿਹਾ ਉਹ ਹਰਿਦੁਆਰ, ਰਿਸ਼ੀਕੇਸ਼ ਵੱਲ ਕਿਧਰੇ ਗਏ ਨੇ ਤੀਰਥ ਯਾਤਰਾ ਕਰਨ। ਮੈਂ ਇੱਕ ਲੰਮੀ ਚਿੱਠੀ ਉਹਦੇ ਵੱਲ ਲਿਖੀ, ਸਫ਼ਿਆਂ ਦੇ ਸਫ਼ੇ, ਉਸੇ ਚੌਲ ਦੀਆਂ ਮੈਲੀਆਂ ਪੌੜੀਆਂ ਤੇ ਬਹਿ ਕੇ। ਸੈਂਕੜੇ ਹੀ ਚਿਹਰੇ ਮੈਨੂੰ ਆਪਣੇ ਵੱਲ ਝਾਕਦੇ ਜਾਪ ਰਹੇ ਸਨ, ਪਰ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੀ, ਹੋਸ਼ ਹੀ ਨਹੀਂ ਸੀ। ਪਤਾ ਨਹੀਂ ਕਿੰਨੇ ਘੰਟੇ ਮੈਂ ਉੱਥੇ ਬਹਿ ਕੇ ਚਿੱਠੀ ਲਿਖਦੀ ਰਹੀ। ਲਿਖਿਆ ਕਿ ਉਹਦੇ ਕੋਲੋਂ ਇਹ ਪੁੱਛ ਕੇ ਮੈਨੂੰ ਚਿੱਠੀ ਪਾ ਦੇਣੀ ਪਲੀਜ਼। ਇਹ ਪੁੱਛਣਾ ਕਿ ਫੇਰ ਉਹ ਮੈਨੂੰ ਕਿੱਥੇ ਮਿਲੇਗੀ, ਕਦੋਂ ਮਿਲੇਗੀ। ਦਿੱਲੀ ਮੁੜ ਆਈ। ਜਵਾਬ ਨਹੀਂ ਆਇਆ। ਬੜਾ ਚਿਰ ਗੁਜ਼ਰ ਗਿਆ, ਕਈ ਹਫ਼ਤੇ, ਕਈ ਮਹੀਨੇ। ਫੇਰ ਪਤਾ ਲੱਗਾ ਕੋਈ ਬੰਗਲੌਰੋਂ ਆਉਂਦੀ ਏ। ਉਹ ਸ਼ੀਸ਼ੇ ਦਾ ਗੋਲਾ ਵੇਖ ਕੇ ਰੂਹਾਂ ਨਾਲ ਗੱਲਾਂ ਕਰ ਲੈਂਦੀ ਏ। ਕਸ਼ਮੀਰੀ ਗੇਟ ਦਾ ਕਿਸੇ ਨੇ ਪਤਾ ਦਿੱਤਾ, ਉਹਦੇ ਕੋਲ ਪਹੁੰਚ ਗਈ। ਉਹ ਕਿੰਨਾ ਹੀ ਚਿਰ ਸ਼ੀਸ਼ੇ ਦਾ ਗੋਲਾ ਘੁਮਾਉਂਦੀ ਰਹੀ, ਫਿਰ ਚਾਣਚੱਕ ਬੋਲੀ, ਆ ਗਈ। ਚੌੜਾ ਜਗਮਗ ਕਰਦਾ ਮੱਥਾ, ਮੱਥੇ ਤੇ ਵੱਡੀ ਸਾਰੀ ਗੋਲ ਬਿੰਦੀ, ਤਿੱਖਾ ਨੱਕ ਵਿੱਚ ਹੀਰੇ ਦੀ ਲੌਂਗ। ਮੈਂ ਜ਼ਾਰ ਕਤਾਰ ਰੋ ਰਹੀ ਸਾਂ। ਉਹੀ ਏ। ਮੇਰਾ ਜੀ ਕਰਦਾ ਸੀ ਉਸ ਗੋਲੇ ਵਿੱਚੋਂ ਮੈਂ ਵੀ ਉਹ ਵਿਛੜਿਆ ਚਿਹਰਾ ਤੱਕ ਲਵਾਂ। ਉਸ ਔਰਤ ਨੇ ਕਿਹਾ, ਨਹੀਂ, ਤੈਨੂੰ ਨਜ਼ਰ ਨਹੀਂ ਆ ਸਕਦਾ। ਮੈਂ ਰੋਈ ਜਾ ਰਹੀ ਸਾਂ। ਉਹ ਪੁੱਛ ਰਹੀ ਸੀ, ਦੱਸੋ ਨਾ, ਕੀ ਪੁੱਛਣਾ ਜੇ? ਮੈਂ ਸਭ ਕੁਝ ਭੁੱਲ ਗਈ, ਸਿਰਫ ਇੰਨਾ ਹੀ ਪੁੱਛਿਆ, ਪੁੱਛੋ ਮੈਨੂੰ ਮਿਲੇਗੀ ਕਦੋਂ, ਜੱਫੀ ਪਾ ਕੇ ਕਦੋਂ ਮਿਲੇਗੀ? ਉਹਨੇ ਕਿਹਾ, ਕਹਿੰਦੀ ਏ ਮੈਂ ਅਰਪਨਾ ਦੀ ਬੇਟੀ ਬਣ ਕੇ ਆਵਾਂਗੀ, ਛੇਤੀ ਹੀ ਆਵਾਂਗੀ। ਪਿੱਛੋਂ ਲੱਗਾ ਉਸ ਔਰਤ ਨੂੰ ਜ਼ਰੂਰ ਮੇਰੇ ਉਸ ਵਾਕਫ ਨੇ ਮੇਰੀ ਬੇਟੀ ਦੀ ਸ਼ਕਲ ਸੂਰਤ ਬਾਰੇ ਦੱਸ ਦਿੱਤਾ ਹੋਵੇਗਾ, ਜਿਹਨੇ ਮੈਨੂੰ ਉਹਦਾ ਪਤਾ ਦੱਸਿਆ ਸੀ। ਮਨ ਦੇ ਇੱਕ ਹਿੱਸੇ ਨੂੰ ਪਤਾ ਸੀ ਮੈਂ ਬੇਵਕੂਫੀਆਂ ਕਰ ਰਹੀ ਸਾਂ, ਕਿ ਕੈਂਡੀ ਜਿੱਥੇ ਚਲੀ ਗਈ ਸੀ ਉੱਥੇ ਕੋਈ ਮੁਲਾਕਾਤ ਮੁਮਕਿਨ ਨਹੀਂ ਸੀ, ਕਿ ਜ਼ਿੰਦਗੀ ਦੇ ਪੁਲ ਤੋਂ ਲੰਘ ਕੇ ਪਾਰ ਚਲੇ ਗਏ ਲੋਕਾਂ ਨੂੰ ਕੋਈ ਨਹੀਂ ਮਿਲ ਸਕਦਾ।
ਕਿ ਇਹ ਤਾਂ ਨਦੀਆਂ ਦੇ ਵਹਿਣ ਨੇ, ਵਿਛੜ ਜਾਣ ਤਾਂ ਕਦੋਂ ਮਿਲਦੇ ਨੇ। ਪਰ ਮਨ ਸੀ ਕਿ ਨਾਮੁਮਕਿਨ ਵਿੱਚੋਂ ਮੁਮਕਿਨ ਤਲਾਸ਼ ਕਰ ਰਿਹਾ ਸੀ। ਮਨ ਮੰਨਦਾ ਹੀ ਨਹੀਂ ਸੀ ਕਿ ਅਸੀਂ ਵਾਕਈ ਹਮੇਸ਼ਾ ਲਈ ਵਿਛੜ ਗਈਆਂ ਸਾਂ। 129। ਪਤਾ ਨਹੀਂ ਕਿੰਨੇ ਦਿਨ, ਕਿੰਨੇ ਹਫ਼ਤੇ ਗੁਜ਼ਰ ਗਏ। ਸ਼ਾਇਦ 2, 4, 5 ਮਹੀਨੇ ਲੰਘ ਗਏ। ਬੇਕਿਨਾਰ ਦਰਦ ਦਾ ਕੋਈ ਔਰ ਛੋਰ ਨਹੀਂ ਸੀ, ਨਾ ਉਰਲਾ ਕੰਡਾ ਨਾ ਪਰਲਾ। 5-6 ਮਹੀਨੇ ਹੂ ਕਰਦੇ ਹਨੇਰੀ ਵਾਂਗੂ ਉੱਡ ਗਏ, ਪਤਾ ਨਹੀਂ ਕਿੱਧਰ ਨੂੰ, ਤੇ ਨਾਲ ਉਡਾ ਕੇ ਲੈ ਜਾਂਦੇ ਰਹੇ ਮੇਰੀ ਜ਼ਿੰਦਗੀ ਦੇ ਕੱਖ ਕਾਣ, ਧੂੜ ਤੇ ਘੱਟਾ। ਚੰਗਰਾ ਮਾਰਦਾ ਵਕਤ ਕਿਸ ਤਰ੍ਹਾਂ ਰਾਖ ਹੁੰਦਾ ਚਲਾ ਗਿਆ ਮੈਨੂੰ ਨਹੀਂ ਪਤਾ। ਮੈਨੂੰ ਲੱਗਦਾ ਸੀ ਹੁਣ ਮੈਂ ਜ਼ਿੰਦਾ ਨਹੀਂ ਬਚਾਂਗੀ। 130। ਤਾਈਂ ਇੱਕ ਦਿਨ ਮੈਨੂੰ ਅਰਪਣਾ ਦੀ ਚੀਖ ਸੁਣਾਈ ਦਿੱਤੀ। ਇੰਨੇ ਦਿਨ ਤੇ ਰਾਤਾਂ, ਇੰਨੇ ਹਫ਼ਤੇ, ਇੰਨੇ ਮਹੀਨੇ ਉਹ ਚੁੱਪਚਾਪ ਰੋਂਦੀ ਰਹੀ ਸੀ, ਮੈਨੂੰ ਵਰਾਂਦੀ ਰਹੀ ਸੀ, ਮਾਵਾਂ ਵਾਂਗੂ ਮੈਨੂੰ ਤਰਲੇ ਕਰ ਕਰਕੇ ਰੋਟੀ ਖਵਾਉਂਦੀ ਰਹੀ ਸੀ, ਸਹਿਮੀ ਕਮਰੇ ਪਾਉਂਦੀ ਰਹੀ ਸੀ। ਪਰ ਉਸ ਦਿਨ ਤਰਕਾਲਾਂ ਦਾ ਵੇਲਾ ਸੀ ਸ਼ਾਇਦ। ਉਹਦੀ ਬਰਦਾਸ਼ਤ ਖਤਮ ਹੋ ਗਈ। ਉਹ ਚੀਖਣ ਲੱਗੀ, ਤੁਸੀਂ ਉਹਨੂੰ ਹੀ ਪਿਆਰ ਕਰਦੇ ਸੋ, ਕੈਂਡੀ ਨੂੰ। ਹਾਏ, ਮੈਂ ਕਿਉਂ ਨਾ ਮਰ ਗਈ ਉਹਦੀ ਥਾਵੇਂ। ਮੈਂ ਘਬਰਾ ਕੇ ਚੁੱਪ ਹੋ ਗਈ। ਹਨੇਰੇ ਖੂਹ ਵਿੱਚ ਵੜ ਕੇ ਬੈਠੀ ਸਾਂ ਮੈਂ ਤੇ, ਧੁਰ ਥੱਲੇ, ਖੂਹ ਦੇ ਧੁਰ ਹੇਠਲੇ ਹਨੇਰਿਆਂ ਵਿੱਚ, ਜਿੱਥੇ ਪਾਣੀ ਨਹੀਂ ਸਿਰਫ ਕਾਲੀ ਕਾਈ ਸੀ ਤੇ ਸਿਆਹ ਚਿੱਕੜ। ਅਰਪਣਾ ਦੀ ਚੀਖ ਨਾਲ ਮੈਂ ਉਤਾਂਹ ਵੇਖਿਆ। ਚੁੱਪਚਾਪ ਉਸ ਖੂਹ ਵਿੱਚੋਂ ਬਾਹਰ ਨਿਕਲ ਆਈ ਤੇ ਅਰਪਣਾ ਨੂੰ ਆਪਣੀ ਬੁੱਕਲ ਵਿੱਚ ਵਲੇਟ ਲਿਆ, ਲੁਕਾ ਲਿਆ ਉਹਨੂੰ ਆਪਣੀਆਂ ਬਾਹਾਂ ਵਿੱਚ। ਉਹ ਇੱਕ ਜ਼ਖਮੀ ਬੋਟ ਵਾਂਗੂ ਮੇਰੀ ਬੁੱਕਲ ਵਿੱਚ ਲੁਕੀ ਜ਼ਾਰ ਰੋ ਰਹੀ ਸੀ। ਫੜਫੜਾ ਰਿਹਾ ਸੀ ਉਹਦਾ ਸਾਰਾ ਵਜੂਦ, ਕੰਬ ਰਹੀ ਸੀ ਉਹ। ਮੇਰੀ ਇਹ ਬੱਚੜੀਏ, ਤੈਨੂੰ ਕੀ ਪਤਾ ਮਾਵਾਂ ਦੇ ਕਲੇਜੇ ਦੇ ਕਿੰਨੇ ਟੁਕੜੇ ਹੁੰਦੇ ਨੇ? ਤੈਨੂੰ ਕੀ ਪਤਾ ਮਾਵਾਂ ਦੇ ਕਲੇਜੇ ਦਾ ਹਰ ਟੁਕੜਾ ਉਹਨਾਂ ਦੇ ਲਹੂ ਮਾਸ ਵਿੱਚੋਂ ਪੈਦਾ ਹੋਏ ਹਰ ਬੱਚੇ ਦੀ ਛਾਤੀ ਵਿੱਚ ਲੁਕਿਆ ਹੁੰਦਾ ਹੈ। ਮਾਵਾਂ ਜਦੋਂ ਆਪਣੇ ਬੱਚਿਆਂ ਨੂੰ ਲਹੂ ਮਾਸ ਨਾਲ ਘੜਦੀਆਂ ਨੇ, ਆਪਣੇ ਨਾਲੋਂ ਜੁਦਾ ਕਰਨ ਵੇਲੇ ਉਹ ਆਪਣੇ ਕਲੇਜੇ ਦਾ ਇੱਕ ਟੁਕੜਾ ਉਹਨਾਂ ਦੀ ਛਾਤੀ ਵਿੱਚ ਲੁਕਾ ਦਿੰਦੀਆਂ ਨੇ। ਤਾਂਹੀਏ ਤਾਂ ਜਦੋਂ ਕਿਸੇ ਬੱਚੇ ਨੂੰ ਤੱਤੀ ਹਵਾ ਵੀ ਲੱਗੇ, ਮਾਵਾਂ ਦੀ ਛਾਤੀ ਵਿੱਚ ਗਰਮ ਹਨੇਰੀਆਂ ਵਗਣ ਲੱਗਦੀਆਂ ਨੇ। 100 ਬੱਚਿਆਂ ਵਾਲੀ ਮਾਂ ਵੀ ਇੱਕ ਬੱਚੇ ਦੇ ਤੁਰ ਜਾਣ ਨਾਲ ਓਨੀ ਹੀ ਮਰਦੀ ਏ, ਜਿੰਨੀ ਇੱਕ ਇਕੱਲੇ ਕਾਰੇ ਬੱਚੇ ਦੀ ਮਾਂ ਉਸ ਇੱਕੋ ਇੱਕ ਦੇ ਤੁਰ ਜਾਣ ਨਾਲ। ਕਿਸੇ ਮਾਂ ਦੇ ਸਾਹਮਣੇ ਉਹਦਾ ਬੱਚਾ ਮਰ ਜਾਵੇ, ਇਸ ਤੋਂ ਵੱਡਾ ਸੰਤਾਪ ਖੁਦਾ ਪੈਦਾ ਹੀ ਨਹੀਂ ਸੀ ਕਰ ਸਕਦਾ। ਇਸ ਤੋਂ ਕਹਿਰੀ ਜ਼ੁਲਮ ਸਿਤਮ ਸੋਚ ਹੀ ਨਹੀਂ ਸੀ ਸਕਦਾ ਉਹ ਕੌਣ? ਜੇ ਉਹ ਹੁੰਦਾ ਤਾਂ ਇੰਨਾ ਜ਼ੁਲਮ ਹੋਣ ਮਗਰੋਂ ਉਹਦੀ ਦੁਨੀਆ ਫਨਾਹ ਕਿਸ ਤਰ੍ਹਾਂ ਨਾ ਹੋ ਜਾਂਦੀ? ਜੇ ਉਹ ਕਿਧਰੇ ਹੁੰਦਾ ਤਾਂ ਇੰਨਾ ਕਹਿਰ ਢਾਣ ਮਗਰੋਂ ਉਹ ਧਾੜਾ ਮਾਰ ਕੇ ਰੋਂਦਾ ਕਿਉਂ ਨਾ? ਉਹਦੇ ਅਥਰੂਆਂ ਵਿੱਚ ਆਕਾਸ਼ ਪਤਾਲ ਡੁੱਬ ਕਿਉਂ ਨਾ ਜਾਂਦੇ? ਮਾਵਾਂ ਨੇ ਤੇ ਆਪਣੇ ਬੱਚਿਆਂ ਦੇ ਮੋਢਿਆਂ ਤੇ ਆਪਣਾ ਆਖਰੀ ਸਫ਼ਰ ਤੈਅ ਕਰਨਾ ਹੁੰਦਾ ਏ। ਆਪਣੇ ਬੱਚੇ ਨੂੰ ਸ਼ਮਸ਼ਾਨ ਕਬਰਿਸਤਾਨ ਤੱਕ ਕਿਸੇ ਮਾਂ ਨੂੰ ਲਿਜਾਣਾ ਪਵੇ ਤਾਂ ਵਕਤ ਦੀ ਹਨੇਰੀ ਵਗਦੀ ਏ, ਪਰਲੋ ਆਉਂਦੀ ਏ, ਜਲਥਲ ਇੱਕ ਹੋ ਜਾਂਦੇ ਨੇ। ਤੂਫਾਨੀ ਹਵਾਵਾਂ ਵਿੱਚ ਵਜੂਦ ਦੇ ਖਿੜਕੀਆਂ ਦਰਵਾਜ਼ੇ ਠਾਹ ਵੱਜਦੇ ਨੇ ਤੇ ਫਿਰ ਉਖੜ ਕੇ ਪਰਾਂ ਜਾ ਡਿੱਗਦੇ ਨੇ। ਖਪਚੀਆਂ ਜ਼ਖਮੀ ਹੋਏ ਪਰਿੰਦੇ ਦੇ ਖੰਭਾਂ ਵਾਂਗੂ ਖਿਲਰ ਜਾਂਦੀਆਂ ਨੇ। ਹੂ ਚੱਲਦੀਆਂ ਤੇਜ਼ ਤੂਫਾਨੀ ਹਵਾਵਾਂ ਵਿੱਚ, ਗਾੜ ਵਸਦੇ ਕਾਲੇ ਮੇਘਲਿਆਂ ਦੇ ਸਿਆਹ ਪਾਣੀਆਂ ਵਿੱਚ, ਮਿੱਟੀ ਘੱਟੇ ਨਾਲ ਭਰੀਆਂ ਸੁਰਮਈ, ਗੁਲਾਬੀ, ਕਿਰਮਚੀ, ਸਿਆਹ, ਕਾਸ਼ਨੀ, ਸੁਰਖ ਹਨੇਰੀਆਂ ਵਿੱਚ ਕੁਝ ਵੀ ਬਾਕੀ ਨਹੀਂ ਬਚਦਾ। ਮੇਰੀ ਇਹ ਬੱਚੜੀਏ, ਮੇਰੇ ਸੰਗ ਵਿੱਚ ਉਹਨਾਂ ਹਨੇਰੀਆਂ ਦੀ ਮਿੱਟੀ ਫਸ ਗਈ ਹੈ। ਮੇਰੇ ਵਜੂਦ ਵਿੱਚ ਅਥਰੂਆਂ ਦੇ ਕਰੋੜਾਂ ਸਾਲ ਪੁਰਾਣੇ ਫਾਸਿਲ ਸੁੰਨਸਾਨ ਜੰਗਲ ਵਿੱਚ ਹੈਰਾਨ ਪਏ ਹੋਏ ਨੇ। ਚੁੱਪ ਕਰ ਜਾ ਮੇਰੀ ਇਹ ਬੱਚੀਏ, ਮੈਨੂੰ ਮੁਆਫ ਕਰ ਦੇ। ਅੱਜ ਤੋਂ ਮੈਂ ਸਿਰਫ ਤੇਰੇ ਵਾਸਤੇ ਜੀਵਾਂਗੀ। ਹੋਰ ਹੈ ਹੀ ਕੌਣ ਮੇਰਾ ਇਸ ਪੂਰੀ ਦੁਨੀਆ ਵਿੱਚ। 131। ਅਰਪਣਾ ਦੀ ਚੀਖ ਨਾਲ ਮੈਂ ਸਦੀਆਂ ਦੀ ਗਨੂਦਗੀ ਵਿੱਚੋਂ ਤਰਬਕ ਕੇ ਜਾਗ ਪਈ ਜਿਵੇਂ, ਤੇ ਜ਼ਿੰਦਾ ਰਹਿਣ ਦਾ ਆਹਰ ਪਾਹਰ ਕਰਨ ਲੱਗੀ। ਮੈਂ ਅੱਗੇ ਕੈਂਡੀ ਵੱਲੋਂ ਸ਼ਰਮਸਾਰ ਸਾਂ, ਗੁਨਾਹਗਾਰ ਮਹਿਸੂਸ ਕਰਦੀ ਰਹੀ ਸਾਂ ਆਪਣੇ ਆਪ ਨੂੰ। ਕਿਉਂ ਨਾ ਮੈਂ ਉਹਨੂੰ ਬਚਾ ਲਿਆ ਜਦੋਂ ਬਚਾਉਣ ਦਾ ਵੇਲਾ ਸੀ, ਜਦੋਂ ਉਹਨੂੰ ਬਚਾਇਆ ਜਾ ਸਕਦਾ ਸੀ। ਕਿਉਂ ਨਿੱਕੀ ਜਿਹੀ ਜਾਨ ਨੂੰ ਵਿਆਹ ਦੀ ਤਿਲਕਣ ਤੇ ਡਿੱਗਣ, ਢਹਿਣ, ਲਹੂ ਲੁਹਾਨ ਹੋਣ ਲਈ ਇਕੱਲਿਆਂ ਛੱਡ ਦਿੱਤਾ। ਤੇ ਹੁਣ ਮੈਂ ਅਰਪਣਾ ਵੱਲੋਂ ਗੁਨਾਹਗਾਰ ਮਹਿਸੂਸ ਕਰ ਰਹੀ ਸਾਂ। ਕਿਉਂ ਨਹੀਂ ਇੰਨੇ ਦਿਨ, ਇੰਨੇ ਹਫ਼ਤੇ ਮੈਂ ਉਹਦੇ ਗਹਿਰੇ ਗਮ ਨੂੰ ਬੁੱਕਲ ਵਿੱਚ ਕੱਜਿਆ? ਕਿਉਂ ਉਹਨੂੰ ਇਕੱਲਿਆਂ ਚੁੱਪਚਾਪ ਆਪਣੀ ਤਕਲੀਫ ਨਾਲ ਰੂਬਰੂਈ ਕਰਨ ਲਈ ਛੱਡ ਦਿੱਤਾ? ਕਿਉਂ ਉਹਦੀ ਸਾਰੀ ਮਮਤਾ ਨੂੰ, ਗਰਾਹੀ ਰੋਟੀ ਦੀ ਮੇਰੇ ਮੂੰਹ ਵਿੱਚ ਪਾਉਣ ਵਾਲੀ ਉਹਦੀ ਮੁਹੱਬਤ ਨੂੰ, ਮੇਰਾ ਸਿਰ ਘੁੱਟ ਕੇ ਸਵਾਉਣ ਦੀ ਕੋਸ਼ਿਸ਼ ਕਰਦੀਆਂ ਉਹਦੀਆਂ ਉਂਗਲਾਂ ਨੂੰ, ਮੇਰਾ ਸਿਰ ਵਾਂਦੇ ਉਹਦੇ ਹੱਥਾਂ ਨੂੰ ਮੈਂ ਕਬੂਲ ਹੀ ਕਰਦੀ ਚਲੀ ਗਈ? ਉਹਨੂੰ ਵੀ ਤਾਂ ਲੋੜ ਸੀ ਕਿ ਕੋਈ ਉਹਨੂੰ ਰੋਟੀ ਖਵਾਏ, ਇਸਰਾਰ ਨਾਲ ਕੱਪੜੇ ਬਦਲਾਵੇ, ਨੁਹਾਏ, ਧੁਆਏ, ਕੰਘੀ ਵਾਹੇ। ਅਸੀਂ ਦੋਵੇਂ ਤਾਂ ਉਸ ਖੌਫਨਾਕ ਜੰਗਲ ਵਿੱਚੋਂ ਗੁਜ਼ਰੀਆਂ ਸਾਂ, ਜਿਹਦੀ ਸਾਰੀ ਦਹਿਸ਼ਤ ਸਾਡੀਆਂ ਛਾਤੀਆਂ ਵਿੱਚ ਉਤਰ ਗਈ ਸੀ, ਜਿਹਦੇ ਸਾਰੇ ਕੰਡੇ ਸਾਡੇ ਪੈਰਾਂ ਦੀਆਂ ਤਲੀਆਂ ਵਿੱਚ ਖੁੱਭ ਗਏ ਸਨ, ਜਿਹਦੇ ਸਾਰੇ ਕੰਡਿਆਲੇ ਰੁੱਖਾਂ ਨਾਲ ਸਾਡੇ ਬਦਨ ਵਲੂੰਦਰੇ ਗਏ ਸਨ। ਅਰਪਣਾ ਦੇ ਖੌਫਜ਼ਦਾ, ਜ਼ਰਦੀ ਮਾਇਲ ਚਿਹਰੇ ਤੇ ਫੜਫੜਾਂਦੀਆਂ ਉਹਦੀਆਂ ਵੱਡੀਆਂ ਸ਼ਹਿਦ ਦੇ ਕਟੋਰਿਆਂ ਵਰਗੀਆਂ ਅੱਖਾਂ ਵਿੱਚ ਲਬਾਲਬ ਭਰੇ ਅਥਰੂਆਂ ਨੂੰ ਤੱਕਿਆ ਤੇ ਉਹਨੂੰ ਲੁਕਾ ਲਿਆ ਆਪਣੀ ਛਾਤੀ ਵਿੱਚ। 132। ਉਹੀ ਘੜੀ ਸੀ ਸ਼ਾਇਦ, ਉਹੀ ਮੁਕਾਮ ਸੀ ਜਿੱਥੇ ਪੁਰਾਣੀ ਅਜੀਤ ਕੌਰ ਮਰ ਗਈ ਤੇ ਉਹਦੀ ਰਾਖ ਵਿੱਚੋਂ ਇੱਕ ਦੂਜੀ ਅਜੀਤ ਕੌਰ ਪੈਦਾ ਹੋਈ। ਉਹੀ ਮੁਕਾਮ ਸੀ, ਉਹੀ ਵੇਲਾ ਸੀ, ਉਹੀ ਘੜੀ ਸੀ, ਉਹੀ ਪਲ ਛਿਨ ਸੀ
ਜਦੋਂ ਕਰੋੜਾਂ ਸਾਲਾਂ ਤੋਂ ਨਿਰੰਤਰ ਵਹਿੰਦੇ ਵਕਤ ਨੂੰ ਤੇਜ਼ ਖੰਜਰ ਨਾਲ ਕੱਟ ਦਿੱਤਾ ਕਿਸੇ ਨੇ। ਜਿਸ ਤਰ੍ਹਾਂ ਕਾੜ ਕਰਕੇ ਕੋਈ ਬਹੁਤ ਪੁਰਾਣਾ ਦਰਵਾਜ਼ਾ ਟੁੱਟਦਾ ਏ, ਮੇਰੇ ਅੰਦਰ ਵੀ ਕੋਈ ਸਦੀਆਂ ਦਾ ਬੰਦ ਪਿਆ ਦਰਵਾਜ਼ਾ ਟੁੱਟਿਆ। ਆਪਣੇ ਸਾਰੇ ਜ਼ੰਗ ਖਾਦੇ ਕਿੱਲਾਂ ਕੋਕਿਆਂ ਕਬਜ਼ਿਆਂ ਦੇ ਸਮੇਤ ਠਾਹ ਕਰਕੇ ਟੁੱਟਿਆ ਤੇ ਚੌਫਾਲ ਡਿੱਗ ਪਿਆ, ਪੁਰਾਣੀ ਮਿੱਟੀ ਤੇ, ਪੁਰਾਣੀਆਂ ਇੱਟਾਂ ਦੀਆਂ ਵਿਰਲਾਂ ਤੇ, ਲਾਸ਼ ਵਾਂਗੂ। ਅੰਦਰੋਂ ਸਦੀਆਂ ਦੀ ਬੰਦ ਪਈ ਹਵਾ ਹੌਕਾ ਲੈ ਕੇ ਬਾਹਰ ਨਿਕਲੀ ਤੇ ਫਿਜ਼ਾ ਵਿੱਚ ਘੁਲ ਗਈ। ਅੰਦਰ ਲਟਕਦੇ ਜਾਲੇ ਸੂਰਜ ਦੀ ਨੰਗੀ ਰੌਸ਼ਨੀ ਵਿੱਚ ਕੰਬਣ ਲੱਗੇ। ਸਦੀਆਂ ਤੋਂ ਛੱਤ ਨਾਲ ਲਟਕਦੇ ਚਮਗਾਦੜ ਅੰਨੇ ਹੋ ਕੇ ਖੰਭ ਫੜਫੜਾਉਂਦੇ ਦੀਵਾਰਾਂ ਨਾਲ ਸਿਰ ਪਟਕਣ ਲੱਗੇ ਤੇ ਫੇਰ ਬਾਹਰ ਹਨੇਰੇ ਸੂਰਜ ਵੱਲ ਉੱਡ ਗਏ। ਕੰਧਾਂ ਨਾਲ ਲਿਪਟੇ ਸੱਪ ਵਲਿਆਸ ਖਾਂਦੇ ਹੋਏ ਖੁੱਡਾਂ ਵਿੱਚ ਜਾ ਲੁਕੇ। 133 ਮੈਂ ਉਹਨੂੰ ਰਾਤ ਦਿਨ ਆਵਾਜ਼ਾਂ ਮਾਰਦੀ ਸਾਂ। ਮੇਰੀ ਰੂਹ ਕੁਰਲਾਉਂਦੀ ਸੀ, ਵਾਪਸ ਮੁੜ ਆ ਮੇਰੀਏ ਬਚੜੀਏ, ਵਾਪਸ ਆ ਜਾ। ਹੁਣ ਮੈਂ ਕਦੇ ਤੇਰਾ ਵਿਆਹ ਨਹੀਂ ਕਰਾਂਗੀ, ਕਦੇ ਤੈਨੂੰ ਝੂਠੇ ਰਿਸ਼ਤਿਆਂ ਦੀ ਘੁੱਟਣ ਵਿੱਚ ਸਾਹ ਨਹੀਂ ਰੋਕਣ ਦਿਆਂਗੀ। ਗਲਤੀ ਹੋ ਗਈ ਮੇਰੇ ਕੋਲੋਂ, ਮੁਆਫ਼ ਕਰ ਦੇ ਮੈਨੂੰ। ਕੀ ਸੀ ਜਿਹੜਾ ਮੈਂ ਬਚਾ ਲੈਣਾ ਸੀ? ਮੇਰੀ ਬੱਚੀ ਦੀ ਜ਼ਿੰਦਗੀ ਦੇ ਮੁਕਾਬਲੇ ਸਭ ਬੇਅਰਥ ਸੀ, ਫਜ਼ੂਲ। ਕਿਉਂ ਮੈਂ ਇੰਨੀ ਸੋਹਣੀ ਆਪਣੀ ਧੀ ਨੂੰ ਵਾਰ ਦਿੱਤਾ? ਕਾਹਦੇ ਲਈ? ਕਾਹਦੇ ਤੋਂ ਡਰਦਿਆਂ? 134 ਪੁਰਾਣੇ ਮਾਜ਼ੀ ਦੇ ਪਾਣੀਆਂ ਵਿੱਚ ਵਹਿ ਗਈ ਲਾਸ਼ ਉਸ ਅਜੀਤ ਕੌਰ ਦੀ, ਜਿਹੜੀ ਸਹਿਮੀ ਹੋਈ ਕੁਕੜੀ ਵਾਂਗੂ ਆਪਣੇ ਦੋਵਾਂ ਬੱਚਿਆਂ ਨੂੰ, ਦੋਹਾਂ ਬੋਟਾਂ ਨੂੰ ਖੰਭਾਂ ਹੇਠ ਲੁਕਾਈ ਸਹਿਮਦੀ ਰਹਿੰਦੀ ਸੀ। ਡਰਦੀ ਰਹਿੰਦੀ ਸੀ ਲੰਘਦੇ ਦਿਨ ਕੋਲੋਂ, ਲੋਕਾਂ ਦੀਆਂ ਨਜ਼ਰਾਂ ਕੋਲੋਂ, ਕਿਸੇ ਦੇ ਆਖੇ ਬੋਲਾਂ ਕੋਲੋਂ, ਧਮਕੀਆਂ ਕੋਲੋਂ, ਰਵਾਇਤਾਂ ਕੋਲੋਂ। ਸੋਚ-ਸੋਚ ਕੇ ਤਰਿੰਦੀ ਰਹਿੰਦੀ ਸੀ ਕਿ ਬੱਚੀਆਂ ਵੱਡੀਆਂ ਕਦੋਂ ਹੋਣਗੀਆਂ, ਕਿਸ ਤਰ੍ਹਾਂ ਹੋਣਗੀਆਂ, ਕਿਸ ਤਰ੍ਹਾਂ ਉਹਨਾਂ ਦੇ ਵਿਆਹ ਹੋਣਗੇ, ਕਿਸ ਤਰ੍ਹਾਂ ਉਹ ਆਪਣੇ ਘਰ ਜਾ ਕੇ ਸੁਖੀ ਵਸਣਗੀਆਂ। ਯਾਨੀ ਕਿ ਜੇ ਕੁੜੀਆਂ ਹੈਣ ਦੋ ਜਿਨ੍ਹਾਂ ਦੀਆਂ ਤਕਦੀਰਾਂ ਨਾੜੂ ਵਾਂਗੂ ਮੇਰੀ ਆਪਣੀ ਤਕਦੀਰ ਨਾਲ ਜੁੜੀਆਂ ਹੋਈਆਂ ਨੇ, ਤਾਂ ਸਭ ਤੋਂ ਵੱਡਾ ਕੰਮ ਤਾਂ ਇਹੀ ਕਰਨਾ ਹੋਇਆ ਕਿ ਉਹਨਾਂ ਨੂੰ ਸੁਖੀ ਸਾਂਦੀ ਕਿਸੇ ਚੰਗੇ ਪਿਆਰ ਕਰਨ ਵਾਲੇ, ਉਹਨਾਂ ਦੀਆਂ ਸਹਿਮੀਆਂ ਸੁੰਗੜੀਆਂ ਜ਼ਿੰਦਗੀਆਂ ਨੂੰ ਖੁੱਲ੍ਹੀ ਧੁੱਪ ਤੇ ਰੌਸ਼ਨੀ ਤੇ ਵਿਸਥਾਰ ਦੇ ਸਕਣ ਦੀ ਤੌਫੀਕ ਤੇ ਅਕੀਦਾ ਰੱਖਣ ਵਾਲੇ ਸੋਹਣੇ ਸੁਨੱਖੇ ਮੁੰਡਿਆਂ ਨਾਲ ਤੋਰ ਦਿੱਤਾ ਜਾਵੇ। ਉਹਨਾਂ ਦੀਆਂ ਅੱਖਾਂ ਵਿੱਚ ਵੀ ਤੇ ਸੁਪਨੇ ਹੋਣਗੇ, ਉਹਨਾਂ ਦੇ ਦਿਲਾਂ ਵਿੱਚ ਵੀ ਖ਼ਾਬਾਂ ਦੇ ਜੁਗਨੂ ਜਗਦੇ ਬੁਝਦੇ ਉੱਡਦੇ ਹੋਣਗੇ। ਉਹਨਾਂ ਦੀਆਂ ਵੀ ਤੇ ਰੀਝਾਂ ਹੋਣਗੀਆਂ, ਉਹਨਾਂ ਦਾ ਵੀ ਤੇ ਦਿਲ ਕਰਦਾ ਹੋਵੇਗਾ ਬਾਕੀ ਕੁੜੀਆਂ ਮੁੰਡਿਆਂ ਵਾਂਗੂ ਹੱਸਣ ਖੇਡਣ, ਪਾਰਟੀਆਂ ਤੇ ਜਾਣ, ਸੈਰ ਕਰਨ, ਡਿਸਕੋ ਵਿੱਚ ਨੱਚਣ, ਦੋਸਤ ਬਣਾਉਣ। ਤੇ ਮੈਂ, ਦੁਨੀਆ ਭਰ ਤੋਂ ਡਰਦੀ ਮੈਂ, ਲੋਕਾਂ ਦੀਆਂ ਨਜ਼ਰਾਂ ਤੋਂ ਲੁਕਾ ਕੇ ਰੱਖਦੀ ਰਹੀ ਉਹਨਾਂ ਨੂੰ, ਵਲ ਕੇ ਰੱਖਦੀ ਰਹੀ ਉਹਨਾਂ ਦੀਆਂ ਤਮਾਮ ਰੀਝਾਂ। ਉਹਨਾਂ ਨੂੰ ਵੀ ਤੇ ਮੇਰੀ ਮਜਬੂਰੀ ਦਾ ਪਤਾ ਸੀ, ਮੇਰੇ ਡਰਾਂ ਖੌਫਾਂ ਦਾ ਪਤਾ ਸੀ। ਇਸੇ ਕਰਕੇ ਉਹਨਾਂ ਨੇ ਵੀ ਕਦੇ ਨਹੀਂ ਕਿਹਾ ਕਿ ਸਾਨੂੰ ਥੋੜ੍ਹੀ ਜਿਹੀ ਹਵਾ ਤੇ ਰੌਸ਼ਨੀ ਚਾਹੀਦੀ ਏ, ਸਾਨੂੰ ਸੁਭਾਵਕ ਜਿਹੀਆਂ ਦੋਸਤੀਆਂ ਚਾਹੀਦੀਆਂ ਨੇ। ਸਾਡਾ ਵੀ ਦਿਲ ਕਰਦਾ ਏ ਸੋਹਣੇ ਕੱਪੜੇ ਪਾ ਕੇ ਸਹੇਲੀਆਂ ਦੋਸਤਾਂ ਨਾਲ ਬਾਹਰ ਜਾਣ ਤੇ। ਕਿਉਂ ਨਹੀਂ ਕਿਹਾ ਮੈਨੂੰ ਉਹਨਾਂ ਕਦੇ? ਕਿਉਂ ਨਹੀਂ ਝੂਣ ਕੇ ਜਗਾਇਆ ਮੈਨੂੰ ਆਪਣੀ ਖੌਫ ਦੀ ਗਨੂਦਗੀ ਵਿੱਚੋਂ? ਕਿਉਂ ਮੈਂ ਆਪਣੀ ਮਾਂ ਦੀ ਮਾਂ ਵਾਂਗੂ ਖੌਫਜ਼ਦਾ ਰਹੀ, ਉਸੇ ਖੌਫ ਵਿੱਚ ਘੁੱਟੀ ਰੱਖਿਆ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਜਿੰਦੜੀਆਂ ਨੂੰ? ਕੀ ਹੋ ਜਾਂਦਾ ਜੇ ਮੈਂ ਆਪਣੇ ਡਰਾਂ ਨੂੰ ਸਮੇਟ ਕੇ ਪਰਾਂ ਰੱਖ ਦਿੰਦੀ? ਪਹਿਲੋਂ ਤਾਂ ਖੈਰ ਆਪਣੇ ਖਾਵਨ ਦੀਆਂ ਧਮਕੀਆਂ ਤੋਂ ਡਰਦਿਆਂ ਉਹਨਾਂ ਨੂੰ ਕੱਜੀ ਵਲੇਟੀ ਰੱਖਿਆ, ਕਿਧਰੇ ਇਕੱਲਿਆਂ ਨਹੀਂ ਜਾਣ ਦਿੱਤਾ ਕਦੇ। ਸਕੂਲ ਵੀ ਉਂਗਲੀ ਫੜ ਕੇ ਛੱਡ ਆਉਂਦੀ ਤੇ ਉਂਗਲੀ ਫੜ ਕੇ ਵਾਪਸ ਲਿਆਉਂਦੀ, ਫੇਰ ਹੋਸਟਲਾਂ ਦੀ ਇਕੱਲ। ਪਰ ਰਾਜ ਦੀ ਮੌਤ ਤੋਂ ਮਗਰੋਂ ਮੈਨੂੰ ਕਾਹਦਾ ਡਰ ਸੀ? ਕਿਉਂ ਮੈਂ ਆਂਢ ਗੁਆਂਢ ਕੋਲੋਂ, ਰਿਸ਼ਤੇਦਾਰਾਂ ਕੋਲੋਂ, ਦਾਰਜੀ ਕੋਲੋਂ, ਜਸਬੀਰ ਕੋਲੋਂ ਡਰਦੀ ਹੀ ਚਲੀ ਗਈ? ਕਿਉਂ ਇਹੀ ਖਿਆਲ ਹਾਵੀ ਰਿਹਾ ਮੇਰੇ ਤੇ ਕਿ ਇਹਨਾਂ ਦੇ ਵਿਆਹ ਕਿਸ ਤਰ੍ਹਾਂ ਹੋਣਗੇ? ਪਿਓ ਦੇ ਬਾਰੇ ਅਗਲੇ ਪੁੱਛਣਗੇ ਤਾਂ ਕੀ ਜਵਾਬ ਦਿਆਂਗੀ? ਮੇਰੇ ਇਕੱਲਿਆਂ ਰਹਿਣ ਬਾਰੇ ਕੋਈ ਪੁੱਛੇਗਾ ਤਾਂ ਕੀ ਕਵਾਂਗੀ? ਕੀ ਹੋ ਜਾਂਦਾ ਜੇ ਮੈਂ ਉਹਨਾਂ ਨੂੰ ਆਜ਼ਾਦ ਕਰ ਦਿੰਦੀ ਆਪਣੇ ਖੌਫਾਂ ਤੋਂ? ਵੱਧ ਤੋਂ ਵੱਧ ਕੀ ਹੋ ਜਾਂਦਾ? ਇਹੀ ਕਿ ਉਹ ਕਿਸੇ ਮੁੰਡੇ ਨਾਲ ਦੋਸਤੀ ਕਰ ਲੈਂਦੀਆਂ। ਫੇਰ ਕੀ ਜੇ ਕੋਈ ਪ੍ਰੈਗਨੈਂਟ ਹੋ ਜਾਂਦੀ? ਫੇਰ ਕੀ? ਜਿਉਂਦੀਆਂ ਤਾਂ ਰਹਿੰਦੀਆਂ ਦੋਵੇਂ ਮੇਰੇ ਕਾਲਜੇ ਦੇ ਨੇੜੇ। ਕੈਂਡੀ ਮੁੜ ਆ ਮੇਰੀਏ ਬਚੜੀਏ, ਆਪਣੀ ਜ਼ਿੰਦਗੀ ਨੂੰ ਆਪਣੀ ਮਰਜ਼ੀ ਨਾਲ ਜਿਉਂ। ਜਿਉਂਦੀ ਜਾਗਦੀ ਰਹਿ ਮੇਰੀਏ ਬਚੜੀਏ, ਭਾਵੇਂ 10 ਦੋਸਤੀਆਂ ਕਰ, 20 ਇਸ਼ਕ ਕਰ, 40 ਵਾਰ ਪ੍ਰੈਗਨੈਂਟ ਹੋ ਜਾ, ਸਭ ਸੰਭਾਲ ਲਵਾਂਗੀ ਮੈਂ, ਤੇਰੇ ਬੱਚੇ ਪਾਲ ਲਵਾਂਗੀ, ਤੂੰ ਮੁੜਾ ਬਸ। 135 ਕਾੜ ਕਰਕੇ ਮੇਰੇ ਸਾਰੇ ਡਰਾਂ ਤੇ ਖੌਫਾਂ ਦੇ ਜ਼ੰਗ ਖਾਦੇ ਜੰਦਰੇ ਕੜਕੜਾ ਕੇ ਟੁੱਟ ਗਏ। ਪੁਰਾਣੀਆਂ ਜ਼ੰਗ ਲੱਗੀਆਂ ਮੇਖਾਂ ਵਾਲੇ ਬੂਹੇ ਭੜਪੜਾ ਕੇ ਡਿੱਗ ਪਏ ਪੁਰਾਣੀਆਂ ਲਾਸ਼ਾਂ ਵਾਂਗੂ। ਉਹਨਾਂ ਦੇ ਜ਼ੰਗ ਖਾਦੇ ਕਬਜ਼ੇ ਭੁਰਭੁਰੀਆਂ ਚੌਕਟਾਂ ਨਾਲੋਂ ਮੋਏ ਹੋਏ ਕਾਕਰੋਚਾਂ ਵਾਂਗੂ ਲਟਕਦੇ ਰਹਿ ਗਏ। ਹਨੇਰੀ ਵਿੱਚ ਜਿਸ ਤਰ੍ਹਾਂ ਕੱਖ ਕਾਣ ਉੱਡ ਜਾਂਦੇ ਨੇ, ਮੇਰੇ ਸਾਰੇ ਖੌਫ ਉੱਡ ਗਏ। ਸਭ ਤੋਂ ਜ਼ਰੂਰੀ ਸੀ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਤੇ ਜਿਉਣਾ। ਸਭ ਤੋਂ ਅਹਿਮ ਸੀ ਆਪਣੇ ਅੰਦਰ ਬੈਠੇ ਵਿਵੇਕ ਦੀ ਆਵਾਜ਼ ਸੁਣਨੀ। ਸੁਣ ਰਹੀ ਸਾਂ ਮੈਂ ਹੁਣ, ਕਿੰਨਾ ਕੁਝ ਗੁਆ ਕੇ ਸੁਣ ਰਹੀ ਸਾਂ ਉਹ ਆਵਾਜ਼। ਮੈਂ ਅਰਪਨਾ ਨੂੰ ਕਹਿ ਦਿੱਤਾ, ਬਿਲਕੁਲ ਕਿਸੇ ਦੀ ਪਰਵਾਹ ਨਾ ਕਰ, ਦਾਰਜੀ ਦੀ ਵੀ ਨਹੀਂ, ਕਿਸੇ ਦੀ ਵੀ ਨਹੀਂ, ਜੋ ਤੇਰਾ ਦਿਲ ਕਰੇ ਕਰ। ਜਦੋਂ ਤੂੰ ਵਿਆਹ ਕਰਨਾ ਹੋਵੇਗਾ ਦੱਸ ਦੇਈਂ, ਵਿਆਹ ਨਾ ਵੀ ਕਰਨਾ ਹੋਵੇ ਤਾਂ ਕੋਈ ਆਫਤ ਨਹੀਂ ਆ ਚੱਲੀ। ਆਪਣੀ ਪੇਂਟਿੰਗ ਕਰ, ਪੜ੍ਹਾਈ ਕਰ, ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਤੇ ਜਿਉ ਤੇ ਬਸ ਜੀਂਦੀ ਰਹਿ। ਮੇਰਾ ਹੋਰ ਕੋਈ ਨਹੀਂ ਹੋ, ਤੂੰ ਹੀ ਹੈ ਬਸ, ਇੱਕ ਤੂੰ ਤੇ ਇੱਕ ਮੈਂ। ਹੋਰ ਸਾਰੀ ਦੁਨੀਆ ਨੂੰ ਮਨਫੀ ਵੀ ਕਰਨਾ ਪਵੇ ਆਪਣੀਆਂ ਜ਼ਿੰਦਗੀਆਂ ਵਿੱਚੋਂ ਤਾਂ ਪਰਵਾਹ ਨਹੀਂ। ਵਾਕਈ ਮੈਨੂੰ ਹੁਣ ਕਿਸੇ ਦੀ ਕੋਈ ਪਰਵਾਹ ਨਹੀਂ ਸੀ। ਦਾਰਜੀ ਜੇ ਅਰਪਨਾ ਲਈ ਮੁੰਡਾ ਲੱਭਣ ਦੀ ਗੱਲ ਕਰਦੇ, ਮੈਂ ਉਹਨਾਂ ਨਾਲ ਲੜ ਪੈਂਦੀ। ਅੱਗੇ ਕੀ ਖੱਟ ਲਿਆ ਤੁਸਾਂ? ਇੱਕ ਮੇਰੇ ਜੋਗਾ ਲੱਭਿਆ ਤੇ ਮੇਰੀ ਸਾਰੀ ਜ਼ਿੰਦਗੀ ਰਾਖ ਹੋ ਗਈ।
ਫਿਰ ਮੇਰੇ ਤੇ ਜ਼ੋਰ ਪਾ ਪਾ ਕੇ ਕੈਂਡੀ ਦਾ ਵਿਆਹ ਕਰਵਾ ਦਿੱਤਾ ਤੇ ਮੇਰੇ ਸਾਰੇ ਕੜ ਪਾਟ ਜਾਂਦੇ, ਰੋਂਦੀ ਕੁਰਲਾਉਂਦੀ, ਕਹਿੰਦੀ ਤੁਸਾਂ ਜੋ ਕਰਨਾ ਸੀ ਕਰ ਲਿਆ, ਹੁਣ ਕੀਪ ਯੋਰ ਹੈਂਡਸ ਆਫ ਮਾਈ ਡਾਟਰ। ਇਹ ਮੇਰੀ ਜ਼ਿੰਮੇਵਾਰੀ ਏ, ਮੈਂ ਜਾਣਾ ਤੇ ਇਹ ਜਾਣੇ, ਇਹਦੀ ਜ਼ਿੰਦਗੀ ਦਾ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਇਹਦਾ ਫੈਸਲਾ ਉਹ ਖੁਦ ਕਰੇਗੀ ਤੇ ਫੈਸਲੇ ਨੂੰ ਅਮਲ ਵਿੱਚ ਲਿਆਉਣ ਲਈ ਸਾਥ ਦਿਆਂਗੀ ਉਹਦਾ ਮੈਂ। ਸੋਚਦੀ ਹਾਂ ਇਹੀ ਉਹ ਮੁਕਾਮ ਸੀ ਜਦੋਂ ਮੈਂ ਵਾਕਈ ਲਿਬਰੇਟ ਹੋ ਗਈ ਸਾਂ, ਸਾਰੀਆਂ ਪਰੰਪਰਾਵਾਂ ਤੋਂ, ਖੌਫਾਂ ਤੋਂ, ਮਾਂ ਪਿਓ ਦੇ ਡਰ ਤੋਂ ਆਜ਼ਾਦ ਤੇ ਸੁਰਖਰੂ। ਇਹ ਆਜ਼ਾਦੀ ਕੈਂਡੀ ਸਾਨੂੰ ਦੋਹਾਂ ਨੂੰ, ਮੈਨੂੰ ਤੇ ਅਰਪਨਾ ਨੂੰ ਤੋਹਫਾ ਦੇ ਗਈ ਸੀ। ਜਾਂਦੀ ਜਾਂਦੀ ਮੇਰੀ ਬੇਟੀ ਆਪਣੇ ਪਿੱਛੇ ਜਿਉਂਦੇ ਬਚ ਗਿਆਂ ਨੂੰ ਜ਼ਿੰਦਗੀ ਜਿਉਣ ਦੀ ਜਾਚ ਸਿਖਾ ਗਈ ਸੀ। ਮੈਂ ਨਾ ਉਦੋਂ ਲਿਬਰੇਟਡ ਮਹਿਸੂਸ ਕਰਦੀ ਸਾਂ ਜਦੋਂ ਆਪਣੀ ਰੋਟੀ ਖੁਦ ਕਮਾਉਂਦੀ ਸਾਂ, ਨਾ ਉਦੋਂ ਜਦੋਂ ਮੈਂ ਸਾਰੀਆਂ ਪਰੰਪਰਾਵਾਂ ਤੋੜ ਕੇ ਦਾਰਜੀ ਦੇ ਤੇ ਖਾਵੰਦ ਦੇ ਘਰ ਦੀਆਂ ਕਦੀਮੀ ਦੀਵਾਰਾਂ ਤੋੜ ਕੇ ਬਾਹਰ ਨਿਕਲ ਆਈ ਸਾਂ, ਨਾ ਉਦੋਂ ਜਦੋਂ ਮੈਂ ਇਕੱਲੀ ਆਪਣੀਆਂ ਬੱਚੀਆਂ ਨੂੰ ਪਾਲ ਤੇ ਪੜ੍ਹਾ ਰਹੀ ਸਾਂ, ਹਮੇਸ਼ਾ ਡਰਾਂ ਤੇ ਖੌਫਾਂ ਨਾਲ ਘਿਰੀ ਰਹੀ। ਪਰ ਹੁਣ ਮੈਂ ਕਿਰਚ ਟੁੱਟੀ ਹੋਈ, ਟੁਕੜਾ ਖਿਲਰੀ ਹੋਈ ਵੀ ਸਾਬਤ ਸਾਂ, ਕਿਉਂਕਿ ਕੈਂਡੀ ਸ਼ਹੀਦ ਹੋ ਕੇ ਮੇਰੇ ਸਾਰੇ ਡਰ ਤੇ ਖੌਫ ਆਪਣੇ ਨਾਲ ਲੈ ਗਈ ਸੀ। ਹੁਣ ਮੈਂ ਕਿਸੇ ਕੋਲੋਂ ਨਹੀਂ ਸਾਂ ਡਰ ਰਹੀ, ਨਾ ਹੀ ਅਰਪਨਾ ਨੂੰ ਡਰਨ ਦੀ ਇਜਾਜ਼ਤ ਦੇ ਰਹੀ ਸਾਂ। ਇਸ ਲਿਬਰੇਸ਼ਨ ਦੀ ਕਿੱਡੀ ਵੱਡੀ ਕੀਮਤ ਅਦਾ ਕੀਤੀ ਸੀ ਇਹ ਸਿਰਫ ਮੈਂ ਹੀ ਜਾਣਦੀ ਸਾਂ। ਅਰਪਨਾ ਵੀ ਇਸ ਹਾਦਸੇ ਤੋਂ ਬਾਅਦ ਪਹਿਲੋਂ ਵਾਂਗੂ ਛੂਈ ਮੂਈ ਤੇ ਡਰੀ ਸਹਿਮੀ ਨਹੀਂ ਰਹੀ। ਮੇਰਾ ਬੇਖੌਫ ਹੋਣਾ ਉਹਨੂੰ ਵੀ ਹਨੇਰਿਆਂ ਵਿੱਚੋਂ ਬਾਹਰ ਲਿਆ ਰਿਹਾ ਸੀ, ਜਾਂ ਸ਼ਾਇਦ ਉਹ ਤਗੜੀ ਹੋ ਕੇ ਮੇਰੀ ਮਦਦ ਕਰ ਰਹੀ ਸੀ। ਉਹਨੂੰ ਪਤਾ ਲੱਗ ਗਿਆ ਸੀ ਕਿ ਭਰੀ ਦੁਨੀਆ ਵਿੱਚ ਅਸੀਂ ਦੋਵੇਂ ਬਿਲਕੁਲ ਇਕੱਲੀਆਂ ਰਹਿ ਗਈਆਂ ਸਾਂ, ਤੇ ਇਹ ਕਿ ਉਹਦੀ ਮਾਂ ਬੁੱਢੀ ਹੋ ਰਹੀ ਸੀ, ਉਹਨੂੰ ਸਹਾਰੇ ਦੀ ਜ਼ਰੂਰਤ ਸੀ। ਉਹ ਆਪ ਤਗੜੀ ਹੋ ਕੇ ਮੈਨੂੰ ਆਪਣੇ ਮੋਢਿਆਂ ਦਾ ਸਹਾਰਾ ਦੇ ਰਹੀ ਸੀ। 136 ਇੰਨੀ ਭਿਆਨਕ ਟੁੱਟ ਭੱਜ ਵਿੱਚੋਂ, ਗਹਿਰੀ ਮੌਤ ਦੇ ਸੁਰਖ ਸਿਆਹ ਕਿਰਮਚੀ ਪਰਛਾਵਿਆਂ ਵਿੱਚੋਂ ਇੱਕ ਸਾਬਤ ਸਬੂਤ, ਨਿਡਰ ਤੇ ਬੇਖੌਫ, ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਕਰਨ ਦੀ ਵੁਕਤ ਤੇ ਤੌਫੀਕ ਰੱਖਣ ਵਾਲੀ ਤੇ ਆਪਣੀ ਬੇਟੀ ਅਰਪਨਾ ਨੂੰ ਇੱਕ ਮਜ਼ਬੂਤ ਤੇ ਬਾਵਕਾਰ ਸ਼ਖਸੀਅਤ ਬਣਾਉਣ ਵਾਲੀ ਔਰਤ ਕਿਸ ਤਰ੍ਹਾਂ ਪੈਦਾ ਹੋਈ, ਇਹੀ ਏ ਇਸ ਕੂੜੇ ਕਬਾੜੇ ਦਾ ਇਤਿਹਾਸ ਤੇ ਜੁਗਰਾਫੀਆ। ਇਤਿਹਾਸ ਜਿਹੜਾ ਪਿੰਡਿਆਂ ਤੇ, ਦਿਲਾਂ ਤੇ, ਦਿਮਾਗਾਂ ਤੇ, ਸੋਚਾਂ ਤੇ, ਅਹਿਸਾਸਾਂ ਤੇ ਲਿਖਿਆ ਜਾਂਦਾ ਏ, ਲਿਖਿਆ ਨਹੀਂ ਉਕਰਿਆ ਜਾਂਦਾ ਏ। ਜੁਗਰਾਫੀਆ ਜਿਹੜਾ ਸਿਰਫ ਜ਼ਿੰਦਗੀ ਦਾ ਹਦੂਦ ਅਰਬਾ ਹੀ ਨਹੀਂ ਦੱਸਦਾ, ਜ਼ਿੰਦਗੀ ਤੇ ਮੌਤ ਦੀਆਂ ਤਮਾਮ ਸਰਹੱਦਾਂ ਦੀ ਜਾਣਕਾਰੀ ਵੀ ਦਿੰਦਾ ਏ। ਅੱਜ ਜਦੋਂ ਅਰਪਨਾ ਨੂੰ ਵੇਖਦੀ ਹਾਂ, ਜਿਹਨੇ ਜ਼ਿੰਦਗੀ ਦੀ ਉਨੀ ਹੀ ਭਿਆਨਕ ਲੜਾਈ ਲੜੀ ਏ, ਕਿਉਂਕਿ ਉਹ ਹਰ ਕਦਮ ਤੇ ਮੇਰੇ ਨਾਲ ਸੀ, ਜਿਹਨੇ ਜ਼ਿੰਦਗੀ ਦੀ ਉਨੀ ਹੀ ਭਿਅੰਕਰ ਟੁੱਟ ਭੱਜ ਆਪਣੇ ਪਿੰਡੇ ਤੇ, ਆਪਣੀ ਰੂਹ ਤੇ ਚੱਲੀ ਏ, ਕਿਉਂਕਿ ਉਹ ਮੇਰੀ ਹੀ ਜ਼ਿੰਦਗੀ ਦਾ ਹਿੱਸਾ ਸੀ। ਸਾਬਤ ਸਬੂਤ, ਨਿਡਰ ਤੇ ਬੇਖੌਫ ਖੜੋਤੀ ਅਰਪਨਾ ਨੂੰ ਤਾਂ ਲੱਗਦਾ ਏ ਮੇਰੀ ਜ਼ਿੰਦਗੀ ਦਾ ਕੂੜਾ ਕਬਾੜਾ ਅਜਾਈਂ ਨਹੀਂ ਗਿਆ। ਉਹ ਕੂੜਾ ਕਬਾੜਾ ਮੀਂਹਾਂ ਵਿੱਚ ਭਿੱਜਦਾ ਰਿਹਾ, ਤੂਫਾਨੀ ਹਵਾਵਾਂ ਵਿੱਚ ਖਿਲਰਦਾ ਰਿਹਾ ਤੇ ਜ਼ਿੰਦਗੀ ਦੀ ਖਾਦ ਬਣ ਗਿਆ। ਉਸ ਖਾਦ ਵਿੱਚੋਂ ਪੈਦਾ ਹੋਈ ਅੱਜ ਦੀ ਅਰਪਨਾ ਇੱਕ ਮਜ਼ਬੂਤ ਦਰਖਤ ਵਾਂਗੂ ਖੜੋਤੀ ਏ, ਮੇਰੇ ਕੋਲ, ਮੇਰੇ ਨੇੜੇ, ਜਿਹਦੀਆਂ ਜੜ੍ਹਾਂ ਧਰਤੀ ਵਿੱਚ ਦੂਰ ਹੇਠਾਂ ਤੱਕ ਜਾਂਦੀਆਂ ਨੇ, ਜਿਹਦੀਆਂ ਟਹਿਣੀਆਂ ਸਾਵੇ ਕਚੂਰ ਪੱਤਿਆਂ ਵਿੱਚ ਲਿਪਟੀਆਂ ਆਸਮਾਨ ਦੀ ਨੀਲਾਹਟ ਵਿੱਚ, ਸਾਵੀ ਹਵਾ ਵਿੱਚ ਤੇ ਪਿਆਜ਼ੀ ਧੁੱਪ ਵਿੱਚ ਫੈਲੀਆਂ, ਅੱਲੋਕਾਰ ਫੁੱਲਾਂ ਤੇ ਫਲਾਂ ਤੇ ਖੁਸ਼ਬੂਆਂ ਨਾਲ ਲੱਦੀਆਂ, ਅਜੀਬੋ-ਗਰੀਬ ਸੁਪਨੇ ਲੈਂਦੀਆਂ ਨੇ ਤੇ ਫੇਰ ਉਹ ਸੁਪਨੇ ਰੰਗਾਂ ਵਿੱਚ ਸਾਕਾਰ ਹੋ ਕੇ ਕੈਨਵਸ ਤੇ ਉਤਰਦੇ ਨੇ। ਜਦੋਂ ਦੇਸ਼ਾਂ ਵਿਦੇਸ਼ਾਂ ਵਿੱਚ ਉਹਦੀ ਸ਼ੋਹਰਤ ਫੈਲਦੀ ਏ, ਜਦੋਂ ਹੀਰੋਸ਼ੀਮਾ ਤੇ ਡਿੱਗੇ ਬੰਬਾਂ ਦੇ ਅਥਰੂ, ਉਹਦੇ ਬੁਰਸ਼ ਤੇ ਰੰਗਾਂ ਨਾਲ ਸਾਕਾਰ ਹੋਏ ਅਥਰੂ ਹੀਰੋਸ਼ੀਮਾ ਮਿਊਜ਼ੀਅਮ ਦੀ ਦੀਵਾਰ ਤੇ ਲਟਕਾਏ ਜਾਂਦੇ ਨੇ, ਜਦੋਂ ਦੁਨੀਆ ਭਰ ਵਿੱਚੋਂ ਉਹਦੀਆਂ ਨੁਮਾਇਸ਼ਾਂ ਲਈ ਸੱਦੇ ਆਉਂਦੇ ਨੇ, ਤਾਂ ਲੱਗਦਾ ਏ ਕੂੜਾ ਕਬਾੜਾ ਅਜਾਈਂ ਨਹੀਂ ਗਿਆ। ਕਮ ਸੇ ਕਮ ਇੱਕ ਸ਼ਾਹਕਾਰ ਤਾਂ ਹੈ ਹੀ, ਜਿਹੜਾ ਮੈਂ ਆਪਣੀ ਪੂਰੀ ਲਿਬਰੇਟਡ ਰੂਹ ਨਾਲ, ਆਪਣੀ ਪੂਰੀ ਆਜ਼ਾਦ ਹਸਤੀ ਨਾਲ ਪੈਦਾ ਕੀਤਾ ਏ। ਕੈਂਡੀ ਸਾਡੇ ਦੋਹਾਂ ਵਿੱਚ ਸ਼ਾਮਲ ਏ, ਹਵਾ ਵਾਂਗੂ ਸਾਡੇ ਆਸ-ਪਾਸ ਲਿਪਟੀ ਹੋਈ, ਖਾਮੋਸ਼। ਤੇ ਇਸ ਦੇ ਨਾਲ ਹੀ ਖਤਮ ਹੁੰਦੀ ਏ ਅਜੀਤ ਕੌਰ ਦੀ ਆਤਮ ਕਥਾ ਕੂੜਾ ਕਬਾੜਾ ਦੀ ਆਡੀਓ ਬੁੱਕ। ਸੁਣਨ ਲਈ ਬਹੁਤ-ਬਹੁਤ ਧੰਨਵਾਦ। ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੇ ਕਮੈਂਟਸ ਰਾਹੀਂ ਜ਼ਰੂਰ ਦੱਸਣਾ ਕਿ ਪੰਜਾਬੀ ਦੇ ਹੋਰ ਕਿਹੜੇ ਟੈਕਸਟ ਤੁਸੀਂ ਇਸ ਚੈਨਲ ਤੇ ਸੁਣਨੇ ਚਾਹੋਗੇ।